ਅਮਨਦੀਪ ਔਰ ਮੈਂ ਅੱਜ ਇਸ ਵਿਸ਼ਾ ਜਿਹੜਾ ਪਹਿਲਾਂ ਹੀ ਕਾफ़ी ਸ਼ੇਅਰ ਕੀਤਾ ਜਾ ਚੁੱਕਿਆ ਕਿ ਜਨਤਕ ਥਾਵਾਂ 'ਤੇ ਔਰਤਾਂ ਦੀ ਮੌਜੂਦਗੀ ਤੇ ਹਿੱਸੇਦਾਰੀ ਦਾ ਸਵਾਲ ਦੇ ਉੱਪਰ ਆਪਣੀ ਗੱਲ ਰੱਖੂੰਗੀ। ਇਹਦੇ ਐਵੇਂ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਅਸੁਵਿਧਾ ਪੇਜ ਦੇ ਆਰਗੇਨਾਈਜ਼ਰਸ ਨੀਤੂ, ਮਨਪ੍ਰੀਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਕਿਹਾ ਆਲਮੋਸਟ ਕੌਕਸ ਕੀਤਾ ਕਿ ਮੈਂ ਇਸ ਮੁੱਦੇ 'ਤੇ ਆਪਣੀ ਗੱਲ ਰੱਖਾਂ। ਤੋ ਮੈਂ ਆਪਣੀ ਜਿਹੜੀ ਗੱਲਬਾਤ ਹੈਗੀ ਆ ਉਹ 4 ਪਹਿਲੂਆਂ ਦੇ ਵਿੱਚ ਸਟਰਕਚਰ ਕਰੂੰਗੀ ਔਰ ਕੀਤੀ ਹੈ, ਜਿਨ੍ਹਾਂ 'ਤੇ ਮੈਂ ਆਪਣੀ ਗੱਲ ਰੱਖੂੰਗੀ। ਸੋ ਮੈਂ ਮੋਟਾ-ਮੋਟਾ ਪਹਿਲਾਂ ਇੱਕ ਵਾਰੀ ਉਸ 'ਤੇ ਗੱਲ ਕਰ ਦਿੰਦੀ ਹਾਂ ਕਿ ਮੈਂ ਕਿਹੜੇ ਉਹਨਾਂ ਇਸ਼ੂਜ਼ 'ਤੇ ਗੱਲ ਰੱਖੂੰਗੀ ਅਤੇ ਫਿਰ ਬਾਅਦ 'ਚ ਆਪਾਂ ਮਤਲਬ ਬਹੁਤ ਤਫਸੀਲ ਦੇ ਨਾਲ ਉਹਦੇ 'ਤੇ ਗੱਲ ਕਰਾਂਗੇ। ਪਹਿਲਾ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਜਨਤਕ ਥਾਵਾਂ ਜਾਂ ਜਿਹਨੂੰ ਪਬਲਿਕ ਸਪੇਸਿਸ ਵੀ ਕਿਹਾ ਜਾਂਦਾ ਹੈ, ਅੰਗਰੇਜ਼ੀ ਦੇ ਵਿੱਚ ਅਸੀਂ ਅਗਰ ਇਹ ਸ਼ਬਦ ਵਰਤਣਾ ਹੋਵੇ ਤਾਂ ਪਹਿਲਾ ਜਿਹੜਾ ਪਹਿਲੂ ਹੈਗਾ ਉਹ ਹੈਗਾ ਕਿ ਜਦੋਂ ਜਨਤਕ ਥਾਵਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡਾ ਉਹਦੇ ਤੋਂ ਮਤਲਬ ਕੀ ਹੈਗਾ, ਮਤਲਬ ਉਹਦੇ ਮਾਇਨੇ ਕੀ ਨੇ, ਜਨਤਕ ਥਾਵਾਂ ਦੇ ਹੋਣ ਦੇ, ਉਸ ਜਗ੍ਹਾ 'ਤੇ ਵਿਚਰਨ ਦੇ ਮਾਇਨੇ ਕੀ ਨੇ ਅਤੇ ਇਹਨਾਂ ਥਾਵਾਂ ਨੂੰ ਐਕਸੈਸ ਕਰਨ ਦੇ, ਇਹਨਾਂ ਥਾਵਾਂ ਦੇ ਉੱਪਰ ਵਿਚਰਨ ਦਾ ਹੱਕ ਕੀ ਸਾਰਿਆਂ ਨੂੰ ਇੱਕੋ ਜਿਹਾ ਬਰਾਬਰ ਹੈਗਾ। ਦੂਸਰਾ ਮੈਂ ਥੋੜ੍ਹਾ ਜਿਹਾ ਹਾਲਾਂਕਿ ਮੈਂ ਜ਼ਿਆਦਾ ਐਗਜ਼ਾਮਪਲਸ ਦੇਵਾਂਗੀ ਔਰ ਉਹ ਵੀ ਕੋਸ਼ਿਸ਼ ਕਰੂੰਗੀ ਕਿ ਜ਼ਿਆਦਾ ਜਿਹੜੀਆਂ ਮੇਰੀਆਂ ਐਗਜ਼ਾਮਪਲਸ ਨੇ ਉਹ ਪੰਜਾਬ ਦੇ ਕੰਟੈਕਸਟ ਦੇ ਵਿੱਚ ਹੋਣ, ਕਿਉਂਕਿ ਅਸੀਂ ਆਈ ਥਿੰਕ ਮੇਰੀ ਜ਼ਿਆਦਾ ਜਿਹੜੇ ਸੁਣਨ ਵਾਲੇ ਨੇ ਉਹ ਪੰਜਾਬ ਤੋਂ ਹੈਗੇ ਨੇ। ਲੇਕਿਨ ਮੈਂ ਫਿਰ ਵੀ ਥੋੜ੍ਹਾ ਜਿਹਾ ਥਿਓਰੈਟੀਕਲ ਕਨਸੈਪਟ 'ਚ ਤੇ ਉੱਪਰ ਫੋਕਸ ਕਰੂੰਗੀ, ਜਿਹਦਾ ਆਈ ਥਿੰਕ ਜਦੋਂ ਇੰਟਰੋਡਕਸ਼ਨ ਕਰਾਈ ਮਨਪ੍ਰੀਤ ਮਹਿਨਾਜ਼ ਨੇ ਤਾਂ ਉਹਨਾਂ ਨੇ ਵੀ ਥੋੜ੍ਹਾ ਪਬਲਿਕ ਅਤੇ ਪ੍ਰਾਈਵੇਟ ਵਾਲਾ ਕਿ ਔਰਤਾਂ ਦਾ ਸਪੇਸ ਜਿਹੜਾ ਘਰ 'ਚ ਹੈਗਾ ਔਰ ਮੈਂ ਉਸ ਐਂਗਲ ਤੋਂ ਥੋੜ੍ਹੀ ਜਿਹੀ ਗੱਲ ਉਹਦੇ 'ਤੇ ਰੱਖੂੰਗੀ ਔਰ ਉਹਦੇ ਨਾਲ ਹੀ ਥੋੜ੍ਹਾ ਜਿਹਾ ਮੈਂ ਯੂਰਪ ਵੱਲ ਵੀ ਜਾਊਂਗੀ ਥੋੜ੍ਹਾ ਜਿਹਾ। ਔਰ ਤੀਸਰਾ ਜਿਹੜਾ ਹੈਗਾ ਕਿ ਜਦੋਂ ਅਸੀਂ ਇਹਨਾਂ ਸਪੇਸਿਸ ਦੀ ਗੱਲ ਕਰਦੇ ਹੈਗੇ ਹਾਂ ਤਾਂ ਫਿਰ ਇੱਕ ਸਵਾਲ ਜਿਹੜਾ ਰੇਜ਼ ਹੁੰਦਾ ਜਾਂ ਮੈਂ ਜਿਹਨੂੰ ਰੇਜ਼ ਕਰਨਾ ਚਾਹੁੰਦੀ ਹੈਗੀ ਹਾਂ ਉਹ ਇਹ ਹੈਗਾ ਕਿ ਜਦੋਂ ਔਰਤਾਂ ਦੀ ਬਰਾਬਰ ਹਿੱਸੇਦਾਰੀ ਦੀ ਗੱਲ ਕਰਦੇ ਹਾਂ ਪਬਲਿਕ ਸਪੇਸਿਸ 'ਤੇ, ਜਨਤਕ ਥਾਵਾਂ 'ਤੇ, ਤਾਂ ਕੀ ਅਸੀਂ ਉਹਨੂੰ ਬਾਕੀ ਮਾਈਨੋਰਿਟੀਜ਼ ਜਿਹੜੀਆਂ ਇਸ ਸੁਸਾਇਟੀ 'ਚ ਐਗਜ਼ਿਸਟ ਕਰਦੀਆਂ ਨੇ ਔਰ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਇੱਕ ਬਰਾਬਰੀ ਦਾ ਹਿੱਸਾ ਜਿਹੜਾ ਸਾਡਾ ਸਮਾਜ ਹੈਗਾ ਉਹ ਨਹੀਂ ਦਿੰਦਾ, ਕਿ ਅਸੀਂ ਇਸ ਸਵਾਲ ਨੂੰ ਉਸ ਤੋਂ ਅਲੱਗ ਕਰਕੇ ਦੇਖ ਸਕਦੇ ਹਾਂ? ਔਰ ਮੈਨੂੰ ਲੱਗਦਾ ਨਹੀਂ ਦੇਖ ਸਕਦੇ, ਅਤੇ ਜੇਕਰ ਨਹੀਂ ਦੇਖ ਸਕਦੇ ਤਾਂ ਫਿਰ ਉਹਦੇ ਨਾਲ ਹੀ ਮਾਈਗ੍ਰੇਸ਼ਨ ਦਾ, ਸਿਟੀਜ਼ਨਸ਼ਿਪ ਦਾ, ਕਾਸਟ, ਰਿਲੀਜਨ ਅਤੇ ਹੋਰ ਬਹੁਤ ਸਾਰੇ ਸਵਾਲ ਨੇ ਜਿਹੜੇ ਇਹਦੇ ਨਾਲ ਦਰਜ ਹੁੰਦੇ ਨੇ, ਜਿਨ੍ਹਾਂ ਨੂੰ ਮੁਖਾਤਿਬ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਿਨ੍ਹਾਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਚੌਥਾ ਜਿਹੜਾ ਜਿਹਦੇ 'ਤੇ ਮੈਂ ਗੱਲ ਰੱਖੂੰਗੀ ਲਾਸਟ ਪਾਰਟ ਦੇ ਵਿੱਚ ਉਹ ਇਹ ਹੈਗਾ ਕਿ ਜਦੋਂ ਇੱਕ ਤਾਂ ਇਹ ਹੋਇਆ ਕਿ ਕਿਹੜੀਆਂ ਜਗ੍ਹਾ ਨੇ ਜਿੱਥੇ ਔਰਤਾਂ ਪਬਲਿਕ ਸਪੇਸ 'ਤੇ ਰਹਿੰਦੀਆਂ ਨੇ, ਹੁੰਦੀਆਂ ਨੇ, ਮੌਜੂਦਗੀ ਦਰਜ ਕਰਾਉਂਦੀਆਂ ਜਾਂ ਕਿੰਨਾ ਕੁ ਰਹਿੰਦੀਆਂ ਨੇ। ਦੂਸਰਾ ਇਹ ਹੈਗਾ ਕਿ ਇਹਦੇ 'ਚ 2 ਤੋਂ ਵੱਧ ਆਸਪੈਕਟ ਹੋ ਸਕਦੇ ਆ ਪਰ ਮੈਂ 2 'ਤੇ ਫੋਕਸ ਕਰੂੰਗੀ। ਪਹਿਲਾ ਇਹ ਕਿ ਇੱਕ ਤਾਂ ਇਹ ਹੁੰਦਾ ਕਿ ਜਦੋਂ ਕਿਸੇ ਔਰਤ ਨੇ ਕੋਈ ਚੀਜ਼ ਅਚੀਵ ਕੀਤੀ, ਲਾਈਕ ਉਹ ਆਰਮੀ ਦੀ ਪਹਿਲੀ ਚੀਫ ਬਣ ਗਈ ਜਾਂ ਫਿਰ ਉਹਨੇ ਟੈਨਿਸ ਦੇ ਵਿੱਚ ਕੁਛ ਸਪੋਰਟਸ ਦੇ ਵਿੱਚ ਕੁਛ ਅਚੀਵਮੈਂਟ ਹਾਸਿਲ ਕੀਤੀ ਆ, ਫਿਰ ਉਹ ਬਹੁਤ ਮਾਣ ਨਾਲ ਕਿਹਾ ਜਾਂਦਾ ਸਾਡੇ ਦੇਸ਼ ਦੀ ਬੇਟੀ ਆ, ਸਾਡੇ ਪਿੰਡ ਦੀ ਬੇਟੀ ਆ, ਸਾਡੇ ਸ਼ਹਿਰ ਦੀ ਬੇਟੀ ਹੈਗੀ ਆ। ਪਰ ਉਸੇ ਮਤਲਬ ਇੱਕ ਤਾਂ ਇਹ ਡਾਇਨਾਮਿਕ ਕੰਮ ਕਰਦਾ, ਮੈਂ ਇਹਦੇ 'ਤੇ ਗੱਲ ਰੱਖੂੰਗੀ ਅਤੇ ਇਹਦੇ ਨਾਲ ਹੀ ਦੂਜਾ ਇਹ ਹੁੰਦਾ ਕਿ ਕੁਛ ਕੰਮ ਮਤਲਬ ਕੁਛ ਸਪੇਸਿਸ ਉਹ ਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਰਹਿੰਦੇ ਹੋਏ ਔਰਤਾਂ ਜਿਹੜੀਆਂ ਸਾਡੇ ਇਸ ਸਮਾਜਿਕ ਤਾਣੇ ਬਾਣੇ ਦੀ ਬਣਤਰ ਹੈਗੀ ਆ ਔਰ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਲਾਈਕ ਕਿ ਉਹ ਜਿਵੇਂ ਸਭ ਕੁਝ ਚੱਲਦਾ ਆ ਰਿਹਾ ਉਸੇ ਤਰੀਕੇ ਨਾਲ ਚੱਲਦਾ ਰਹੇ, ਉਹਨੂੰ ਜਦੋਂ ਚੈਲੰਜ ਕਰਦੀਆਂ ਨੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਰਿਸਪੌਂਸਿਸ ਆਉਂਦੇ ਨੇ। ਅਤੇ ਉਹਦੇ 'ਚ ਪਾਰਟਲੀ ਲਾਈਕ ਔਨਲਾਈਨ ਰਿਸਪੌਂਸਿਸ, ਆਫਲਾਈਨ ਰਿਸਪੌਂਸਿਸ, ਸਾਡੀ ਸੁਸਾਇਟੀ ਦੋਨਾਂ ਮਸਲਿਆਂ 'ਚ ਉੱਥੇ ਕਿਵੇਂ ਰਿਐਕਟ ਕਰਦੀ ਹੈ, ਮੈਂ ਉਹਦੇ 'ਤੇ ਗੱਲ ਰੱਖ ਕੇ ਕਨਕਲੂਡ ਕਰੂੰਗੀ। ਤਾਂ ਆਪਾਂ ਮੇਰੇ ਖਿਆਲ ਹੈ ਕਿ ਸ਼ੁਰੂ ਕਰ ਸਕਦੇ ਹੈਗੇ ਹਾਂ ਔਰ ਮੈਂ ਪਹਿਲਾ ਜਿਹੜਾ ਪਹਿਲੂ ਸੀਗਾ ਉਹਦੇ 'ਤੇ ਵਾਪਸ ਆਉਣੀ ਹੈਗੀ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਜਨਤਕ ਥਾਵਾਂ ਨੇ, ਜਨਤਕ ਥਾਵਾਂ 'ਤੇ ਔਰਤਾਂ ਦੀ ਮੌਜੂਦਗੀ ਜਾਂ ਉਹਨਾਂ ਦੀ ਹਿੱਸੇਦਾਰੀ ਦਾ ਗੱਲ ਹੈਗਾ ਤਾਂ ਫਿਰ ਕੀ ਨੇ ਉਹ ਜਨਤਕ ਥਾਵਾਂ, ਮਤਲਬ ਕਿਹੜੀਆਂ ਹੁੰਦੀਆਂ ਨੇ? ਮੈਂ ਕਿੰਨੇ ਵਾਰੀ ਇਹ ਵਰਡ ਯੂਜ਼ ਕਰਤਾ ਜਨਤਕ ਥਾਂ, ਪਰ ਕਿਹੜੀਆਂ? ਤਾਂ ਆਮ ਤੌਰ 'ਤੇ ਜ਼ਹਿਨ 'ਚ ਸਾਡੇ ਜਿਹੜੀਆਂ ਜਗ੍ਹਾ ਆਉਂਦੀਆਂ ਨੇ ਉਹ ਹੈਗੀਆਂ ਗਲੀਆਂ, ਮੁਹੱਲੇ, ਖੋਖੇ ਜਿੱਥੇ ਚਾਹ ਪੀਂਦੇ ਨੇ, ਸਕੂਲ, ਕਾਲਜਿਸ, ਯੂਨੀਵਰਸਿਟੀਜ਼। ਕੁਛ ਐਂਟਰਟੇਨਮੈਂਟ ਦੇ ਸੋਰਸਿਸ ਹੋ ਸਕਦੇ ਆ ਜਿਵੇਂ ਪਲੇਗਰਾਊਂਡ, ਮੈਦਾਨ, ਸਿਨੇਮਾ ਘਰ ਹੋ ਸਕਦੇ ਆ, ਜਾਂ ਪਬਲਿਕ ਟਰਾਂਸਪੋਰਟ ਦੇ ਸਿਸਟਮਸ ਨੇ ਜਿਵੇਂ ਬੱਸਾਂ ਨੇ, ਟ੍ਰੇਨਸ ਨੇ, ਜਿਹਦੇ ਵਿੱਚ ਮਤਲਬ ਸਾਰੇ ਸਿਟੀਜ਼ਨਸ ਹੀ ਟਰੈਵਲ ਕਰਦੇ ਨੇ, ਔਰਤਾਂ ਵੀ ਟਰੈਵਲ ਕਰਦੀਆਂ ਨੇ, ਪਰ ਉਹਦੇ ਕੀ ਮਾਇਨੇ ਨੇ ਉੱਥੇ ਉਸ ਜਗ੍ਹਾ 'ਤੇ ਹੋਣ ਦੇ, ਉਹਨੂੰ
ਉਸ ਮਤਲਬ ਪਹਿਲਾਂ ਤਾਂ ਇਹੀ ਜਨਤਕ ਥਾਵਾਂ ਦੇ ਵਿੱਚ ਮੈਂ ਬਾਅਦ 'ਚ ਆਉਂਦੀ ਹਾਂ ਕਿ ਮਤਲਬ ਔਰਤਾਂ ਕਿੰਨੀ ਕੁ ਸਪੇਸ ਉਹਦੇ 'ਚ ਲੈਂਦੀਆਂ ਨੇ। ਪਹਿਲਾਂ ਇਹੀ ਗੱਲ ਕਰ ਲੈਂਦੇ ਹਾਂ ਕਿ ਇਹ ਜਨਤਕ ਥਾਵਾਂ ਇਹ ਵਾਲੀਆਂ ਲਾਰਜਲੀ ਜਿਹੜੀਆਂ ਉਹਦੇ 'ਚ ਆਉਂਦੀਆਂ ਨੇ ਕਿ ਲਾਈਕ ਬੱਸ ਸਟਾਪ ਹੋ ਗਿਆ, ਰੇਲਵੇ ਸਟੇਸ਼ਨ ਹੋ ਗਿਆ ਜਾਂ ਫਿਰ ਕੁਛ ਹੋਰ ਸਪੇਸਿਸ ਨੇ। ਮੈਂ ਇਹਦੇ ਤੇ ਬਾਅਦ ਵਿੱਚ ਥੋੜ੍ਹਾ ਜਿਹਾ ਲਾਈਕ ਮਾਲ ਕਲਚਰ ਤੇ ਔਰ ਉਹਦੇ ਤੇ ਵੀ ਗੱਲ ਕਰੂੰਗੀ, ਬਟ ਮੇਰਾ ਇੱਥੇ ਥੋੜ੍ਹਾ ਜਿਹਾ ਡਿਫਰੈਂਟ ਵਿਊ ਹੈਗਾ ਕਿ ਮੈਂ ਇਹਨੂੰ ਪਬਲਿਕ ਸਪੇਸ ਦੇ ਲਾਰਜਲੀ ਉਹਦੇ 'ਚ ਨਾ ਲਿਆ ਕੇ ਉਹਨੂੰ ਥੋੜ੍ਹਾ ਜਿਹਾ ਡਿਫਰੈਂਟ ਤਰੀਕੇ ਨਾਲ ਮੈਂ ਗੱਲ ਰੱਖੂੰਗੀ, ਤਾਂ ਮੈਂ ਉਹਦੇ ਤੇ ਬਾਅਦ 'ਚ ਆਊਂਗੀ। ਤਾਂ ਅੱਛਾ, ਇੱਕ ਹੋਰ ਹੈਗਾ ਕਿ ਜਨਤਕ ਥਾਂ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਤਾਂ ਕੋਈ ਪਿੰਡ, ਸ਼ਹਿਰ, ਕਸਬਾ, ਗਲੀ, ਮੁਹੱਲਾ ਉਹ ਆਪਣੇ ਆਪ ਨੂੰ ਉੱਥੋਂ ਦੇ ਰਹਿਣ ਵਾਲੇ ਨਾਗਰਿਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜੋੜਦਾ ਹੈਗਾ। ਮਤਲਬ ਕਿ ਅਸੀਂ ਇੱਕ ਪਿੰਡ ਵਿੱਚ ਰਹਿੰਦੇ ਹੋਏ, ਇੱਕ ਸ਼ਹਿਰ 'ਚ ਰਹਿੰਦੇ ਹੋਏ, ਕਿਸੇ ਕਸਬੇ ਤੇ ਕਿਸੇ ਗਲੀ 'ਚ ਰਹਿੰਦੇ ਹੋਏ, ਕਿ ਅਸੀਂ ਉਸ ਦੇ ਨਾਲ ਕੋਈ ਬਿਲੋਂਗਿੰਗ ਮਹਿਸੂਸ ਕਰਦੇ ਹਾਂ। ਬਿਲੋਂਗਿੰਗ ਤੋਂ ਮੇਰਾ ਮਤਲਬ ਇਹ ਨਹੀਂਗਾ ਕਿ ਸਾਰਾ ਪਿਆਰ ਜਿਹੜਾ ਸਾਡੀ ਜਾਂ ਸਾਡੀ ਐਸੋਸੀਏਸ਼ਨ ਜਿਹੜੀ ਸਿਰਫ ਸਾਡੇ ਵੱਲੋਂ ਆਵੇ, ਬਲਕਿ ਰੈਸੀਪਰੋਕਲ ਇਨ ਦਾ ਸੈਂਸ ਕਿ ਸਾਨੂੰ ਐਕਨੋਲੇਜ ਕੀਤਾ ਜਾਂਦਾ ਉੱਥੇ, ਸਾਡੀ ਐਕਸੈਪਟੈਂਸ ਹੈਗੀ ਆ ਉੱਥੇ। ਔਰ ਉਹ ਸਵਾਲ ਜਿਹੜਾ ਉਹ ਲਾਰਜਰ ਡੋਮੇਨ ਦੇ ਵਿੱਚ ਮੈਨੂੰ ਲੱਗਦਾ ਕਿ ਕਿਉਂਕਿ ਅੱਜ ਕੱਲ੍ਹ ਦੀ ਜਿਸ ਤਰੀਕੇ ਨਾਲ ਸਾਡੇ ਹਾਲਾਤ ਨੇ ਔਰ ਉਹਦੇ ਵਿੱਚ ਇਹ ਮੁੱਦੇ ਜਿਹੜੇ, ਇਹ ਸਵਾਲ ਜਿਹੜੇ ਨੇ ਉਹ ਬਹੁਤ ਲਾਰਜਲੀ ਐਡਰੈਸ ਵੀ ਹੋ ਰਹੇ ਨੇ ਔਰ ਉਹਨਾਂ ਨੂੰ ਪ੍ਰੋਬਲਮਟਾਈਜ਼ ਕੀਤਾ ਜਾ ਰਿਹਾ ਹੈਗਾ। ਅੱਛਾ, ਇੱਕ ਹੋਰ ਹੈਗਾ ਕਿ ਜਦੋਂ ਪਬਲਿਕ ਸਪੇਸ ਦੀ ਗੱਲ ਕਰਦੇ ਹੈਗੇ ਆ ਤਾਂ ਉਹਦੇ 'ਚ ਇੱਕ ਇੰਪੋਰਟੈਂਟ ਜਿਹੜਾ ਆਸਪੈਕਟ ਹੈਗਾ ਉਹ ਹੈਗਾ ਕਿ ਪਬਲਿਕ ਸਪੇਸ ਦੇ ਵਿੱਚ ਵੀ ਅਲੱਗ-ਅਲੱਗ ਹਾਇਰਾਰਕੀਜ਼ ਹੈਗੀਆਂ ਨੇ, ਚਾਹੇ ਉਹ ਡਿਫਰੈਂਟ ਇੰਸਟੀਟਿਊਸ਼ਨਸ ਹੋਣ ਸਾਡੀ ਸੁਸਾਇਟੀ ਦੇ ਆਪਣੇ ਉਹਦੇ ਤੇ, ਚਾਹੇ ਕਲਾਸ ਕਾਸਟ ਦੇ ਲੈਵਲ ਤੇ ਜੇਕਰ ਜੇ ਹਾਇਰਾਰਕੀਜ਼ ਹੈਗੀਆਂ ਨੇ ਮਤਲਬ ਸੁਸਾਇਟੀ ਦੇ ਵਿੱਚ, ਤਾਂ ਫਿਰ ਕੀ ਉਹ ਹਾਇਰਾਰਕੀਜ਼ ਜਿਹੜੀਆਂ ਨੇ ਉਹ ਪਬਲਿਕ ਸਪੇਸ ਨੂੰ ਕੋਈ ਵੀ ਜਾਣਾ, ਚਾਹੇ ਉਹ ਇੱਥੇ ਮੈਂ ਸਿਰਫ ਔਰਤਾਂ ਦੀ ਗੱਲ ਨਹੀਂ ਕਰ ਰਹੀ, ਕਿ ਕੋਈ ਵੀ ਜਾਣਾ, ਕੋਈ ਵੀ ਨਾਗਰਿਕ ਜਿਹੜਾ ਉਹਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਕੀ ਉਹ ਹਾਇਰਾਰਕੀਜ਼ ਜਿਹੜੀਆਂ ਨੇ ਉਸ ਐਕਸੈਸ ਕਰਨ ਨੂੰ, ਉਹਨੂੰ ਉੱਥੇ ਮੌਜੂਦਗੀ, ਉੱਥੇ ਹਿੱਸੇਦਾਰੀ ਕਰਨ 'ਚ, ਉੱਥੇ ਪਾਰਟਿਸਿਪੇਸ਼ਨ ਕਰਨ ਨੂੰ ਇਫੈਕਟ ਨਹੀਂ ਕਰਦਾ। ਉਹ ਕਰਦਾ, ਉਹ ਕਿਸ ਮਾਇਨੇ 'ਚ ਕਰਦਾ ਹੈਗਾ, ਸਾਡੇ ਲਈ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈਗਾ। ਤਾਂ ਲਿਟਰਲ ਸੈਂਸ ਦੇ ਵਿੱਚ ਇਹ ਬਣ ਜਾਂਦਾ ਕਿ ਕਿੰਨਾ ਕੁ ਅਸੀਂ ਵਿਚਰ ਸਕਦੇ ਹਾਂ ਉਸ ਇਹਨਾਂ ਜਿਨ੍ਹਾਂ ਜਗ੍ਹਾਵਾਂ ਦੇ ਮੈਂ ਨਾਮ ਲਏ ਨੇ, ਪਾਰਕਾਂ ਦੇ ਵਿੱਚ, ਗਲੀਆਂ 'ਚ, ਬਾਜ਼ਾਰ 'ਚ, ਮਾਲ 'ਚ ਜਾਂ ਹੋਰ ਉਹਦੇ 'ਚ ਘੁੰਮ ਸਕਦੇ ਹਾਂ, ਵਿਚਰ ਸਕਦੇ ਹਾਂ, ਆਪਣਾ ਕਲੇਮ ਕਰ ਸਕਦੇ ਹਾਂ ਕਿ ਇਹ ਸਾਡੀ ਜਗ੍ਹਾ। ਲਾਈਕ ਕਲੇਮ ਕਰਨ ਦੇ ਕਈ ਤਰੀਕੇ ਹੁੰਦੇ ਨੇ, ਬੋਡੀਲੀ ਲਾਈਕ ਫਿਜ਼ੀਕਲ ਫਾਰਮ ਜਾ ਕੇ ਅਸੀਂ ਬੋਡੀਲੀ ਆਪਣੀ ਉਹਦੇ ਨਾਲ ਕਲੇਮ ਕਰ ਸਕਦੇ ਹਾਂ ਕਿ ਨਹੀਂ। ਹੁਣ ਇਹਦੇ 'ਚ ਪਰ ਇੱਕ ਸਵਾਲ ਜਿਹੜਾ ਜਾਂ ਇੱਕ ਜਿਹੜਾ ਆਸਪੈਕਟ ਇਹਦੇ 'ਚ ਇੰਪੋਰਟੈਂਟ ਹੈਗਾ ਉਹ ਹੈਗਾ ਕਿ ਇਹ ਸਾਰੀਆਂ ਜਿਹੜੀਆਂ ਸਪੇਸਿਸ ਨੇ ਇਹ ਨਿਊਟਰਲ ਸਪੇਸਿਸ ਨਹੀਂ ਹੈਗੀਆਂ। ਨਿਊਟਰਲ ਤੋਂ ਭਾਵ ਮੇਰਾ ਇਹ ਹੈਗਾ ਕਿ ਇਹਨਾਂ ਸਾਰੀਆਂ ਸਪੇਸਿਸ ਨੂੰ ਸਾਰੇ ਜਣਿਆਂ ਦੀ ਬਰਾਬਰ ਦੀ ਹਿੱਸੇਦਾਰੀ ਨਹੀਂ ਹੈਗੀ, ਉਹਦੇ 'ਚ ਬਰਾਬਰ ਦੀ ਪਾਰਟਿਸਿਪੇਸ਼ਨ ਨਹੀਂ ਹੈਗੀ। ਲੈਟ ਅਸ ਟੇਕ ਐਨ ਐਗਜ਼ਾਮਪਲ ਕਿ ਮੈਂ ਪਿੰਡ ਤੇ ਸ਼ਹਿਰ ਦੋਨਾਂ ਦੀ ਹੀ ਐਗਜ਼ਾਮਪਲ ਦਿੰਦੀ ਹਾਂ। ਪਹਿਲਾਂ ਪਿੰਡ ਦੀ ਲਾ ਲੈਂਦੇ ਹਾਂ ਕਿ ਪਿੰਡ ਦੇ ਵਿੱਚ ਅਸੀਂ ਬਹੁਤ ਸਾਰੇ ਪਿੰਡਾਂ 'ਚ ਸੱਥਾਂ ਹੈਗੀਆਂ ਨੇ ਜਾਂ ਇੱਕ ਕਾਮਨ ਥਾਵਾਂ ਨੇ ਜਿੱਥੇ ਅਸੀਂ ਆਮ ਤੌਰ 'ਤੇ ਬੰਦਿਆਂ ਨੂੰ ਮੇਲ ਨੂੰ ਤਾਸ਼ ਖੇਡਦੇ ਹੋਏ, ਗੱਲਾਂ ਕਰਦੇ ਹੋਏ, ਸਿਆਸਤ 'ਤੇ, ਕ੍ਰਿਕਟ 'ਤੇ, ਫਿਲਮਾਂ 'ਤੇ ਜਾਂ ਵੈਸੇ ਆਮ ਤੌਰ 'ਤੇ ਗੱਪਸ਼ਪ ਕਰਦੇ ਹੋਏ ਦੇਖ ਲੈਂਦੇ ਹੈਗੇ ਹਾਂ। ਪਰ ਕੀ ਅਸੀਂ ਕਦੇ ਉਹ ਪਿੰਡ ਦੇ ਵਿੱਚ ਅਸੀਂ ਦੇਖਿਆ ਕਿ ਉਸੇ ਸੱਥ ਦੇ ਉਸੇ ਤਖਤ ਪੋਸ਼ 'ਤੇ ਕੋਈ 4 ਲੇਡੀਜ਼ ਬੈਠੀਆਂ ਵੀ ਗੱਲਾਂ ਕਰ ਰਹੀਆਂ ਨੇ? ਉਹ ਗੌਸਿਪਿੰਗ ਹੈ ਜਾਂ ਕੀ ਹੈ, ਮੈਂ ਉਹਦੀ ਅਲੱਗ ਡਿਬੇਟ ਆ, ਉਹਦੇ ਤੇ ਅਲੱਗ ਮੁੱਦਾ ਹੋ ਸਕਦਾ ਜਿਹਦੇ ਤੇ ਗੱਲ ਕਰਨੀ ਬਣਦੀ ਹੈਗੀ। ਬਟ ਪਹਿਲੀ ਤਾਂ ਇਹੀ ਸਵਾਲ ਹੈਗਾ ਨਾ ਕਿ ਕਿਸੇ ਇੱਕ ਜਗ੍ਹਾ ਤੇ ਜੁੜ ਬੈਠਣ ਦਾ ਜਿਹੜਾ ਸਪੇਸ ਹੈਗਾ, ਇੱਕ ਜਗ੍ਹਾ ਤੇ ਜੁੜ ਕੇ ਬੈਠਣਾ, ਗੱਲ ਕਰਨੀ, ਉੱਥੇ ਵਿਚਰਨਾ ਔਰ ਉਹਦੇ ਤੇ ਵੀ ਲਾਈਕ ਸਿਆਸਤ ਤੇ ਗੱਲ ਕਰਨੀ ਜਾਂ ਕ੍ਰਿਕਟ ਤੇ ਜਾਂ ਗੱਪਸ਼ਪ ਕਰਨੀ ਜਾਂ ਸਿਰਫ ਇਕੱਠੇ ਹੋ ਕੇ ਚਾਹ ਪੀਣੀ ਜਾਂ ਕੁਛ ਬੁਣ ਲੈਣਾ ਜਾਂ ਕੁਛ ਖਾਣੇ ਦੀ ਵੀ ਗੱਲ ਕਰ ਲੈਣੀ। ਪਰ ਕੀ ਉਹ ਸਪੇਸ ਉਸ ਸੱਥ ਦੇ ਵਿੱਚ ਔਰਤ ਲਈ ਐਗਜ਼ਿਸਟ ਕਰਦੀ ਹੈਗੀ ਆ? ਦੂਜੀ ਜਿਹੜੀ ਹੈਗੀ ਆ ਕਿ ਸ਼ਹਿਰਾਂ ਦੇ ਵਿੱਚ ਅਸੀਂ ਆਮ ਤੌਰ 'ਤੇ ਜਦੋਂ ਕਮਿਊਟ ਕਰ ਰਹੇ ਹੋਈਏ ਤੇ ਜਾਂ ਅਸੀਂ ਵੈਸੇ ਤੁਰ ਕੇ ਵੀ ਅਗਰ ਅਸੀਂ ਗੱਲ ਕਰੀਏ, ਅੱਛਾ ਇਹਦੇ 'ਚ ਇੱਕ ਤੁਰਨਾ ਵੀ ਸ਼ਾਮਿਲ ਹੈਗਾ ਕਿ ਵਾਕ ਦਾ ਜਿਹੜਾ ਪਰਪਜ਼ਲੈਸਲੀ ਤੇ ਪਰਪਜ਼ਫੁਲੀ ਵਾਕ ਦਾ ਕੀ ਮਤਲਬ ਹੈਗਾ। ਮੈਂ ਥੋੜ੍ਹਾ ਜਿਹਾ ਉਹਦੇ 'ਤੇ ਟੱਚ ਕਰੂੰਗੀ, ਪਰ ਵਾਪਸ ਆਉਂਦੇ ਹੋਏ ਕਿ ਜਦੋਂ ਸ਼ਹਿਰਾਂ ਦੇ ਵਿੱਚ ਅਸੀਂ ਕਮਿਊਟ ਕਰ ਰਹੇ ਹੋਈਏ ਤਾਂ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਦਰਖਤ ਦੇ ਥੱਲੇ ਕੋਈ ਬਾਰਬਰ ਹੈਗਾ ਜਿਹਦੇ ਤੋਂ ਇੱਕ ਬੰਦਾ ਵਾਲ ਕਟਾ ਰਿਹਾ ਜਾਂ ਫਿਰ ਸ਼ੇਵ ਕਰਾ ਰਿਹਾ, ਠੀਕ ਹੈ। ਕੀ ਅਸੀਂ ਇਮੈਜਿਨ ਕੀਤਾ ਕਿ ਕਦੇ ਕੋਈ ਔਰਤ ਉੱਥੇ ਬੈਠ ਕੇ ਵਾਲ, ਮਤਲਬ ਮੈਂ ਵਾਲ ਕਟਾਉਣੇ ਹੋਣ ਮੈਂ ਜਾ ਕੇ ਉੱਥੇ ਵਾਲ ਕਟਾਵਾਂ? ਔਰ ਨਹੀਂ ਕਰਦੇ ਨਾ। ਔਰ ਮੈਂ ਜਦੋਂ ਕਹਿ ਰਹੀ ਹੈਗੀ ਹਾਂ ਤਾਂ ਸ਼ਾਇਦ ਬਹੁਤ ਸਾਰੇ ਜਾਣੇ ਮੇਰੀ ਗੱਲ ਸੁਣ ਕੇ ਹੱਸ ਵੀ ਰਹੇ ਹੋਣਗੇ ਜਾਂ ਫਿਰ
ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਇਹ ਕਿਵੇਂ ਦੀ ਵੀਅਰਡ ਤੇ ਸਟ੍ਰੇਂਜ ਗੱਲ ਹੈਗੀ ਹੈ ਕਿ ਇਹ ਐਵੇਂ ਥੋੜੀ ਹੁੰਦਾ ਹੈ। ਮਤਲਬ ਉਹ ਕਿਉਂ ਨਹੀਂ ਹੁੰਦਾ? ਕਿਉਂਕਿ ਉਹ ਸਾਡੀ ਇਮੈਜੀਨੇਸ਼ਨ ਦਾ ਹਿੱਸਾ ਵੀ ਨਹੀਂ ਬਣਦਾ, ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਉਹ ਉਹਨਾਂ ਸਪੇਸਿਸ ਤੋਂ ਗਾਇਬ ਰਹਿਣ ਦਾ ਮਤਲਬ ਇੱਥੇ ਮੇਰਾ ਮਤਲਬ ਸਿਰਫ ਇੰਨੇ ਤੱਕ ਲੈ ਕੇ ਆਉਣ ਦਾ ਨਹੀਂ ਹੈਗਾ ਕਿ ਉੱਥੇ ਬੈਠ ਕੇ ਸਿਰਫ ਉਹ ਵਾਲੀ ਘਟਾ ਸਕਦੀਆਂ ਨੇ ਜਾਂ ਸੱਥ ਵਿੱਚ ਬੈਠ ਕੇ ਤਾਸ਼ ਜਾਂ ਕ੍ਰਿਕਟ ਤੇ ਜਾਂ ਕਿਸੇ ਸਿਆਸਤ ਤੇ ਗੱਲ ਕਰ ਸਕਦੀਆਂ ਨੇ। ਮਤਲਬ ਉੱਥੇ ਹੋਰ ਸਾਰੇ ਬਹੁਤ ਸਾਰੇ ਪਬਲਿਕ ਸਪੇਸ ਨੇ ਜਿਨ੍ਹਾਂ ਦੇ ਵਿੱਚ ਸ਼ਾਇਦ ਔਰਤ ਦੀ ਬਰਾਬਰੀ ਦੇ ਵਿੱਚ ਵਿਚਰਨ ਦੇ ਮੌਕੇ ਦੀ ਗੱਲ ਕਰਨੀ ਸਾਡੀ ਇਮੈਜੀਨੇਸ਼ਨ ਦਾ ਹਿੱਸਾ ਨਹੀਂ ਬਣਦਾ। ਕਿਉਂ ਨਹੀਂ ਬਣਦਾ? ਕਿਉਂਕਿ ਸਾਨੂੰ ਇਹ ਲੱਗਦਾ ਕਿ ਨੋਰਮਲਾਈਜ਼ ਚੀਜ਼ ਆਹੀ ਹੈਗੀ ਆ ਕਿ ਔਰਤਾਂ ਘਰੇ ਹੀ ਰਹਿੰਦੀਆਂ ਨੇ ਤੇ ਉਹ ਸਪੇਸ ਜਿਹੜੀ ਹੈਗੀ ਉਹ ਕਿਸੇ ਹੋਰ ਲਈ ਹੈਗੀ ਆ। ਮਤਲਬ ਉਹ ਇਹਨਾਂ ਲਈ ਨਹੀਂ ਹੈਗੀ। ਇਹਨਾਂ ਨੇ ਮਤਲਬ ਘਰ 'ਚ ਰਹਿ ਕੇ ਉਹ ਜਿੰਨਾ ਗੱਲ ਕਰ ਸਕਦੀਆਂ ਨੇ ਉਹ ਕਰ ਸਕਣ ਤਾਂ ਸਾਡੇ ਅਸੀਂ ਤਸੱਵਰ ਨਹੀਂ ਕਰਦੇ ਉਸ ਉੱਥੇ ਕਿ ਔਰਤ ਜਿਹੜੀ ਹੈਗੀ ਆ ਉਹ ਖੁੱਲ੍ਹ ਕੇ ਵਿਚਰ ਸਕਦੀ ਹੈਗੀ ਆ। ਹੁਣ ਜੇ ਮੈਂ ਇਹ ਕਹਾਂ ਕਿ ਅਸੀਂ ਇਹਨਾਂ ਸਪੇਸਿਸ ਨੂੰ ਇਮੈਜਿਨ ਕਰੀਏ ਕਿ ਜਿੱਥੇ ਖੁੱਲ੍ਹ ਕੇ ਔਰਤਾਂ ਉਵੇਂ ਵਿਚਰ ਰਹੀਆਂ ਨੇ ਤਾਂ ਹਕੀਕਤ ਜਿਹੜੀ ਆ ਉਹਦੇ ਤੋਂ ਥੋੜ੍ਹਾ ਕੰਟਰਾਡਿਕਟਰੀ ਹੈਗੀ ਹੈ। ਕਿਉਂਕਿ ਜਦੋਂ ਸਪੇਸ ਨੂੰ ਵੀ ਐਕਸੈਸ ਕਰਨਾ ਹੈ, ਜਦੋਂ ਇੱਕ ਜਨਤਕ ਥਾਂ ਦੀ ਮੈਂ ਗੱਲ ਕਰਾਂ ਜਿਵੇਂ ਸੜਕਾਂ, ਬਾਜ਼ਾਰ, ਧਾਰਮਿਕ ਸਥਾਨ ਹੋ ਗਏ ਨੇ ਜਾਂ ਫਿਰ ਕੋਈ ਵੀ ਇੱਕ ਇਹਦੀ ਬੱਸ ਸਟਾਪ ਜਾਂ ਫਿਰ ਉਹ ਜਿੱਥੇ ਔਰਤਾਂ ਦੀ ਮੌਜੂਦਗੀ ਤਾਂ ਹੈਗੀ ਆ। ਮਤਲਬ ਕੋਈ ਮੈਨੂੰ ਇਹ ਸਵਾਲ ਕਰ ਸਕਦਾ ਯਾਰ ਕਿ ਅਸੀਂ ਮਾਰਕੀਟ ਜਾਂਦੇ ਹਾਂ ਔਰ ਉੱਥੇ ਅਸੀਂ ਦੇਖਦੇ ਹਾਂ ਕਿ ਉੱਥੇ ਤਾਂ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਨੇ, ਉਹ ਸਬਜ਼ੀ ਵੀ ਖਰੀਦ ਲਈਆਂ ਹੁੰਦੀਆਂ ਨੇ, ਉਹ ਕੱਪੜਿਆਂ ਦੀ ਸ਼ਾਪਿੰਗ ਵੀ ਕਰ ਰਹੀਆਂ ਹੁੰਦੀਆਂ ਨੇ, ਉਹ ਬੈਠੀਆਂ ਵੀ ਹੁੰਦੀਆਂ ਨੇ, ਉਹ ਗੱਲ ਵੀ ਕਰ ਰਹੀਆਂ ਹੁੰਦੀਆਂ ਨੇ। ਜਾਂ ਪਰ ਮੇਰਾ ਜਿਹੜਾ ਉਹਦੇ 'ਚ ਨਾਲ ਸਵਾਲ ਇਹ ਹੈਗਾ ਕਿ ਇੱਕ ਤਾਂ ਇਹ ਹੁੰਦਾ ਕਿ ਤੁਸੀਂ ਉਹਨਾਂ ਦੀ ਪ੍ਰੈਜ਼ੈਂਸ ਦੇਖਦੇ ਹੋ ਉੱਥੇ ਕਿ ਉਹ ਹਾਂਜੀ ਉਹ ਸਬਜ਼ੀ ਖਰੀਦ ਕੇ ਆ ਰਹੀਆਂ ਨੇ ਤੇ ਹੋ ਗਿਆ। ਦੂਜੀ ਇਹ ਹੈਗਾ ਕਿ ਉਸ ਸਪੇਸ ਦੇ ਵਿੱਚ ਉਹਦੀ ਪਾਰਟਿਸਿਪੇਸ਼ਨ ਕਿੰਨੀ ਹੈਗੀ ਆ, ਹਿੱਸੇਦਾਰੀ ਕਿੰਨੀ ਹੈਗੀ ਆ। ਜਦੋਂ ਅਸੀਂ ਹਿੱਸੇਦਾਰੀ ਦੇ ਸਵਾਲ ਤੇ ਆਉਂਦੇ ਹਾਂ ਤਾਂ ਉਸ ਸਵਾਲ ਦੇ ਪਿੱਛੇ ਇਹ ਧਾਰਨਾ ਕੰਮ ਕਰਦੀ ਹੈਗੀ ਹੈ ਕਿ ਔਰਤਾਂ ਜਨਤਕ ਥਾਵਾਂ ਤੇ ਬਾਹਰ ਨਿਕਲਣ ਦਾ ਕੋਈ ਨਾ ਕੋਈ ਇੱਕ ਪਰਪਸ ਹੁੰਦਾ ਹੈਗਾ। ਮਤਲਬ ਉਹਦੇ 'ਚ ਕਿ ਜੇਕਰ ਕੋਈ ਬਾਹਰ ਨਿਕਲੀ ਹੈ ਤਾਂ ਮੇਬੀ ਇਹ ਗਰੋਸਰੀ ਸਟੋਰ ਤੇ ਜਾ ਰਹੀ ਹੈ, ਮੇਬੀ ਇਹ ਕੋਈ ਹੋਰ ਸਮਾਨ ਲੈਣ ਜਾ ਰਹੀ ਹੈ, ਬੁੱਕ ਸ਼ਾਪ ਤੇ ਜਾ ਰਹੀ ਹੈ, ਫਿਲਮ ਦੇਖਣ ਜਾ ਰਹੀ ਹੈ ਜਾਂ ਫਿਰ ਕਿਸੇ ਲਾਇਬ੍ਰੇਰੀ ਪੜ੍ਹਨ ਦੇ ਲਈ ਜਾ ਰਹੀ ਹੈਗੀ ਆ। ਕੋਈ ਵੀ ਕਿਸੇ ਵੀ ਤਰੀਕੇ ਦਾ ਪਰਪਸ ਹੋ ਸਕਦਾ ਤੇ ਜਦੋਂ ਹੀ ਉਹ ਕੰਮ ਉਹਦਾ ਪੂਰਾ ਹੋ ਜਾਊਗਾ, ਉਹ ਕੰਮ ਕਰ ਲੂਗੀ ਤਾਂ ਉਹ ਆਪਣੀ ਘਰ ਦੀ ਹੋਸਟਲ ਦੀ ਪੀਜੀ ਦੀ ਜਾਂ ਜਿੱਥੇ ਵੀ ਕਿਤੇ ਉਹ ਰਹਿ ਰਹੀ ਹੈਗੀ ਆ ਉਸ ਜਿਹੜੀ ਸੁਰੱਖਿਅਤ ਚਾਰ ਦੀਵਾਰੀ ਕ੍ਰੀਏਟ ਕੀਤੀ ਗਈ ਆ ਉਹਦੇ 'ਚੋਂ ਵਾਪਸ ਚਲੇ ਜਾਊਗੀ। ਇੱਥੇ ਮੈਂ ਕੁਝ ਐਗਜ਼ਾਮਪਲਸ ਦੇਣਾ ਚਾਹੂੰਗੀ। ਜਿਵੇਂ ਪਹਿਲੀ ਹੈਗਾ ਕਿ ਇਵੇਂ ਦੇ ਇਮੇਜਸ ਸਾਡੇ ਅੱਗੇ ਹੁੰਦੇ ਦੇਖਦੇ ਹੈਗੇ ਆ। ਮਤਲਬ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਪੰਜਾਬ ਦੀਆਂ 2-3 ਯੂਨੀਵਰਸਿਟੀਜ਼ ਦੇ ਵਿੱਚ ਦਾ ਹੁਣ ਮੈਨੂੰ ਐਕਸਪੀਰੀਅੰਸ ਦੇਖਿਆ ਮੈਂ ਤੇ ਜਾਂ ਫਿਰ ਈਵਨ ਕਿਉਂਕਿ ਮੈਂ ਪਿੰਡ ਤੋਂ ਹਾਂ ਤਾਂ ਮੈਂ ਪਿੰਡ ਦੇ ਵਿੱਚ ਵੀ ਦੇਖਿਆ ਔਰ ਸ਼ਹਿਰ ਦੇ ਵਿੱਚ ਵੀ ਕਿ ਜਦੋਂ ਇੱਕ ਲਾਈਕ ਸਪੋਜ਼ ਪਾਰਕ ਦੇ ਵਿੱਚ ਕੋਈ ਵਾਕ ਕਰ ਰਿਹਾ, ਕੋਈ ਕੁੜੀ ਵਾਕ ਕਰ ਰਹੀ ਹੈ ਤਾਂ ਉਹਨੇ ਹੈੱਡਫੋਨਸ ਲਗਾਏ ਹੁੰਦੇ ਨੇ ਔਰ ਉਹ ਮਿਊਜ਼ਿਕ ਸੁਣ ਰਹੀ ਹੁੰਦੀ ਆ। ਕੋਈ ਲੜਕੀ ਬੱਸ ਸਟੈਂਡ ਤੇ ਬੱਸ ਸਟਾਪ ਤੇ ਬੱਸ ਦੀ ਵੇਟ ਕਰ ਰਹੀ ਹੈਗੀ ਆ ਤਾਂ ਮਤਲਬ ਉਹ ਉੱਥੇ ਵੀ ਇੰਨਾ ਕੌਨਸ਼ੀਅਸ ਹੋ ਕੇ ਆਪਣੇ ਆਪ ਨੂੰ ਬਿਜ਼ੀ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਜਾਂ ਬਿਜ਼ੀ ਦਿਖਾਉਣ ਦੀ ਇਸ ਕੋਸ਼ਿਸ਼ 'ਚ ਹੁੰਦੀ ਹੈ ਕਿ ਉਹਦੀ ਉੱਥੇ ਪ੍ਰੈਜ਼ੈਂਸ ਨੂੰ ਔਡ ਨਾ ਸਮਝਿਆ ਜਾਵੇ। ਮਤਲਬ ਕੋਈ ਵੀ ਸਮਝੂਗਾ ਕਿ ਹਾਂਜੀ ਇਹ ਬੱਸ ਦੀ ਵੇਟ ਕਰ ਰਹੀ ਹੈਗੀ ਆ। ਉਹ ਇੱਕ ਉਹਦੇ 'ਚ ਨੈਰੇਟਿਵ ਜਿਹੜਾ ਹੈਗਾ ਉਹ ਐਗਜ਼ਿਸਟ ਕਰਦਾ ਹੈਗਾ। ਹੁਣ ਇੱਕ ਇਹ ਆ ਗਿਆ। ਦੂਜਾ ਜਿਹੜਾ ਕਿ ਲਾਈਕ ਜਿਵੇਂ ਈਵਨ ਪਲੇਗਰਾਊਂਡ ਦੇ ਵਿੱਚ ਵੀ ਜਿਵੇਂ ਜੋਗਿੰਗ ਕਰਨ ਲਈ ਤੁਸੀਂ ਜਾਓ ਉੱਥੇ ਤੁਸੀਂ ਦੇਖਦੇ ਹੋ ਕਿ ਲਾਰਜਲੀ ਇੱਕ ਉਹ ਜਿਹੜਾ ਆਊਟਸਾਈਡ ਵਰਲਡ ਹੈਗਾ ਉਹਦੇ ਤੋਂ ਬਿਨਾਂ ਤੁਸੀਂ ਆਪਣੇ ਹੈੱਡਫੋਨਸ ਨਾਲ ਚਾਹੇ ਤੁਸੀਂ ਪੋਡਕਾਸਟ ਸੁਣ ਰਹੇ ਹੋ, ਚਾਹੇ ਤੁਸੀਂ ਗਾਣੇ ਸੁਣ ਰਹੇ ਹੋ, ਕੁਛ ਵੀ ਸੁਣ ਰਹੇ ਹੋ, ਉਹਦੇ ਨਾਲ ਤੁਸੀਂ ਬਾਹਰ ਦੀ ਦੁਨੀਆ ਨੂੰ ਸ਼ਟ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਉਹਦੇ ਤੋਂ ਅਲੱਗ ਕਰਕੇ ਆਪਣੀ ਹੀ ਦੁਨੀਆ 'ਚ ਜੋਗਿੰਗ ਕਰ ਰਹੇ ਹੋ ਜਾਂ ਵਾਕ ਕਰ ਰਹੇ ਹੋ ਔਰ ਤੁਰ ਫਿਰ ਰਹੇ ਹੋ। ਲੇਕਿਨ ਕਿ ਉੱਥੇ ਹੁਣ ਉਹ ਜਿਹੜੀ ਮਾਇਨੇ ਉਸ ਚੀਜ਼ ਨੂੰ ਡਿਟਰਮਿਨ ਤਾਂ ਕਰਦਾ ਨਾ ਕਿ ਉਸ ਪਬਲਿਕ ਸਪੇਸ ਦੇ ਹੋਣ ਦੇ ਬਾਵਜੂਦ ਵੀ ਤੁਹਾਡੀ ਪਾਰਟਿਸਿਪੇਸ਼ਨ ਉਸ ਸਪੇਸ ਦੇ ਨਾਲ ਤੁਹਾਡੀ ਇੰਗੇਜਮੈਂਟ ਜਿਹੜੀ ਹੈਗੀ ਆ ਉਹ ਇੱਕ ਡਿਫਰੈਂਟ ਸੈਂਸ ਦੇ ਵਿੱਚ ਰਹਿੰਦੀ ਹੈਗੀ ਆ। ਤੀਸਰਾ ਜਿਹੜਾ ਈਵਨ ਲਾਈਕ ਜਿਵੇਂ ਕਾਫੀ ਸ਼ਾਪਸ ਤੇ ਜਾਣ ਦਾ ਵੀ ਜਾਂ ਸਕੂਲ ਯੂਨੀਵਰਸਿਟੀ ਤੇ ਕਾਲਜਸ ਦੀ ਵੀ ਐਗਜ਼ਾਮਪਲ ਅਸੀਂ ਲੈ ਲਈਏ ਤਾਂ ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਦੇਖਿਆ ਸੀਗਾ ਕਿ ਸਟੂਡੈਂਟ ਸੈਂਟਰ ਦੇ ਉੱਪਰ ਕੋਈ ਵੀ ਅਗਰ ਕੰਮ ਕਰ ਰਿਹਾ ਮਤਲਬ ਜਾਂ ਤਾਂ ਉਹ ਆਪਣੇ ਆਪ ਨੂੰ ਬਿਜ਼ੀ ਦਿਖਾਉਣਗੇ ਕਿ ਉਹਨੇ ਲੈਪਟਾਪ ਤੇ ਕੁਝ ਕੰਮ ਕਰ ਰਿਹਾ, ਚਾਹ ਪੀਣ ਆਉਣਗੇ ਉਹ ਚਾਹ ਪੀ ਕੇ ਚਲੇ ਜਾਣਗੇ ਐਂਡ ਦੈਨ ਔਰ ਲੇਕਿਨ ਉੱਥੇ ਉਸ ਸਪੇਸ ਨੂੰ ਕਲੇਮ ਕਰਨ ਦਾ ਜਿਹੜਾ ਹੈਗਾ ਆਈਡੀਆ ਹੈਗਾ ਉਹ ਸ਼ਾਇਦ ਮਤਲਬ ਗੱਲ ਹੋਣੀ ਸ਼ੁਰੂ ਹੋਈ ਆ ਲੇਕਿਨ ਉਹਨੂੰ ਉਸ ਦੇ ਉੱਪਰ ਹੋਰ ਜ਼ਿਆਦਾ ਉਹਦੀ ਇੰਗੇਜਮੈਂਟ ਉਹਦੇ ਨਾਲ ਕਿਸ ਤਰੀਕੇ ਨਾਲ ਉਹਨੂੰ ਉਹਦੇ ਨਾਲ
ਉਸ ਟੌਪਿਕ ਤੇ ਗੱਲ ਹੋ ਸਕਦੀ ਹੈਗੀ ਆ। ਆਈ ਥਿੰਕ ਉਹਦੇ 'ਚ ਹੋਰ ਸੰਭਾਵਨਾਵਾਂ ਜਿਹੜੀਆਂ ਨੇ ਉਹ ਕਾਫੀ ਸਾਰੀਆਂ ਬਚੀਆਂ ਹੋਈਆਂ ਨੇ। ਦੂਜਾ ਇੱਕ ਜਿਹੜੀ ਇਹਦੇ 'ਚ ਹੋਰ ਗੱਲ ਆਉਂਦੀ ਹੈ, ਜਿਵੇਂ ਬੱਸਿਸ ਤੇ ਟ੍ਰੇਨਸ ਦੇ ਵਿੱਚ ਵੀ ਟਰੈਵਲ ਕਰਦੇ ਹੋਏ ਕਰਨਾ, ਮਤਲਬ ਉਹ ਕੋਈ ਵੀ ਜਣਾ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰੂਗਾ ਕਿਸੇ ਵੀ ਤਰੀਕੇ ਨਾਲ, ਪਰ ਲੇਕਿਨ ਆਈ ਥਿੰਕ ਇਹਦੇ ਵਿੱਚ ਜਿਹੜੀ ਤੁਹਾਡੀ ਬਾਡੀ ਲੈਂਗੁਏਜ ਹੈਗੀ ਆ ਉਹ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿ ਤੁਹਾਡੀ ਕਿਸੇ ਸਪੇਸ ਦੇ ਨਾਲ ਕਿੰਨੀ ਕੁ ਫੈਮਿਲੈਰਿਟੀ ਹੈਗੀ ਆ। ਮਤਲਬ ਤੁਸੀਂ ਪਬਲਿਕ ਸਪੇਸ ਤੇ ਤੁਸੀਂ ਬੱਸ ਸਟੈਂਡ ਤੇ ਖੜੇ ਹੋ, ਜਾਂ ਤੁਸੀਂ ਕਾਫੀ ਸ਼ਾਪ ਤੇ ਹੋ, ਜਾਂ ਫਿਰ ਤੁਸੀਂ ਬਾਹਰ ਸੜਕ ਤੇ ਹੀ ਖੜੇ ਹੋ, ਜਾਂ ਤੁਸੀਂ ਕਿਸੇ ਵੀ ਹੋਰ ਇਹ ਜੀ ਪਬਲਿਕ ਸਪੇਸ ਤੇ ਹੈਗੇ ਹੋ, ਤਾਂ ਤੁਹਾਡੀ ਬਾਡੀ ਲੈਂਗੁਏਜ ਹੀ ਦੱਸ ਦਿੰਦੀ ਹੈ ਕਿ ਤੁਸੀਂ ਉਸ ਜਗ੍ਹਾ ਦੇ ਨਾਲ ਕਿੰਨੇ ਫੈਮਿਲੀਅਰ ਹੋ ਤੇ ਤੁਸੀਂ ਉਸ ਨਾਲ ਕਿਵੇਂ ਵਿਚਰਦੇ ਹੈਗੇ ਹੋ। ਤੇ ਇਹ ਔਰਤਾਂ ਦੇ ਕੇਸ ਦੇ ਵਿੱਚ ਹੋਰ ਵੀ ਜ਼ਿਆਦਾ ਉਸ ਆਉਂਦਾ ਕਿ ਉਹ ਬਾਡੀ ਲਈ ਬਹੁਤ ਕੌਨਸ਼ੀਅਸ ਹੋ ਜਾਂਦੀਆਂ ਨੇ, ਬਾਡੀ ਲਈ ਕੌਨਸ਼ੀਅਸ ਹੋ ਕੇ ਹੀ ਉਸ ਜਗ੍ਹਾ ਦੇ ਉੱਪਰ ਗੱਲ ਕਰਦੀਆਂ ਨੇ। ਹੁਣ ਇਹਦੇ 'ਚ ਇੱਕ ਜਿਹੜਾ ਇੰਪੋਰਟੈਂਟ ਉਹਦੇ ਮਤਲਬ ਆਸਪੈਕਟ ਹੈਗਾ ਉਹ ਉਹਦੇ 'ਚ ਹੈਗਾ ਕਿ ਪਬਲਿਕ ਸਪੇਸਿਸ ਦੇ ਵਿੱਚ ਕਿਹੜੇ-ਕਿਹੜੇ ਨੇ, ਜਿਵੇਂ ਮੈਂ ਪਹਿਲਾਂ ਨਾਮ ਲੈ ਦਿੱਤੇ ਨੇ, ਉਹਨਾਂ 'ਚ ਇੱਕ ਹੈਗਾ ਜਿਵੇਂ ਈਵਨ ਪਬਲਿਕ ਟਾਇਲਟਸ ਦੀ ਵੀ ਗੱਲ ਕਰਨੀ। ਮਤਲਬ ਬਹੁਤ ਸਾਰੇ ਸਪੇਸਿਸ ਨੇ, ਜਿਵੇਂ ਬਹੁਤ ਸਾਰੇ ਜਗ੍ਹਾਵਾਂ ਨੇ ਜਿੱਥੇ ਤਾਂ ਔਰਤਾਂ ਦੇ ਲਈ ਉਹ ਪਬਲਿਕ ਟਾਇਲਟਸ ਦੀ ਜਿਹੜੀ ਫੈਸਿਲਿਟੀ ਹੈ ਉਹ ਹੁੰਦੀ ਹੋਈ ਨਹੀਂ ਹੈਗੀ। ਈਵਨ ਇੱਥੋਂ ਤੱਕ ਕਿ ਲਾਈਕ ਯੂਨੀਵਰਸਿਟੀਜ਼ ਦੇ ਵਿੱਚ ਵੀ ਰਾਤ ਨੂੰ ਅਗਰ ਉਹਨੂੰ ਇਸ ਫੈਸਿਲਿਟੀ ਦਾ ਯੂਜ਼ ਕਰਨਾ ਹੈ ਤਾਂ ਉਹਦੇ ਤੇ ਗੱਲ ਜਾਂ ਉਹ ਫੈਸਿਲਿਟੀ ਯੂਜ਼ ਕਰਨ ਦੀ ਉਹਦੇ ਕੋਲੇ ਕੋਈ ਵੀ ਉਹਦੇ ਕੋਲੇ ਤਰੀਕਾ ਨਹੀਂ ਹੁੰਦਾ। ਦੂਸਰਾ, ਜਿਵੇਂ ਤੁਸੀਂ ਪੈਟਰੋਲ ਪੰਪ ਤੇ ਚਲੇ ਜਾਓ, ਜੇ ਉੱਥੇ ਲਾਰਜਲੀ ਤੁਹਾਨੂੰ ਦੇਖਣ ਨੂੰ ਇਹ ਮਿਲਦਾ ਹੈਗਾ ਕਿ ਔਰਤਾਂ ਦੇ ਜਿਹੜੇ ਵਾਸ਼ਰੂਮਸ ਨੇ ਉਹ ਬੰਦ ਕੀਤੇ ਹੁੰਦੇ ਨੇ, ਲੌਕ ਲੱਗੇ ਹੁੰਦੇ ਨੇ, ਤੇ ਫਿਰ ਉਹਦੀ ਚਾਬੀ ਲੈ ਕੇ ਤੁਸੀਂ ਉਹਦੇ ਤੋਂ ਉਹਨੂੰ ਯੂਜ਼ ਕਰ ਸਕਦੇ ਹੈਗੇ ਹੋ। ਹੁਣ ਜ਼ਿਕਰ ਛੇੜਿਆ ਹੈਗਾ ਤਾਂ ਮੈਂ ਪਬਲਿਕ ਸਪੇਸ ਦੇ ਵਿਜ਼ਾ ਵੀ, ਜਨਤਕ ਥਾਵਾਂ ਦੇ ਵਿਜ਼ਾ ਵੀ ਇੱਕ ਉਹ ਨੋਸ਼ਨ ਲੈ ਕੇ ਆਉਣਾ ਚਾਹੁੰਦੇ ਹਾਂ ਜਿੱਥੇ ਸਾਡੀ ਜਿਹੜੀ ਬਾਡੀ ਹੈਗੀ ਆ ਉਹਨੂੰ ਵੀ ਸ਼ੇਮ ਦੇ ਕਨਸੈਪਟ, ਉਹਨੂੰ ਵੀ ਸ਼ਰਮ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈਗਾ। ਲਾਈਕ ਜਿਵੇਂ ਔਰਤਾਂ ਨੂੰ ਮਾਹਵਾਰੀ ਆਉਂਦੀ ਆ, ਪ੍ਰੈਗਨੈਂਟ ਔਰਤਾਂ ਨੇ, ਜਾਂ ਫਿਰ ਓਵੂਲੇਸ਼ਨ ਦਾ ਪੀਰੀਅਡ ਹੈਗਾ, ਉਹ ਕੁਝ ਔਰਤਾਂ ਨੇ ਜਿਨ੍ਹਾਂ ਦੇ ਜਿਹੜੀਆਂ ਨਵੇਂ ਬੱਚੇ ਆਪਣੇ ਜੰਮੇ ਬੱਚੇ ਨੂੰ ਦੁੱਧ ਪਿਆ ਰਹੀਆਂ ਨੇ, ਕਿ ਕੀ ਅਸੀਂ ਮਤਲਬ ਸਾਡੇ ਅਗਰ ਮੈਂ ਹੁਣ ਕਿਸੇ ਨੂੰ ਕਹਾਂ ਵੀ ਕਿ ਤੁਸੀਂ ਇਮੈਜਿਨ ਕਰੋ, ਤਾਂ ਸਾਡੇ ਕੋਲੇ ਉਹ ਸਪੇਸਿਸ ਨਹੀਂ ਹੈਗੀਆਂ ਇਮੈਜਿਨ ਕਰਨ ਲਈ ਜਿਹੜੀਆਂ ਇਹਨਾਂ ਔਰਤਾਂ ਨੂੰ ਇਸੇ ਦੇ 'ਚ ਜਗ੍ਹਾ ਦੇਣ। ਠੀਕ ਹੈ, ਇਹਦੇ ਤੋਂ ਬਿਨਾਂ ਜਿਵੇਂ ਸਬਰੀਮਾਲਾ ਵਾਲਾ ਜਿਹੜਾ ਆਇਆ ਸੀਗਾ, ਮੈਂ ਇਹਨੂੰ ਇਸ ਨਾਲ ਜੋੜ ਰਹੀ ਹਾਂ ਵੀ ਕਿਉਂਕਿ ਸਾਡੇ ਜਿਹੜੇ ਉਹ ਬਾਈਨਰੀ ਹੈਗੀ ਆ ਸਫਾਈ ਤੇ ਗੰਦਗੀ ਦੀ, ਪਿਓਰਿਟੀ ਤੇ ਪੋਲਿਊਸ਼ਨ ਦੀ, ਕਿ ਔਰਤਾਂ ਦੀ ਜਿਹੜੀ ਬਾਡੀ ਫੰਕਸ਼ਨ ਹੈਗੇ ਆ ਉਹਨੂੰ ਸ਼ਰਮ ਦੇ ਨਾਲ ਇਸ ਤਰੀਕੇ ਨਾਲ ਜੋੜਿਆ ਜਾਂਦਾ ਹੈਗਾ ਕਿ ਉਹਨੂੰ ਪਬਲਿਕਲੀ ਡਿਸਕਸ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਔਰ ਫਿਰ ਉਸੇ ਤਰੀਕੇ ਨਾਲ ਉਹਨਾਂ ਦੀ ਕਿਸੇ ਵੀ ਜਗ੍ਹਾ ਨੂੰ ਪਹੁੰਚ ਤੇ ਉਹਦੀ ਹਿੱਸੇਦਾਰੀ 'ਚ ਉਹਦੀ ਮੌਜੂਦਗੀ ਤੇ ਸਵਾਲੀਆ ਚਿੰਨ੍ਹ ਵੀ ਲੱਗ ਜਾਂਦਾ, ਜਾਂ ਉਹਦੇ ਤੇ ਰੋਕ ਲੱਗ ਜਾਂਦੀ ਹੈ, ਤੇ ਜਾਂ ਫਿਰ ਉਹਨੂੰ ਕੁਝ ਸ਼ਰਤਾਂ ਦੇ ਤਹਿਤ ਕੰਡੀਸ਼ਨਲ ਐਕਸੈਸ ਉਸ ਸਪੇਸ ਦੀ ਦਿੱਤੀ ਜਾਂਦੀ ਹੈ। ਮੈਂ ਸਬਰੀਮਾਲਾ ਦਾ ਨਾਮ ਲਿਆ ਹੁਣੇ, ਉਹਦੇ 'ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ, ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋਈ। ਹੁਣ ਇੱਥੇ ਜਿਹੜਾ ਇਹ ਵਾਲਾ ਕਨਸੈਪਟ ਹੈਗਾ, ਮਤਲਬ ਸਬਰੀਮਾਲਾ ਇੱਕ ਐਗਜ਼ਾਮਪਲ ਹੈਗੀ ਆ, ਉਸ ਤੋਂ ਬਿਨਾਂ ਸਾਡੇ ਲਈ ਪਿੰਡਾਂ ਸ਼ਹਿਰਾਂ ਦੇ ਮੰਦਿਰਾਂ ਗੁਰਦੁਆਰਿਆਂ ਦੇ ਵਿੱਚ ਵੀ ਇਹ ਬਹੁਤ ਕਨਸੈਪਟ ਕੰਮ ਕਰਦਾ ਹੈ ਕਿ ਵੈਨ ਵਿਮਨ ਆਰ ਮੈਂਸਟਰੂਏਟਿੰਗ ਤਾਂ ਉਹ ਉਹਨਾਂ ਸਪੇਸਿਸ ਤੇ ਗੁਰਦੁਆਰਿਆਂ ਤੇ ਮੰਦਿਰਾਂ ਦੇ ਵਿੱਚ ਵੀ ਨਹੀਂ ਜਾਣਗੀਆਂ। ਹੁਣ ਇਹ ਜਦੋਂ ਤੁਸੀਂ ਇੱਕ ਸ਼ੇਮ ਦਾ ਇੱਕ ਕਨਸੈਪਟ ਜਿਹੜਾ ਉਹ ਔਰਤ ਦੇ ਸਰੀਰ ਦੇ ਨਾਲ ਜੋੜ ਦਿੱਤਾ ਹੈਗਾ, ਤਾਂ ਉਹ ਇੱਕ ਸਪੇਸ ਨੂੰ, ਇੱਕ ਜਨਤਕ ਥਾਂ ਤੇ ਹੋਣ ਦੀ ਮੌਜੂਦਗੀ ਤੇ ਉਹਦੀ ਪਾਰਟਿਸਿਪੇਸ਼ਨ ਨੂੰ ਉਹ ਬਹੁਤ ਤਰੀਕੇ ਨਾਲ ਡਿਟਰਮਿਨ ਕਰਦਾ ਹੈਗਾ। ਮਤਲਬ ਉਹ ਫਿਰ ਇਹਦਾ ਮਤਲਬ ਇਹ ਹੋ ਜਾਂਦਾ ਕਿ ਉਹਦੀ ਜਿਹੜੀ ਐਕਸੈਸ ਹੈਗੀ ਉਹਨੂੰ ਕੰਟੇਨ ਕਰਦਾ ਹੈਗਾ, ਉਹਦੇ ਤੇ ਰੈਸਟ੍ਰਿਕਸ਼ਨਸ ਲਾਉਂਦਾ ਹੈਗਾ ਕਿ ਉਹ ਕਿਸੇ ਹੱਦ ਤੱਕ ਹੀ ਉਸ ਜਗ੍ਹਾ ਨੂੰ ਅਪਰੋਚ ਕਰ ਸਕਦੀ ਹੈਗੀ ਆ। ਅੱਛਾ, ਇਹਦੇ ਤੇ ਥੋੜਾ ਜਿਹਾ ਮਤਲਬ ਵਾਪਸ ਉਹਦੇ ਤੇ ਆਉਣੇ ਹੈਗੇ ਆ ਕਿ ਜਿਹੜੀ ਮੈਂ ਪਿੱਛੇ ਥੋੜੀ ਜਿਹੀ ਗੱਲ ਕੀਤੀ ਸੀਗੀ ਪਬਲਿਕ ਤੇ ਪ੍ਰਾਈਵੇਟ ਵਾਲੀ, ਮੈਂ ਇਹਦੇ ਤੇ ਜਿਵੇਂ ਸਾਡੇ ਜਿਹੜੀਆਂ ਇਹਦੀਆਂ ਬਹੁਤ ਨੀਟ ਡਿਵੀਜ਼ਨਸ ਬਣੀਆਂ ਹੋਈਆਂ ਨੇ ਕਿ ਇੱਕ ਜੀ ਪਬਲਿਕ ਸਪੇਸ ਹੁੰਦੀ ਆ, ਇੱਕ ਜਿਹੜੀ ਪ੍ਰਾਈਵੇਟ ਸਪੇਸ ਹੁੰਦੀ ਹੈ, ਤੇ ਲਾਰਜਲੀ ਜਿਹੜਾ ਸਾਡੇ ਨੈਰੇਟਿਵ ਕੰਮ ਕਰਦਾ ਹੈਗਾ ਉਹ ਹੈਗਾ ਕਿ ਔਰਤਾਂ ਜਿਹੜੀਆਂ ਨੇ ਉਹਨਾਂ ਦੀ ਸਪੇਸ ਜਿਹੜੀ ਘਰ 'ਚ ਹੈਗੀ ਆ, ਤੇ ਮਰਦ ਜਿਹੜਾ ਹੈਗਾ ਉਹਦੀ ਸਪੇਸ ਬਾਹਰ ਹੈਗੀ ਆ, ਉਹ ਕੰਮ ਕਰਕੇ ਮਤਲਬ ਈਵਨ ਜਿਹੜੀਆਂ ਵਰਕਿੰਗ ਵਿਮਨ ਵੀ ਹੈਗੀਆਂ ਨੇ, ਮੈਂ ਉਹਦੇ ਤੇ ਵੀ ਲਾਉਂਗੀ ਕਿ ਜਿਹੜੀਆਂ ਔਰਤਾਂ ਕੰਮ ਵੀ ਕਰਦੀਆਂ ਨੇ ਬਾਹਰ, ਈਵਨ ਚਾਹੇ ਉਹ ਕਾਰਪੋਰੇਟ ਸੈਕਟਰ 'ਚ ਕਰ ਰਹੀਆਂ ਹੋਣ, ਟੀਚਿੰਗ ਜੋਬ ਹੋਵੇ, ਡਾਕਟਰ ਹੋਵੇ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਉਹ ਹੈਗੀਆਂ ਨੇ, ਤਾਂ ਉੱਥੇ ਇਹ ਲਾਈਕ ਇਹ ਆਈਡੀਆ ਕਿਵੇਂ ਕੰਮ ਕਰਦਾ ਹੈਗਾ ਪਬਲਿਕ ਤੇ ਪ੍ਰਾਈਵੇਟ ਦਾ। ਮਤਲਬ ਉਸ ਤੋਂ ਪਹਿਲਾਂ ਲੈਟ ਅਸ ਟੇਕ ਐਨ ਐਗਜ਼ਾਮਪਲ, ਤਾਂ ਮੈਂ ਫਿਰ ਥੋੜਾ ਜਿਹਾ ਲਾਈਕ ਉਹਦੇ ਥਿਓਰੈਟੀਕਲ ਐਂਗਲ ਤੇ ਜਾਣਾ ਚਾਹੂੰਗੀ। ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਘਰ ਹੁੰਦੇ ਸੀਗੇ, ਜਿਹੜਾ ਉਹਨਾਂ ਦੇ ਜਾਂ ਜਿਵੇਂ ਹੁਣ ਦੇ ਵੀ ਜਿਹੜੇ ਘਰ ਹੈਗੇ ਨੇ, ਉਹਨਾਂ ਦਾ ਜੇਕਰ ਅਸੀਂ ਘਰਾਂ ਦਾ ਡਿਜ਼ਾਈਨ ਦੇਖੀਏ,
ਆਰਕੀਟੈਕਚਰਲ ਡਿਜ਼ਾਈਨ ਉਹਨਾਂ ਦਾ ਦੇਖੇ ਤਾਂ ਮੈਨੂੰ ਯਾਦ ਹੈ ਕਿ ਜਦੋਂ ਔਰ ਈਵਨ ਹੁਣ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਤੁਹਾਡੇ ਘਰ ਦੀ ਬਿਲਡਿੰਗ ਜਿਹੜੀ ਆ ਉਹ ਇੱਕ ਸਾਈਡ ਤੇ ਰਹਿ ਜਾਂਦੀ ਆ ਤੇ ਗਲੀ ਦੇ ਨਾਲ ਜਿੱਥੇ ਤੁਹਾਡੇ ਘਰ ਦਾ ਦਰਵਾਜ਼ਾ ਹੈਗਾ ਉੱਥੇ ਨਾਲ ਇੱਕ ਬੈਠਕ ਹੁੰਦੀ ਸੀਗੀ ਜਾਂ ਹੁੰਦੀ ਹੈ ਜਾਂ ਹੈ ਕਈ ਜਗ੍ਹਾ ਤੇ ਹੁਣ ਵੀ ਹੈਗੀ ਆ ਉਹ ਬੈਠਕ ਦੇ ਵਿੱਚ ਬਾਹਰੋਂ ਕਿਸੇ ਨੇ ਆਉਣਾ ਹੈ ਔਰ ਲਾਰਜਲੀ ਜਿਵੇਂ ਕਿਸੇ ਅਣਜਾਣ ਬੰਦੇ ਨੇ ਮਰਦ ਨੇ ਆਉਣਾ ਹੈ ਤਾਂ ਉਹ ਬੈਠਕ 'ਚ ਬੈਠੂਗਾ ਔਰ ਉਹਦੇ ਨਾਲ ਗੱਲ ਹੋਗੀ ਔਰ ਉਹ ਉੱਥੋਂ ਹੀ ਚੱਲ ਜਾਂਦਾ ਕਿ ਉਸ ਮਤਲਬ ਉਹ ਜਿਹੜੀ ਕਨਵਰਸੇਸ਼ਨ ਹੈਗੀ ਆ ਉਹ ਸਿਰਫ ਘਰ ਦੇ ਬੰਦਿਆਂ ਤੱਕ ਮਰਦ ਤੱਕ ਹੀ ਸੀਮਿਤ ਰਹੂਗੀ ਉਹਨਾਂ ਦੀ ਲਾਈਕ ਔਰਤਾਂ ਦੇ ਨਾਲ ਉਵੇਂ ਗੱਲਬਾਤ ਵੀ ਨਹੀਂ ਹੁੰਦੀ ਈਵਨ ਜਿਹੜੇ ਹੁਣ ਦੇ ਸਾਡੇ ਮਤਲਬ ਡਰਾਇੰਗ ਰੂਮਸ ਵੀ ਹੈਗੇ ਨੇ ਜਿਹਨੂੰ ਗੈਸਟ ਰੂਮਸ ਵੀ ਅਸੀਂ ਕਹਿੰਦੇ ਆ ਉਹਦੇ ਦਰਵਾਜ਼ੇ ਉਹਦੀ ਜਿਹੜੀ ਡਿਵੀਜ਼ਨ ਉਹ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਲਾਈਕ ਉਹ ਜਿਹੜੀ ਪ੍ਰਾਈਵੇਟ ਤੇ ਪਬਲਿਕ ਦੀ ਜਿਹੜੀ ਕਿ ਬਾਹਰੋਂ ਕੋਈ ਆਇਆ ਹੈਗਾ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਸਾਡੇ ਘਰ ਦੀਆਂ ਔਰਤਾਂ ਕੌਣ ਨੇ ਕੀ ਨੇ ਉਹਨਾਂ ਦੀ ਸ਼ਕਲ ਨਹੀਂ ਦਿਖਣੀ ਚਾਹੀਦੀ ਮਤਲਬ ਮੈਨੂੰ ਯਾਦ ਆ ਰਿਹਾ ਇੱਕ ਆਰਗੂਮੈਂਟ ਕਿ ਅਸੀਂ ਡਰਾਇੰਗ ਰੂਮ ਦੇ ਵਿੱਚ ਆਪਣੀ ਫੋਟੋ ਨਹੀਂ ਲਗਾ ਸਕਦੇ ਬਿਕੋਜ਼ ਮਤਲਬ ਕਿਸੇ ਨੇ ਇਹ ਕਿਹਾ ਸੀ ਕਿ ਨਹੀਂ ਲਗਾ ਸਕਦੇ ਬਿਕੋਜ਼ ਉੱਥੇ ਅਣਜਾਣ ਬੰਦੇ ਸਟ੍ਰੇਂਜਰਸ ਆਉਂਦੇ ਨੇ ਤੇ ਐਂਡ ਦੇ ਵੁੱਡ ਲੁੱਕ ਐਟ ਕਿ ਸਾਡੇ ਘਰ ਦੀਆਂ ਔਰਤਾਂ ਕਿਵੇਂ ਦਿਖਦੀਆਂ ਨੇ ਹੁਣ ਇਹ ਜਿਹੜਾ ਆਰਗੂਮੈਂਟ ਹੈਗਾ ਆਈ ਮੀਨ ਇੱਥੇ ਹੁਣ ਇਹ ਹੈ ਤਾਂ ਇਹ ਪਬਲਿਕ ਤੇ ਪ੍ਰਾਈਵੇਟ ਦੀ ਡਿਵੀਜ਼ਨ ਪਰ ਉਹ ਪ੍ਰਾਈਵੇਟ ਵਿੱਚ ਵੀ ਉਸੇ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਇਹਨੂੰ ਇਸ ਆਰਗੂਮੈਂਟ ਨੂੰ ਮਤਲਬ ਪੱਕੇ ਪੈਰੀਂ ਕਰਨ ਦਾ ਬਹੁਤ ਕੰਮ ਕਰਦੀ ਹੈ ਕਿ ਹਾਂਜੀ ਔਰਤਾਂ ਤਾਂ ਘਰ ਰਹਿਣਗੀਆਂ ਔਰ ਉਹਨਾਂ ਦੀ ਅਸਲੀ ਜਗ੍ਹਾ ਜਿਹੜੀ ਹੈਗੀ ਉਹ ਘਰ ਹੈਗੀ ਆ ਚਾਹੇ ਉਹ ਜੌਬ ਵੀ ਕਰ ਰਹੀਆਂ ਹੁਣ ਇਹਦੇ 'ਚ ਮਤਲਬ ਮੈਂ ਥੋੜਾ ਜਿਹਾ ਅਗਰ ਪਿੱਛੇ ਜਾਵਾਂ ਤਾਂ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਦੋਂ ਵੈਲਥ ਲੋਕਾਂ ਦੇ ਕੋਲੇ ਜ਼ਿਆਦਾ ਵਧਿਆ ਧਨ ਉਹਨਾਂ ਕੋਲੇ ਪੈਸਾ ਜ਼ਿਆਦਾ ਆਉਣਾ ਸ਼ੁਰੂ ਹੋਇਆ ਤਾਂ ਉਹਦਾ ਇੱਕ ਨਤੀਜਾ ਇਹ ਵੀ ਨਿਕਲਿਆ ਸੀਗਾ ਕਿ ਇੱਕ ਪ੍ਰਾਈਵੇਟ ਡੋਮੈਸਟੀਕੇਟਡ ਸਪੇਸਿਸ ਬਣਾ ਦਿੱਤੇ ਗਏ ਜਿੱਥੇ ਔਰਤਾਂ ਜਿਹੜੀਆਂ ਸੀਗੀਆਂ ਉਹ ਘਰਾਂ ਤੱਕ ਰਹਿਣੀਆਂ ਸ਼ੁਰੂ ਹੋ ਗਈਆਂ ਪਰ ਉਹਦੇ ਨਾਲ ਇੱਕ ਹੋਰ ਵੀ ਸੀਗਾ ਕਿ ਜਿਵੇਂ ਫੈਕਟਰੀਜ਼ ਲੱਗਣੀਆਂ ਸ਼ੁਰੂ ਹੋਈਆਂ ਔਰ ਉਹਨਾਂ ਫੈਕਟਰੀਜ਼ ਦੇ ਵਿੱਚ ਕਿਉਂਕਿ ਤੁਹਾਨੂੰ ਲੇਬਰ ਔਰਤਾਂ ਨੂੰ ਘੱਟ ਦੇਣੀ ਪਊਗੀ ਕਿਉਂਕਿ ਡਿਵੀਜ਼ਨ ਜਿਹੜੀ ਉਸ ਤਰੀਕੇ ਦੀ ਵੇਜਿਸ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਇਸ ਕਰਕੇ ਔਰਤਾਂ ਜਿਹੜੀਆਂ ਫੈਕਟਰੀ 'ਚ ਵੀ ਕੰਮ ਕਰ ਰਹੀਆਂ ਨੇ ਪਰ ਹੁਣ ਇੱਥੇ ਕੀ ਹੈਗਾ ਕਿ ਉਹਦੇ ਨਾਲ ਇਹ ਆਰਗੂਮੈਂਟ ਵੀ ਪੱਕਾ ਹੁੰਦਾ ਗਿਆ ਕਿ ਕੁਝ ਔਰਤਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਰਹਿੰਦੀਆਂ ਨੇ ਤੇ ਕੁਝ ਨੇ ਜਿਹੜੀਆਂ ਘਰ 'ਚ ਰਹਿੰਦੀਆਂ ਨੇ ਤੇ ਜਿਹੜੀਆਂ ਘਰ 'ਚ ਰਹਿੰਦੀਆਂ ਨੇ ਉਹ ਇੱਜ਼ਤਦਾਰ ਰਿਸਪੈਕਟੇਬਲ ਔਰਤਾਂ ਨੇ ਤੇ ਜਿਹੜੀਆਂ ਬਾਹਰ ਰਹਿੰਦੀਆਂ ਨੇ ਉਹ ਮਾੜੀਆਂ ਨੇ ਜਾਂ ਫਿਰ ਮਤਲਬ ਉਹਨਾਂ ਦੀ ਉਹ ਪਬਲਿਕ ਸਪੇਸ ਤੇ ਹੀ ਕੰਮ ਕਰਦੀਆਂ ਜਿਨ੍ਹਾਂ ਨਾਲ ਸਾਡਾ ਸ਼ਾਇਦ ਜ਼ਿਆਦਾ ਕੰਟੈਕਟ ਨਹੀਂ ਹੋਣਾ ਚਾਹੀਦਾ ਹੁਣ ਇਸੇ ਨੂੰ ਮੈਂ ਇੱਕ ਹੋਰ ਆਈਡੀਆ 'ਚ ਦੱਸਣਾ ਚਾਹੂੰਗੀ ਕਿ ਪਾਰਥਾ ਚੈਟਰਜੀ ਨੇ ਇੱਕ ਆਰਟੀਕਲ ਲਿਖਿਆ ਸੀਗਾ ਕਲੋਨੀਅਲ ਟਾਈਮ ਦੇ ਬੰਗਾਲ ਦੀ ਸਥਿਤੀ ਨੂੰ ਦੱਸਦੇ ਹੋਏ ਤਾਂ ਉਹਦੇ ਦੇ ਵਿੱਚ ਇੱਕ ਨੈਸ਼ਨਲ ਰੈਜ਼ੋਲੂਸ਼ਨ ਟੂ ਵਿਮਨਸ ਕੁਐਸਚਨ ਦੇ ਵਿੱਚ ਜਿਹਦੇ 'ਚ ਉਹ ਇੱਕ ਕਨਸੈਪਟ ਦੀ ਗੱਲ ਕਰਦਾ ਹੈਗਾ ਘਰ ਤੇ ਬਾਹਰ ਦਾ ਰਾਈਟ ਔਰ ਘਰ ਕੀ ਹੈਗਾ ਜਿਹੜਾ ਸਾਡਾ ਆਪਣਾ ਸਪੇਸ ਜਿੱਥੇ ਔਰਤਾਂ ਰਹਿੰਦੀਆਂ ਨੇ ਮਰਦ ਰਹਿੰਦੇ ਨੇ ਜਾਂ ਫੈਮਿਲੀ ਰਹਿੰਦੀ ਆ ਲਾਰਜਲੀ ਲੇਕਿਨ ਹੁਣ ਘਰ ਦੇ ਬਾਹਰ ਵਾਲੇ ਵਿੱਚ ਕੀ ਹੋਇਆ ਕਿ ਜਦੋਂ ਬ੍ਰਿਟਿਸ਼ਰਸ ਦਾ ਰੂਲ ਸੀਗਾ ਕਲੋਨੀਅਲ ਦਾ ਰੂਲ ਸੀਗਾ ਤਾਂ ਉਹਦੇ 'ਚ ਇਹ ਸੀਗਾ ਕਿ ਜਿਹੜੀਆਂ ਮਤਲਬ ਐਜੂਕੇਸ਼ਨ ਸਾਇੰਸ ਟੈਕਨੋਲੋਜੀ ਦੇ ਰਿਗਾਰਡਿੰਗ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹ ਤਾਂ ਸਾਨੂੰ ਐਕਸੈਪਟੇਬਲ ਨੇ ਜੋ ਸਾਨੂੰ ਕੋਲੋਨਾਈਜ਼ਰ ਜਿਹੜੇ ਨੇ ਉਹ ਦੇ ਰਹੇ ਨੇ ਪਰ ਜਿੱਥੇ ਤੱਕ ਸਾਡੇ ਕਲਚਰ ਸਾਡੇ ਘਰ ਦਾ ਮਸਲਾ ਹੈਗਾ ਸਾਡੇ ਕਲਚਰਲ ਆਈਡੈਂਟੀਟੀ ਸਾਡੇ ਸੱਭਿਆਚਾਰਕ ਹੋਂਦ ਦਾ ਮਸਲਾ ਹੈਗਾ ਉੱਥੇ ਅਸੀਂ ਮਤਲਬ ਨਹੀਂ ਦੇ ਸਕਦੇ ਇਹ ਪਹੁੰਚ ਉਹਨਾਂ ਨੂੰ ਅਸੀਂ ਇਹ ਨਹੀਂ ਦੇ ਸਕਦੇ ਕਿ ਉਹ ਕਿਸੇ ਵੀ ਤਰੀਕੇ ਨਾਲ ਇੰਟਰਵੈਂਸ਼ਨ ਕਰਨ ਹੁਣ ਜਦੋਂ ਇਹ ਵਾਲੀ ਬਣ ਜਾਂਦੀ ਹੈ ਇਹ ਡਿਵੀਜ਼ਨ ਬਣਦੀ ਹੈ ਕਿ ਫਿਰ ਉਹਦੇ 'ਚ ਮਤਲਬ ਕਲਚਰ ਨੂੰ ਪ੍ਰੋਟੈਕਟ ਕਰਨਾ ਸਾਡੀ ਜ਼ਿੰਮੇਵਾਰੀ ਔਰ ਉਸ ਕਲਚਰ ਦੇ ਵਿੱਚ ਵਿਮਨ ਦੇ ਉੱਪਰ ਜਿਹੜਾ ਉਹ ਕਲਚਰ ਨੂੰ ਪ੍ਰੋਟੈਕਟ ਕਰਨ ਦੀ ਸੱਭਿਆਚਾਰ ਨੂੰ ਪ੍ਰੋਟੈਕਟ ਕਰਨ ਦੀ ਜਿੰਨਾ ਓਨਸ ਪਾਇਆ ਜਾਂਦਾ ਜਿੰਨੀ ਜ਼ਿੰਮੇਵਾਰੀ ਪਾਈ ਜਾਂਦੀ ਹੈ ਉਹ ਉਸ ਦੇ ਵਿੱਚ ਬੜੇ ਸਹੀ ਤਰੀਕੇ ਨਾਲ ਡਿਫਾਈਨ ਹੁੰਦੀ ਹੈ ਜਦੋਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮਤਲਬ ਜ਼ਿਆਦਾ ਜਿਹੜੀ ਇੱਥੇ ਖੇਤੀ ਪ੍ਰਧਾਨ ਸਮਾਜ ਰਿਹਾ ਹੈਗਾ ਔਰ ਖੇਤੀ ਪ੍ਰਧਾਨ ਸਮਾਜ ਵੀ ਰਿਹਾ ਤੇ ਨਾਲ ਜਿਹੜੀਆਂ ਫਿਊਡਲ ਜਿਹੜੀਆਂ ਵੈਲਿਊਜ਼ ਨੇ ਉਹ ਵੀ ਉਨੇ ਹੀ ਪੱਕੇ ਪੈਰੀਂ ਕੰਮ ਕਰਦੀਆਂ ਰਹੀਆਂ ਨੇ ਉਨੇ ਹੀ ਜ਼ੋਰਦਾਰ ਤਰੀਕੇ ਦੇ ਨਾਲ ਇਸ ਸੁਸਾਇਟੀ 'ਚ ਪੰਜਾਬੀ ਸੁਸਾਇਟੀ ਦੇ ਵਿੱਚ ਐਗਜ਼ਿਸਟ ਕਰਦੀਆਂ ਰਹੀਆਂ ਨੇ ਤੇ ਉਹਦੇ 'ਚ ਲਾਰਜਲੀ ਫਿਰ ਫਿਊਡਲ ਵੈਲਿਊਜ਼ ਦੇ ਡੋਮੀਨੈਂਟ ਹੋਣ ਦਾ ਇੱਕ ਇਹ ਵੀ ਰਹਿੰਦਾ ਕਿ ਔਰਤਾਂ ਦੀ ਜਿਹੜੀ ਸਪੇਸ ਹੈਗੀ ਆ ਉਹ ਘਰ 'ਚ ਹੈਗੀ ਆ ਹੁਣ ਮੈਂ ਉਸ ਆਰਗੂਮੈਂਟ ਤੇ ਆਉਣੀ ਆ ਜਿੱਥੇ ਇਹ ਕਹਿੰਦੇ ਆ ਕਿ ਹਾਂਜੀ ਨਹੀਂ ਹੁਣ ਤਾਂ ਔਰਤਾਂ ਬਹੁਤ ਪੜ੍ਹ ਲਿਖ ਰਹੀਆਂ ਨੇ ਉਹ ਤਾਂ ਜੀ ਕਾਲਜ ਜਾ ਰਹੀਆਂ ਨੇ ਉਹ ਤਾਂ ਯੂਨੀਵਰਸਿਟੀ 'ਚ ਜਾ ਰਹੀਆਂ ਨੇ ਲੇਕਿਨ ਉਹਦੇ ਨਾਲ ਵੀ ਠੀਕ ਹੈ ਜੀ ਪੜ੍ਹ ਲਓ ਕਿਉਂਕਿ ਹੁਣ ਤੁਹਾਡੀ ਇੱਕ ਮਤਲਬ ਇੱਕ
ਮਤਲਬ ਉਹ ਇੱਕ ਚੰਗਾ ਮੈਚ ਲੈਣ ਦੇ ਲਈ, ਜਿਹੜੇ ਪ੍ਰੋਸਪੈਕਟ ਮੈਰਿਜ ਮਾਰਕੀਟ ਦੇ ਵਿੱਚ ਤੁਹਾਨੂੰ ਆਪਣੇ ਆਪ ਨੂੰ ਉਹ ਕਰਨ ਲਈ ਵੀ ਐਜੂਕੇਟਡ ਹੋਣਾ ਜ਼ਰੂਰੀ ਹੈਗਾ, ਕਿ ਤੁਸੀਂ ਪੜ੍ਹੇ ਲਿਖੇ ਹੋਗੇ ਪਰ ਉਨਾ ਕੁ ਪੜ੍ਹੇ ਹੋ ਕਿ ਤੁਹਾਡੇ ਬਰਾਬਰ ਦਾ ਮੈਚ ਤੁਹਾਨੂੰ ਮਿਲ ਜਾਣਾ ਚਾਹੀਦਾ ਹੈਗਾ। ਹੁਣ ਉਹ ਇਹ ਆ ਗਿਆ ਕਿ ਐਜੂਕੇਟਡ ਹੈਗੇ ਨੇ, ਬਟ ਐਟ ਦਾ ਸੇਮ ਟਾਈਮ ਉਹ ਤੁਹਾਡਾ ਪ੍ਰਾਇਮਰੀ ਰੋਲ ਨਹੀਂ ਹੈਗਾ। ਤੁਸੀਂ ਐਜੂਕੇਸ਼ਨ ਲੈ ਲਈ, ਜੌਬ ਲੈ ਲਈ, ਦੈਟਸ ਇਟ। ਪ੍ਰਾਇਮਰੀ ਰੋਲ ਕੀ ਹੈਗਾ ਤੁਹਾਡਾ? ਉਹ ਵਿਮਨ ਹੋਣ ਦਾ ਹੈਗਾ। ਵਿਮਨ ਹੋਣ ਦਾ ਇਨ ਦ ਸੈਂਸ ਕਿ ਤੁਸੀਂ ਜੋ ਰੋਲ ਤੁਹਾਨੂੰ ਸੁਸਾਇਟੀ ਨੇ ਦਿੱਤਾ ਹੈਗਾ, ਜਿਹੜੇ ਉਹ ਖਾਂਚੇ ਜਿਹੜੇ ਬਣਾਏ ਗਏ ਨੇ, ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਐਜ਼ ਅ ਵੂਮਨ ਪ੍ਰੂਵ ਕਰਨਾ ਹੈ, ਇਨ ਦ ਸੈਂਸ ਕਿ ਯੂ ਆਰ ਅ ਗੁੱਡ ਵਾਈਫ, ਯੂ ਆਰ ਅ ਗੁੱਡ ਡਾਟਰ, ਔਰ ਜਾਂ ਫਿਰ ਤੁਸੀਂ ਚੰਗੇ ਕੁੱਕ ਹੈਗੇ ਹੋ, ਤੁਸੀਂ ਆਪਣੇ ਘਰ ਦੀ ਦੇਖਭਾਲ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਕਰ ਸਕਦੇ ਹੋ, ਤੇ ਜਾਂ ਫਿਰ ਮਤਲਬ ਵਿਆਹ ਤੋਂ ਬਾਅਦ ਬੱਚੇ ਪੈਦਾ ਕਰਕੇ ਉਹਨਾਂ ਦੀ ਹੀ ਉਹਨਾਂ ਵੱਲ ਹੀ ਆਪਣੀ ਸਾਰੀ ਅਟੈਂਸ਼ਨ ਜਿਹੜੀ ਦਿਓਗੇ, ਜਾਂ ਤੁਹਾਡੀ ਪ੍ਰਾਇੋਰਟੀ ਹੋ ਗਈ। ਅਗਰ ਸਾਰੀ ਅਟੈਂਸ਼ਨ ਵੀ ਨਹੀਂ ਤੁਸੀਂ ਜੌਬ ਕਰ ਰਹੇ ਹੋ, ਬਟ ਜਿਹੜੀ ਤੁਹਾਡੀ ਪ੍ਰਾਇੋਰਟੀ ਹੈਗੀ ਆ ਉਹ ਘਰ ਦੇ ਵਿੱਚ ਰਹਿ ਕੇ ਘਰ ਦੇ ਕੰਮਾਂ ਨੂੰ ਕਰਨ ਦੀ ਜ਼ਿਆਦਾ ਹੈਗੀ ਆ, ਡਿਸਪਾਈਟ ਲਾਈਕ ਡੂਇੰਗ ਅ ਕਾਰਪੋਰੇਟ ਜੌਬ। ਜਾਂ ਫਿਰ ਮੈਨੂੰ ਇਹਦੇ ਵਿੱਚ ਇੱਕ ਐਗਜ਼ਾਮਪਲ ਮੈਨੂੰ ਚੇਤੇ ਆ ਰਹੀ ਹੈਗੀ ਹੈ ਕਿ ਏਅਰਟੈਲ ਦੀ ਇੱਕ ਐਡ ਆਈ ਸੀਗੀ ਕੁਝ ਸਾਲ ਪਹਿਲਾਂ, ਜਿਹਦੇ 'ਚ ਇੱਕ ਔਰਤ ਜਿਹੜੀ ਆ ਉਹ CEO ਹੈਗੀ ਆ, ਔਰ ਉਹਦਾ ਹਸਬੈਂਡ ਜਿਹੜਾ ਉਸੇ ਹੀ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ, ਬਟ ਉਹਦੇ ਤੋਂ ਲਾਈਕ ਲੋਅਰ ਪੋਜੀਸ਼ਨ ਤੇ ਹੈਗਾ, ਤੇ ਉਹ ਕੁਝ ਕੰਮ ਆਪਣੀ ਦੀ ਟੀਮ ਨੂੰ ਅਸਾਈਨ ਕਰਦੀ ਹੈ, ਜਿਹਦੇ ਵਿੱਚ ਉਹਦਾ ਹਸਬੈਂਡ ਵੀ ਹੈਗਾ, ਉਹ ਕੰਮ ਕਰ ਰਿਹਾ ਤੇ ਉਹ ਘਰ ਆ ਜਾਂਦੀ ਹੈ। ਜਦੋਂ ਹੀ ਉਹ ਘਰ ਦੀ ਦਹਲੀਜ਼ ਨੂੰ ਐਂਟਰ ਕਰਦੀ ਆ, ਉਹਦਾ ਜਿਹੜਾ ਲਾਈਕ ਬੌਸ ਦਾ ਰੋਲ ਹੈਗਾ ਉਹ ਖਤਮ ਹੋ ਜਾਂਦਾ, ਤੇ ਉਹਦਾ ਇੱਕ ਵਾਈਫ ਦਾ ਰੋਲ ਸ਼ੁਰੂ ਹੋ ਜਾਂਦਾ, ਐਂਡ ਸ਼ੀ ਕੁਕਸ ਲਾਈਕ ਡਿਲੀਸ਼ੀਅਸ ਮੀਲਸ ਐਂਡ ਆਲ ਦੈਟ, ਤੇ ਆਪਣੇ ਹਸਬੈਂਡ ਨੂੰ ਫੋਨ ਕਰਕੇ ਬੁਲਾਉਂਦੀ ਹੈ ਕਿ बॉस को बोलो कि वाइफ ने याद किया है। नाउ व्हाट इज दिस लाइक दिस होल आइडिया कि ਤੁਸੀਂ ਐਜੂਕੇਟਡ ਹੋ ਸਕਦੇ ਹੋ, ਮਾਡਰਨ ਹੋ ਸਕਦੇ ਹੋ, ਤੁਸੀਂ ਪੜ੍ਹ ਸਕਦੇ ਹੋ, ਜੌਬ ਕਰ ਸਕਦੇ ਹੋ, ਪਰ ਤੁਹਾਡੀ ਜਿਹੜੀ ਪ੍ਰਾਇੋਰਟੀ ਹੈਗੀ ਆ ਉਹ ਤੁਹਾਡਾ ਘਰ ਹੋਊਗਾ, ਤੁਹਾਡਾ ਹਸਬੈਂਡ ਹੋਊਗਾ, ਤੁਹਾਡੀ ਫੈਮਿਲੀ ਹੋਊਗੀ, ਤੁਹਾਡੇ ਬੱਚੇ ਹੋਣਗੇ। ਉਸ ਲਾਰਜਲੀ ਉਸ ਦੇ ਵਿੱਚ ਜਦੋਂ ਫਿਰ ਅਸੀਂ ਮਤਲਬ ਉਹਦੇ 'ਚ ਮਰਦ ਦਾ ਕੀ ਰੋਲ ਬਣਦਾ ਘਰ ਨੂੰ ਸੰਭਾਲਣ ਦੇ ਵਿੱਚ, ਘਰ ਦੇ ਕੰਮਾਂ ਦੇ ਵਿੱਚ, ਮਤਲਬ ਉਹ ਵੀ ਤਾਂ ਜੌਬ ਕਰਦੇ ਨੇ, ਬਟ ਉਹ ਉੱਥੇ ਰਿਸਪੌਂਸਿਬਿਲਟੀ ਜਾਂ ਉੱਥੇ ਉਹ ਸ਼ੇਅਰ ਕਰਨ ਦੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਬਹੁਤ ਘੱਟ ਮੈਂ ਦੇਖੀ ਹੈ ਕਿ ਬਹੁਤ ਘੱਟ ਘਰਾਂ 'ਚ ਤੈਅ ਹੁੰਦੀ ਹੈ ਕਿ ਉਹ ਉਸ ਤਰੀਕੇ ਨਾਲ ਕੰਮ ਕਰ ਰਹੀ ਹੋਵੇ। ਅੱਛਾ, ਹੁਣ ਇਹਦੇ 'ਚ ਇੱਕ ਚੀਜ਼ ਜਿਹੜੀ ਗੱਲ ਮੈਂ ਉਹ ਪਹਿਲਾਂ ਇਹਦੇ 'ਚ ਕਹੀ ਆ ਕਿ ਜਦੋਂ ਤੁਹਾਨੂੰ ਇਹ ਪ੍ਰੂਵ ਕਰਨਾ ਹੁੰਦਾ ਕਿ ਜਾਂ ਫਿਰ ਇੱਕ ਇਹ ਵਾਲਾ ਨੈਰੇਟਿਵ ਕਿ ਇੱਕ ਰਿਸਪੈਕਟ ਵਾਲੀਆਂ ਇੱਜ਼ਤਦਾਰ ਔਰਤਾਂ ਹੁੰਦੀਆਂ ਨੇ, ਤੇ ਜਿਹੜੀਆਂ ਨੇ ਉਹ ਬਾਹਰ ਕੰਮ ਕਰ ਰਹੀਆਂ ਨੇ, ਜਿਨ੍ਹਾਂ ਦੇ ਨਾਲ ਅਸੀਂ ਜ਼ਿਆਦਾ ਵਾਬਸਤਾ ਨਹੀਂ ਰੱਖਣਾ ਹੈਗਾ। ਹੁਣ ਕੁਝ ਸਾਰੇ ਸਪੇਸਿਸ ਆਉਂਦੇ ਨੇ ਜਿੱਥੇ ਔਰਤਾਂ ਜਿਹੜੀਆਂ ਨੇ ਸਬਵਰਟ ਕਰਦੀਆਂ ਨੇ, ਔਰ ਉਹ ਜ਼ਿਆਦਾ ਪਬਲਿਕ ਸਪੇਸ ਨੂੰ ਐਕਸੈਸ ਕਰਨ ਦੀ ਵੀ ਕੋਸ਼ਿਸ਼ ਕਰਦੀਆਂ ਨੇ। ਪਰ ਮੈਂ ਇਹਦੇ 'ਚ ਨਾ ਇੱਕ ਆਰਗੂਮੈਂਟ ਹੋਰ ਲੈ ਕੇ ਆਉਣਾ ਚਾਹੁੰਦੀ ਹੈਗੀ ਹਾਂ ਕਿ ਜਿਹੜਾ ਇਹ ਮੈਂ ਨੈਰੇਟਿਵ ਦਿੱਤਾ, ਕਿਉਂਕਿ ਐਜੂਕੇਸ਼ਨ ਦਾ ਜ਼ਿਕਰ ਆਇਆ ਇੱਥੇ, ਔਰ ਉਹਦੇ 'ਚ ਹੀ ਪ੍ਰਾਇੋਰਟੀਜ਼ ਦਾ ਵੀ ਜ਼ਿਕਰ ਆਇਆ ਗਿਆ, ਤਾਂ ਇਹਦੇ 'ਚ ਜਿਹੜਾ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ, ਮਤਲਬ ਮਸਲਨ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਹੋਸਟਲ ਦੀ ਟਾਈਮਿੰਗ ਨੂੰ ਲੈ ਕੇ ਸੰਘਰਸ਼ ਹੁੰਦਾ ਹੈਗਾ, ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਬਹੁਤ ਸਾਰੇ ਮੁੱਦਿਆਂ ਨੂੰ ਰੇਜ਼ ਕੀਤਾ ਜਾਂਦਾ ਹੈਗਾ, ਤਾਂ ਉੱਥੇ ਇਹ ਕਨਸੈਪਟ ਜਿਹੜੀ ਧਾਰਨਾ ਹੈਗੀ ਆ ਕਿ ਔਰਤਾਂ ਤਾਂ ਰਿਸਪੈਕਟ ਔਰ ਇੱਜ਼ਤ ਔਰ ਉਸ ਸਾਰੇ ਨਾਲ ਜਦੋਂ ਔਰਤ ਦੀ ਹੋਂਦ ਨੂੰ ਜੋੜਿਆ ਜਾਂਦਾ ਕਿ ਇਹ ਇੱਕ ਇੰਸਟੀਟਿਊਸ਼ਨ ਦੀ, ਇੱਕ ਘਰ ਦੀ, ਫੈਮਿਲੀ ਦੀ, ਪਰਿਵਾਰ ਦੀ, ਬਾਪ ਦੀ ਇੱਜ਼ਤ ਨੂੰ ਹੀ ਪ੍ਰੋਟੈਕਟ ਕਰਨ ਦਾ ਇੱਕ ਜ਼ਰੀਆ ਹੈ, ਉਹਦਾ ਓਨਸ ਸਾਰਾ ਉਹਦੇ ਤੇ ਪਾਇਆ ਜਾਂਦਾ, ਤਾਂ ਉਹ ਬਹੁਤ ਪ੍ਰੋਬਲਮੈਟਿਕ ਹੈਗਾ। ਉਹਦੇ 'ਚ ਬਹੁਤ ਸਾਰੀਆਂ ਦਿੱਕਤਾਂ ਨੇ ਇਹਦੇ 'ਚ ਹੀ। ਅੱਛਾ, ਜਦੋਂ ਉਹ ਲਾਰਜਲੀ ਇੱਕ ਕੇਸ ਆ ਵੀ ਆ ਜਾਂਦਾ ਕਿ ਜਦੋਂ ਫਿਰ ਔਰਤਾਂ ਜਦੋਂ ਜਨਤਕ ਥਾਵਾਂ ਤੇ ਵਿਚਰਦੀਆਂ ਨੇ, ਜਦੋਂ ਜਨਤਕ ਥਾਵਾਂ ਤੇ ਜਾਂਦੀਆਂ ਨੇ, ਚਾਹੇ ਉਹ ਰਾਤ ਨੂੰ ਐਕਸੈਸ ਕਰਨ ਦੀ ਚੀਜ਼ ਹੋਵੇ, ਜਾਂ ਫਿਰ ਸਿਨੇਮਾ ਹਾਲ ਜਾਣ ਦੀ ਹੋਵੇ, ਜਾਂ ਪਬਲਿਕ ਹੋਰ ਸ਼ੌਪਸ ਤੇ, ਜਾਂ ਕਿਸੇ ਵੀ ਹੋਰ ਜਨਤਕ ਥਾਂ ਨੂੰ ਐਕਸੈਸ ਕਰਨ ਦੀ, ਇਵਨ ਸੜਕਾਂ ਤੇ ਘੁੰਮਣ ਦੀ ਵੀ ਚੀਜ਼ ਹੋਵੇ, ਤੇ ਜੇਕਰ ਉਹਨਾਂ ਦੇ ਉਹਦੇ 'ਚ ਫਿਰ ਇੱਕ ਜਿਹੜਾ ਕਨਸੈਪਟ ਜਾਂ ਉਹਦੇ 'ਚ ਜਿਹੜੀ ਇੱਕ ਆਰਗੂਮੈਂਟ ਹੋਰ ਜੁੜਦਾ ਹੈਗਾ, ਜਿਹੜਾ ਬਹੁਤ ਇੰਪੋਰਟੈਂਟ ਹੈਗਾ, ਉਹ ਹੈਗਾ ਵਾਇਲੈਂਸ ਦਾ, ਨਾਲ ਇਹਦੇ 'ਚ ਜੁੜਦਾ ਹੋਇਆ। ਵਾਇਲੈਂਸ ਦੇ ਵਿੱਚ ਕਿਉਂਕਿ ਮੈਂ ਵਾਇਲੈਂਸ ਵਾਲੇ ਨੂੰ ਵੀ ਪਬਲਿਕ ਤੇ ਪ੍ਰਾਈਵੇਟ ਦੇ ਨਾਲ ਜੋੜ ਕੇ ਦੇਖ ਰਹੀ ਹਾਂ, ਜਿਹਦਾ ਮੈਂ ਜ਼ਿਕਰ ਕੀਤਾ ਉੱਤੇ ਥੋੜ੍ਹਾ ਜਿਹਾ। ਪਬਲਿਕ ਤੇ ਪ੍ਰਾਈਵੇਟ ਦੇ ਵਿੱਚ ਵੀ ਗੱਲ ਕਰਦੇ, ਹਾਲਾਂਕਿ ਮੈਂ ਇਹ ਨਹੀਂ ਕਹਿੰਦੀ, ਜਾਂ ਇਹ ਵੀ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੇ ਪ੍ਰਾਈਵੇਟ ਸਪੇਸਿਸ ਹੈਗੇ ਨੇ ਸਾਡੇ, ਉੱਥੇ ਵਾਇਲੈਂਸ ਜਿਹੜੀ ਹੈਗੀ ਆ ਉਹ
ਹੋਰ ਵੀ ਜ਼ਿਆਦਾ ਸ਼ਾਇਦ ਹੁੰਦੀ ਹੈਗੀ ਆ ਔਰਤਾਂ ਦੇ ਉੱਤੇ। ਲਾਈਕ ਹੁਣ ਜਦੋਂ ਲਾਕਡਾਊਨ ਹੋਇਆ ਤਾਂ ਸਾਡੇ ਬਹੁਤ ਸਾਰੇ, ਨਾ ਸਿਰਫ ਪੰਜਾਬ, ਨਾ ਸਿਰਫ ਲਾਈਕ ਇੰਡੀਆ ਦੇ ਬਾਕੀ ਸਾਰੇ ਹਿੱਸਿਆਂ ਦੇ ਵਿੱਚੋਂ ਇਹ ਆਵਾਜ਼ ਉੱਠੀ ਕਿ ਲਾਈਕ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਕਿੰਨੇ ਵਧੇ ਨੇ। ਸਗੋਂ ਇਹ ਮਤਲਬ ਯੂਰਪ ਦੇ ਕਈ ਜਾਂ ਬਾਕੀ ਹੋਰ ਮੁਲਕਾਂ ਦੇ ਵਿੱਚੋਂ ਵੀ ਇਹ ਸਾਰੀਆਂ ਖਬਰਾਂ ਆਈਆਂ ਕਿ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਜਿਹੜੇ ਉਹ ਲਾਕਡਾਊਨ ਦੇ ਵਿੱਚ ਕਿਵੇਂ ਵਧ ਗਏ। ਤਾਂ ਕੀ ਇਹ ਸਾਡੇ ਲਈ ਸੋਚਣ ਦਾ ਮਸਲਾ ਨਹੀਂ ਬਣਦਾ? ਪਰ ਉਹਦੇ 'ਚ ਲਾਰਜਲੀ ਹੁੰਦਾ ਕੀ ਹੈਗਾ ਕਿ ਕਿਉਂਕਿ ਇੱਕ ਘਰ ਦਾ ਮਸਲਾ ਬਣਾ ਕੇ ਉਹਨੂੰ ਪੇਸ਼ ਕੀਤਾ ਜਾਂਦਾ ਕਿ ਹਾਂਜੀ ਇਹ ਸਾਡਾ ਪ੍ਰਾਈਵੇਟ ਮੁੱਦਾ ਹੈਗਾ, ਸਾਡੇ ਆਪਣੇ ਘਰ ਦਾ ਮਸਲਾ ਹੈਗਾ। ਐਵੇਂ ਜਿਵੇਂ ਕੁਛ ਦਿਨ ਪਹਿਲਾਂ ਦੀ ਗੱਲ ਹੈ ਜਿਹੜੀ ਪੰਜਾਬ ਦੇ ਇੱਕ ਸਿੰਗਰ ਨੂੰ ਲੈ ਕੇ ਹੋਇਆ, ਤਾਂ ਉਹਨੂੰ ਉਸ ਮਸਲੇ ਨੂੰ ਬਹੁਤ ਸਾਰੇ ਲੋਕਾਂ ਨੇ ਇਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਉਹਨਾਂ ਦਾ ਆਪਸੀ ਮਸਲਾ, ਤਾਂ ਉਹਦੇ ਵਿੱਚ ਕਿਸੇ ਹੋਰ ਦਾ ਇੰਟਰਵੈਂਸ਼ਨ ਕਰਨਾ ਨਹੀਂ ਬਣਦਾ। ਪਰ ਇੱਥੇ ਤਾਂ ਅਸੀਂ ਠੀਕ ਹੈ ਕਿ ਜਦੋਂ ਪ੍ਰਾਈਵੇਟ ਸਪੇਸਿਸ ਦੇ ਵਿੱਚ ਘਰ ਦੀ ਜਾਂ ਮਤਲਬ ਹੋਮ ਐਜ਼ ਅ ਸਪੇਸ ਆਫ ਵਾਇਲੈਂਸ ਐਂਡ ਡੇਂਜਰ ਨੂੰ ਤਾਂ ਅਸੀਂ ਐਕਨੋਲੇਜ ਹੀ ਨਹੀਂ ਕਰਦੇ, ਅਸੀਂ ਮੰਨਦੇ ਹੀ ਨਹੀਂ ਹੈਗੇ ਕਿ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈਗੀ ਆ। ਪਰ ਜਿਹੜਾ ਪਬਲਿਕ ਸਪੇਸ ਹੈਗਾ, ਜਿਹੜੀ ਜਨਤਕ ਥਾਵਾਂ ਹੈਗੀਆਂ ਨੇ, ਉੱਥੇ ਉਹ ਵਾਇਲੈਂਸ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਆਰਗੂਮੈਂਟ ਜਿਹੜਾ ਕੰਸਟਰੂ ਹੁੰਦਾ ਕਿ ਉਹ ਲਾਰਜਲੀ ਔਰਤਾਂ ਦੇ ਅਗੇਂਸਟ ਭੁਗਤਦਾ ਹੈਗਾ। ਜਿਵੇਂ ਐਗਜ਼ਾਮਪਲ ਦਊਂਗੀ ਇਹਦੇ 'ਚ ਕਿ ਇੱਕ ਤਾਂ ਇਹ ਆਉਂਦਾ ਕਿ ਕਿਉਂਕਿ ਪਬਲਿਕ ਸਪੇਸ ਜਿਹੜੀ ਉਹ ਡੇਂਜਰਸ ਸਪੇਸ ਹੈਗੀ ਹੈ, ਜਿੱਥੇ ਹਿੰਸਾ ਹੋ ਸਕਦੀ ਹੈ ਔਰਤਾਂ ਦੇ ਨਾਲ, ਉਹਨਾਂ ਦੇ ਨਾਲ ਕੁਝ ਗਲਤ ਹੋ ਸਕਦਾ ਹੈਗਾ। ਇਸ ਕਰਕੇ ਉਹ ਜਿੰਨਾ ਜ਼ਿਆਦਾ ਉਸ ਜਗ੍ਹਾ ਤੋਂ ਦੂਰ ਰਹਿਣ ਤੇ ਜਾਂ ਜਿੰਨੇ ਥੋੜੇ ਦੇਰ ਲਈ ਰਹਿਣ, ਉਹ ਉਨਾ ਹੀ ਜ਼ਿਆਦਾ ਉਹਨਾਂ ਦੇ ਲਈ ਚੰਗਾ ਹੈਗਾ। ਠੀਕ ਹੈ। ਔਰ ਲੇਕਿਨ ਉਹਦੇ 'ਚ ਫਿਰ ਇਹ ਜਦੋਂ ਇਸ ਚੀਜ਼ ਨੂੰ ਨਾਰਮਲਾਈਜ਼ ਕਰ ਦਿੱਤਾ ਜਾਂਦਾ ਕਿ ਜੀ ਪਬਲਿਕ ਸਪੇਸ ਜਿਹੜੀ ਬਾਹਰ ਵਾਲੀਆਂ ਜਗ੍ਹਾ ਨੇ ਉਹ ਸਾਡੇ ਲਈ ਸੇਫ ਨਹੀਂ ਹੈਗੀਆਂ, ਔਰਤਾਂ ਲਈ ਸੇਫ ਨਹੀਂ ਹੈਗੀਆਂ, ਇਸ ਕਰਕੇ ਉਹਨਾਂ ਨੂੰ ਘਰ ਦੀ ਚਾਰ ਦੀਵਾਰੀ 'ਚ ਰਹਿਣਾ ਜ਼ਰੂਰੀ ਹੈਗਾ ਔਰ ਉੱਥੇ ਹੀ ਉਹ ਰਹਿਣ। ਤਾਂ ਇਹ ਫਿਰ ਉਹਦੇ ਨਾਲ ਹੀ ਮਤਲਬ ਜਿਵੇਂ ਫਿਰ ਉਹ ਜਦੋਂ ਅਸੀਂ ਫਿਰ ਜੈਂਡਰ ਔਰ ਪਬਲਿਕ ਸਪੇਸ ਦਾ ਰਿਲੇਸ਼ਨ ਜਿਹੜਾ ਹੈਗਾ ਉਹਨੂੰ ਅਸੀਂ ਹਿੰਸਾ ਦੀ ਭਾਸ਼ਾ ਦੇ ਥਰੂ ਸਮਝਦੇ ਹਾਂ। ਉਹਦੇ 'ਚ ਫਿਰ ਅਸੀਂ ਇਹ ਨਹੀਂ ਸਮਝਦੇ, ਉਹਨੂੰ ਅਸੀਂ ਇਸ ਤਰੀਕੇ ਨਾਲ ਅੰਡਰਸਟੈਂਡ ਨਹੀਂ ਕਰਦੇ ਕਿ ਉਸ ਸਪੇਸ ਤੇ ਵਿਚਰਨ ਦਾ ਔਰਤ ਦਾ ਵੀ ਉਨਾ ਹੀ ਬੁਨਿਆਦੀ ਹੱਕ ਹੈਗਾ। ਮੇਰਾ ਆਰਗੂਮੈਂਟ ਤਾਂ ਇਹ ਵੀ ਹੈਗਾ ਕਿ ਅਸੀਂ ਕਹਿੰਦੇ ਹਾਂ ਕਿ ਰਾਤ ਨੂੰ ਔਰਤਾਂ ਨੂੰ ਵੀ ਉਨੀ ਸਪੇਸ ਹੋਣੀ ਚਾਹੀਦੀ ਹੈ। ਜਿਵੇਂ ਚੰਡੀਗੜ੍ਹ ਦੇ ਵਿੱਚ ਬੇਖੌਫ ਆਜ਼ਾਦੀ ਨਾਮ ਦੇ ਇੱਕ ਗਰੁੱਪ ਨੇ ਇੱਕ ਮਾਰਚ ਕੱਢਿਆ ਜਦੋਂ ਉੱਥੇ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਹੋਇਆ। ਰਾਈਟ ਟੂ ਕਲੇਮ ਦ ਨਾਈਟਸ, ਕਿ ਔਰਤਾਂ ਨੂੰ ਵੀ ਰਾਤ ਦੇ ਟਾਈਮ ਤੇ ਘੁੰਮਣ ਦੀ ਉਨੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਇਹ ਜਦੋਂ ਅਸੀਂ ਮਤਲਬ ਔਰਤਾਂ ਇਹ ਬੰਦਿਸ਼ਾਂ ਤੋੜਦੀਆਂ ਨੇ ਤੇ ਉਹ ਰਾਤ ਦੇ ਟਾਈਮ ਤੇ ਬਾਹਰ ਨਿਕਲਦੀਆਂ ਨੇ ਤਾਂ ਉਹ ਬਹੁਤ ਸਾਰੇ ਮਨਾਂ ਦੇ ਵਿੱਚ ਬੇਚੈਨੀ ਪੈਦਾ ਕਰਦੀਆਂ ਨੇ। ਹੁਣ ਉਹ ਬੇਚੈਨੀ ਪੈਦਾ ਕਿਉਂ ਹੁੰਦੀ ਹੈ? ਉਹ ਬੇਚੈਨੀ ਪੈਦਾ ਇਸ ਕਰਕੇ ਹੁੰਦੀ ਹੈ ਕਿ ਰਾਤ ਜਿਹੜੀ ਉਹ ਕਿਸ ਚੀਜ਼ ਦੇ ਨਾਲ ਜੁੜੀ ਹੋਈ ਹੈ? ਰਾਤ ਜੁੜੀ ਹੋਈ ਹੈ ਡਾਰਕਨੈਸ ਦੇ ਨਾਲ। ਉਹਨੂੰ ਅਸੀਂ ਸਮਝਿਆ ਹੀ ਇਸ ਉਹਦੇ ਨਾਲ ਹੈ ਨਾ ਕਿ ਉਹ ਡਾਰਕਨੈਸ ਹੈਗੀ, ਉਹਦੇ 'ਚ ਕੁਝ ਅਨਨੋਨ ਹੈਗਾ ਜਿਹਨੂੰ ਅਸੀਂ ਨਹੀਂ ਜਾਣਦੇ, ਤੇ ਉਸ ਅਨਨੋਨ ਤੋਂ ਔਰਤ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈਗਾ। ਤੇ ਜੇਕਰ ਅਸੀਂ ਉਹਨਾਂ ਨੂੰ ਉੱਥੇ ਉਸ ਅਨਨੋਨ 'ਚ ਜਾਣ ਦੀ ਇਜਾਜ਼ਤ ਦੇ ਦਿੱਤੀ ਤਾਂ ਇੰਨੀ ਫਰੀਡਮ ਔਰਤਾਂ ਹੈਂਡਲ ਨਹੀਂ ਕਰ ਸਕਦੀਆਂ। ਇਸ ਕਰਕੇ ਲਾਈਕ ਉਹਦੇ ਤੇ ਬੰਦਿਸ਼ ਲੱਗਣੀ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ। ਤਾਂ ਫਿਰ ਇਹ ਜਿਹੜੀ ਇਹ ਬਾਈਨਰੀਜ਼ ਬਣ ਜਾਂਦੀਆਂ ਕਿ ਡੇ ਤੇ ਨਾਈਟ ਦੀ, ਪਬਲਿਕ ਤੇ ਪ੍ਰਾਈਵੇਟ ਦੀ, ਡੇ ਲਾਈਟ ਤੇ ਡਾਰਕਨੈਸ ਦੇ ਉਹਦੇ 'ਚ ਫਿਰ ਉੱਥੇ ਮਤਲਬ ਜਦੋਂ ਜਿਵੇਂ ਈਵਨ ਕੁਝ ਫਿਰ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਵੀ ਆਉਂਦੇ ਨੇ, ਰੇਪ ਕੇਸਿਸ ਵੀ ਆਉਂਦੇ ਨੇ, ਉੱਥੇ ਜਿਹੜਾ ਬਲੇਮ ਹੈਗਾ ਉਹ ਔਰਤਾਂ ਤੇ ਹੀ ਪਾਇਆ ਜਾਂਦਾ ਹੈਗਾ। ਮਤਲਬ ਉੱਥੇ ਲਾਰਜਲੀ ਇਸ ਚੀਜ਼ ਨੂੰ ਸਮਝਣ ਦੀ ਬਜਾਏ ਉਹ ਵਿਕਟਿਮ ਨੂੰ ਦਾ ਨਾਮ ਐਨੋਨਿਮਸ ਰੱਖ ਕੇ ਕਿ ਸਾਡੀ ਸੁਸਾਇਟੀ 'ਚ ਕਿੱਥੇ ਪ੍ਰੋਬਲਮਸ ਨੇ। ਮਤਲਬ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਿੱਧਾ ਫਿਰ ਜਾ ਕੇ ਜਾਂ ਤਾਂ ਜਿਹੜੇ ਪਰਪੀਟਰੇਟਰਸ ਹੁੰਦੇ ਨੇ ਉਹਨਾਂ ਦੇ ਲਈ ਕੈਪੀਟਲ ਪਨਿਸ਼ਮੈਂਟ, ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਕਿਸੇ ਇੱਕ ਜਾਣੇ ਨੂੰ ਮਾਰਨ ਦੇ ਨਾਲ, ਸ਼ਾਇਦ ਇੱਕ ਉਹਨੂੰ ਖਤਮ ਕਰਨ ਦੇ ਨਾਲ ਸਾਡੀ ਸੁਸਾਇਟੀ 'ਚ ਇਹ ਪ੍ਰੋਬਲਮ ਖਤਮ ਹੋ ਜਾਏਗੀ। ਪਰ ਉਹ ਪ੍ਰੋਬਲਮ ਉਹ ਜੜ ਕਿਤੇ ਹੋਰ ਪਈ ਹੈ ਜਿਹਨੂੰ ਅਸੀਂ ਸਮਝਦੇ ਨਹੀਂ ਹੈਗੇ। ਕਿਉਂਕਿ ਫਿਰ ਮਤਲਬ ਪਹਿਲਾਂ ਮੈਂ ਹੁਣੇ ਯੂਜ਼ ਕੀਤਾ ਕਿ ਇਹ ਜਿਹੜਾ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਹੁੰਦੇ ਨੇ ਜਾਂ ਰੇਪ ਦੇ ਕੇਸਿਸ ਹੁੰਦੇ ਨੇ, ਤੇ ਉਦੋਂ ਪਹਿਲਾਂ ਮੈਂ ਇੱਕ ਗੱਲ ਕੀਤੀ ਸੀਗੀ ਕਿ ਰਿਸਪੈਕਟ ਵਾਲੀ, ਕਿ ਇੱਜ਼ਤ ਕਮਿਊਨਿਟੀ, ਘਰ ਤੇ ਹੋਰ ਉਸ ਸਾਰੇ ਦੇ ਨਾਲ ਜੁੜੀ ਜਾਂਦੀ ਹੈ। ਤਾਂ ਉੱਥੇ ਪੁਆਇੰਟ ਜਦੋਂ ਰੇਪ ਕੇਸਿਸ ਹੁੰਦੇ ਨੇ ਜਾਂ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਕਿਸੇ ਪਬਲਿਕ ਸਪੇਸ ਤੇ ਹੋ ਜਾਂਦੇ, ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈਗੀ, ਤਾਂ ਉੱਥੇ ਸੇਫਟੀ ਦਾ ਕਨਸੈਪਟ ਆਉਂਦਾ ਹੈ, ਲੇਕਿਨ ਉਹ ਸੇਫਟੀ ਜਿਹੜੀ ਔਰਤ ਦੀ ਸੇਫਟੀ ਨਹੀਂ ਹੁੰਦੀ ਹੈਗੀ। ਜਾਂ ਫਿਰ ਉਹ ਜ਼ਿਆਦਾ ਫੋਕਸ ਇਹ ਹੁੰਦਾ ਹੈਗਾ ਕਿ ਵਿਮਨ ਜਿਹੜੀ ਹੈਗੀ ਆ ਉਹਨੂੰ ਆਪਣੀਆਂ ਸੈਕਸ਼ੂਅਲ ਚੋਇਸਿਸ ਕਰਨ ਦੀ ਫਰੀਡਮ ਨਹੀਂ ਮਿਲਣੀ ਚਾਹੀਦੀ। ਉਹ ਸੈਕਸ਼ੂਅਲ ਸੇਫਟੀ ਤੋਂ ਹੈਗਾ ਕਿ ਨਹੀਂ ਉਹ
ਉਹ ਅਸਲ ਦੇ ਵਿੱਚ ਉਸ ਤੇ ਜਦੋਂ ਅਸੀਂ ਇਸ ਤਰੀਕੇ ਨਾਲ ਉਹਦੀ ਫਰੀडम ਨੂੰ ਕੰਟੇਨ ਕਰਦੇ ਹਾਂਗਾ ਤਾਂ ਉਹ ਓਬਵੀਅਸਲੀ ਉਸ ਪਬਲਿਕ ਮਤਲਬ ਸਪੇਸ ਦੇ ਉੱਪਰ ਉਹਦੀ ਪਾਰਟਿਸਿਪੇਸ਼ਨ ਨੂੰ ਹੋਰ ਵੀ ਜ਼ਿਆਦਾ ਘੱਟ ਕਰਦਾ। ਜਿਵੇਂ ਉਹਦੇ 'ਚ ਬਹੁਤ ਸਾਰੇ ਨਾ ਸਿਰਫ ਘਰ ਦੇ ਬਲਕਿ ਬਹੁਤ ਸਾਰੇ ਇੰਸਟੀਟਿਊਸ਼ਨਸ ਦੇ, ਕਾਲਜਿਸ, ਯੂਨੀਵਰਸਿਟੀਜ਼ ਜਾਂ ਸਕੂਲਾਂ ਦੇ ਜਾਂ ਹੋਰ ਸੰਸਥਾਵਾਂ ਤੇ ਈਵਨ ਜਿਹੜੇ ਸਾਡੇ ਆਸੇ-ਪਾਸੇ ਵਾਲੇ ਗੁਆਂਢੀ ਜਾਂ ਗੁਆਂਢੀ ਵੀ ਨਾ ਹੋ ਕੇ ਲਾਈਕ ਮਾਮੇ, ਚਾਚੇ, ਤਾਏ, ਬਹੁਤ ਸਾਰੇ ਜਿਹੜੇ ਨੇ ਉਹ ਇਹ ਠੇਕਾ ਲੈ ਲੈਂਦੇ ਆ ਕਿ ਉਸ ਨੈਤਿਕਤਾ ਦਾ ਜਿਹੜਾ ਪਾਠ ਹੈਗਾ ਉਹ ਅਸੀਂ ਕੁੜੀਆਂ ਨੂੰ ਪੜ੍ਹਾਉਣਾ ਹੈਗਾ। ਤੇ ਉੱਥੇ ਉਹ ਇਹ ਸਵਾਲ ਨਹੀਂ ਕਰਦੇ ਹੈਗੇ ਕਿ ਜੇਕਰ ਉਹ ਕੁੜੀ ਰਾਤ ਨੂੰ ਗਈ ਤਾਂ ਉਹ ਜਗ੍ਹਾ ਸੇਫ ਕਿਉਂ ਨਹੀਂ ਹੈਗੀ ਸੀਗੀ, ਉਹ ਤੇ ਉਸ ਜਗ੍ਹਾ ਨੂੰ ਅਸੀਂ ਸੇਫ ਬਣਾਉਣ ਦੇ ਲਈ ਕੀ ਕਰ ਸਕਦੇ ਹਾਂ। ਉਹ ਕਹਿਣਗੇ ਕਿ ਨਹੀਂ, ਇਹ ਗਲਤੀ ਉਹਦੀ ਹੈਗੀ ਆ ਔਰ ਇਸ ਕਰਕੇ ਉਹ ਸਾਰੀ ਜਿਹੜੀ ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਮੈਂ ਪੜ੍ਹ ਰਹੀ ਸੀਗੀ ਤਾਂ ਉੱਥੇ ਜਿਹੜੇ ਸੈਕਸ਼ੂਅਲ ਹਰਾਸਮੈਂਟ ਸੈੱਲ ਬਣਿਆ ਸੀਗਾ, ਜਾਂ ਫਿਰ ਇੱਕ ਮੀਨ JNU ਦੇ ਵਿੱਚ ਵੀ ਮੇਰੇ ਕੁਝ ਦੋਸਤਾਂ ਦੇ ਨਾਲ ਗੱਲ ਕਰਨ ਤੇ ਉਹਦੇ ਤਾਂ ਜਿੱਥੇ ਈਵਨ ਇਹਨਾਂ ਪੜ੍ਹੀਆਂ ਲਿਖੀਆਂ ਸਪੇਸਿਸ ਦੇ ਵਿੱਚ ਵੀ ਉਹ ਵਿਕਟਿਮ ਬਲੇਮਿੰਗ ਵਾਲਾ ਜਿਹੜਾ ਕਨਸੈਪਟ ਹੈਗਾ ਉਹ ਇੰਨਾ ਜ਼ਿਆਦਾ ਕੰਮ ਕਰਦਾ ਹੈਗਾ ਕਿ ਉਹ ਮਤਲਬ ਤੁਹਾਡੇ ਕੌਨਫੀਡੈਂਸ ਨੂੰ ਵੀ ਲੋ ਕਰਦਾ, ਤੁਹਾਡੀ ਆਪਣੀ ਵਰਥ ਨੂੰ ਕੁਐਸਚਨ ਕਰਨ ਤੇ ਤੁਹਾਨੂੰ ਮਜਬੂਰ ਕਰ ਦਿੰਦਾ ਹੈਗਾ। ਹੁਣ ਇਹਦੇ ਨਾਲ ਹੀ ਇੱਕ ਬੜਾ ਇੰਪੋਰਟੈਂਟ ਚੀਜ਼ ਜੁੜੀ ਹੋਈ ਹੈ ਕਿ ਚੋਇਸ ਦਾ ਮਤਲਬ ਮੇਰੀ ਆਪਣੀ ਸਿਸਟਰ ਦੇ ਨਾਲ ਡਿਸਕਸ਼ਨ 'ਚ ਮੈਨੂੰ ਬੜਾ ਵਧੀਆ ਲਾਈਕ ਇੱਕ ਐਂਗਲ ਜਿਹੜਾ ਉਹਦੇ 'ਚ ਦੇਖਣ ਨੂੰ ਮਿਲਿਆ ਉਹ ਹੈਗਾ ਕਿ ਇਹ ਨਾ ਸਿਰਫ ਇਹਦੇ 'ਚ ਮੁੱਦਾ ਜਿਹੜਾ ਸਿਰਫ ਇੰਨਾ ਹੈਗਾ ਕਿ ਔਰਤਾਂ ਕਿ ਘਰ ਦੀ, ਪਰਿਵਾਰ ਦੀ, ਇੱਕ ਸੰਸਥਾ ਦੀ ਜਾਂ ਫਿਰ ਇਸ ਸਾਡੇ ਸ਼ਹਿਰ ਦੀ, ਪਿੰਡ ਦੀ ਇੱਜ਼ਤ ਨੂੰ ਬਚਾ ਕੇ ਰੱਖਣਾ ਹੈਗਾ, ਬਲਕਿ ਉਹਦੇ 'ਚ ਇੱਕ ਇਹ ਵੀ ਹੈਗਾ ਕਿ ਅਸੀਂ ਜਿਹੜੀ ਡਿਸੀਜਨ ਮੇਕਿੰਗ ਪਾਵਰ ਹੈਗੀ ਆ ਜਾਂ ਚੋਇਸ ਦੀ ਜਿਹੜੀ ਇੱਕ ਅਧਿਕਾਰ ਹੈਗਾ ਉਹ ਔਰਤ ਨੂੰ ਦੇਣਾ ਨਹੀਂ ਚਾਹੁੰਦੇ। ਕਿਉਂਕਿ ਜੇਕਰ ਉਹ ਮਤਲਬ ਉਹ ਅਸੀਂ ਉਹਨੂੰ ਡਿਸੀਜਨ ਲੈਣ ਦਾ ਹੱਕ ਦੇ ਦਿੱਤਾ ਤਾਂ ਫਿਰ ਉਹ ਤਾਂ ਉਹ ਆਪਣੀ ਮਰਜ਼ੀ ਕਰੂਗੀ, ਤੇ ਜੇਕਰ ਉਹ ਆਪਣੀ ਮਰਜ਼ੀ ਕਰੂਗੀ ਤਾਂ ਉਹ ਸਾਡੇ ਕਹਿਣੇ 'ਚ ਨਹੀਂ ਰਹੂਗੀ। ਤਾਂ ਉੱਥੇ ਫਿਰ ਇਹ ਜਿਹੜਾ ਮਤਲਬ ਇਹ ਸਵਾਲ ਆ ਜਾਂਦਾ ਨਾ ਕਿ ਮਤਲਬ ਗੁੱਡ ਗਰਲ ਵਰਸਸ ਬੈਡ ਗਰਲ, ਚੰਗੀਆਂ ਕੁੜੀਆਂ ਤੇ ਮਾੜੀਆਂ ਕੁੜੀਆਂ। ਕਿ ਚੰਗੀਆਂ ਕੁੜੀਆਂ ਤਾਂ ਉਹ ਹੁੰਦੀਆਂ ਨੇ ਜਿਹੜੀਆਂ ਘਰਦਿਆਂ ਦੀ ਹਰ ਗੱਲ ਮੰਨਦੀਆਂ ਨੇ ਜਾਂ ਫਿਰ ਬਾਹਰਦਿਆਂ ਦੀ ਵੀ ਉਹਨਾਂ ਸਾਰੀਆਂ ਬਾਉਂਡਰੀਜ਼ ਦੇ ਵਿੱਚ ਅੰਦਰ ਰਹਿ ਕੇ ਕੰਮ ਕਰਦੀਆਂ ਨੇ ਜਿਹੜੀਆਂ ਸੁਸਾਇਟੀ ਨੇ ਉਹਨਾਂ ਦੇ ਲਈ ਤੈਅ ਕੀਤੀਆਂ ਨੇ। ਹੁਣ ਥੋੜਾ ਜਿਹਾ ਅੱਗੇ ਆਉਂਦੇ ਆ ਤੇ ਜਿਵੇਂ ਮੈਂ ਥੋੜਾ ਜਿਹਾ ਲੈਕਚਰ ਦੀ ਬਿਗਨਿੰਗ ਦੇ ਵਿੱਚ ਕਿਹਾ ਸੀਗਾ ਕਿ ਕੋਈ ਵੀ ਜਿਹੜੀ ਸਪੇਸ ਹੁੰਦੀ ਹੈਗੀ ਆ ਉਹ ਨਿਊਟਰਲ ਸਪੇਸ ਨਹੀਂ ਹੁੰਦੀ ਹੈਗੀ, ਉਹ ਮਤਲਬ ਸਪੇਸ ਜਿਹੜੀ ਹੈਗੀ ਉਹ ਬਣਾਈ ਗਈ ਸਪੇਸ ਹੁੰਦੀ ਹੈਗੀ ਆ। ਮਤਲਬ ਕੋਈ ਵੀ ਜਗ੍ਹਾ ਜਿਹੜੀ ਹੈਗੀ ਆ ਮਤਲਬ ਇਹ ਕਿਹਨੇ ਡਿਸਾਈਡ ਕਰ ਲਿਆ ਕਿ ਜੀ ਬੱਸ ਸਟੈਂਡ ਤੇ ਸਿਰਫ ਜਾਂ ਬੱਸ ਸਟੈਂਡ ਜਾਂ ਫਿਰ ਰੇਲਵੇ ਸਟੇਸ਼ਨ ਜਾਂ ਫਿਰ ਟ੍ਰੇਨ ਜਾਂ ਬੱਸ ਦੇ ਵਿੱਚ ਮਤਲਬ ਕਿਸੇ ਇੱਕ ਪਰਟੀਕੂਲਰ ਜੈਂਡਰ ਦੇ ਪਰਸਨ ਨੇ ਇਸੇ ਤਰੀਕੇ ਨਾਲ ਹੀ ਵਿਵਹਾਰ ਕਰਨਾ ਹੈਗਾ। ਮਤਲਬ ਜਿਵੇਂ ਬੱਸ ਦੇ ਵਿੱਚ ਜਾਂਦੇ ਹੋਏ ਜਿਹੜੀ ਮੈਨਸ ਪਲੈਨਿੰਗ ਹੈਗੀ ਆ ਕਿ ਔਰ ਮਤਲਬ ਦੋ ਬੰਦਿਆਂ ਦੀ ਸੀਟ ਦੇ ਉੱਪਰ ਮਰਦ ਜਿਹੜੇ ਉਹ ਇਸ ਤਰੀਕੇ ਨਾਲ ਬੈਠਣਗੇ, ਔਰਤ ਜਿਹੜੀ ਬਿਲਕੁਲ ਸੱਟ ਕੇ ਇਸ ਤਰੀਕੇ ਨਾਲ ਬੈਠੀ ਹੁੰਦੀ ਆ ਕਿ ਉਹ ਮੈਂ ਜਿਵੇਂ ਪਹਿਲਾਂ ਬੋਡੀ ਲੈਂਗੁਏਜ ਦੀ ਗੱਲ ਕੀਤੀ ਸੀਗੀ ਤਾਂ ਉਹ ਜਦੋਂ ਪਰ ਇਹ ਸਾਰੀਆਂ ਜਿਹੜੀਆਂ ਸਪੇਸਿਸ ਨੇ ਇਹਦੇ ਤੋਂ ਬਿਨਾਂ ਵੀ ਜਿੰਨੀਆਂ ਵੀ ਸਪੇਸਿਸ ਹੈਗੀਆਂ ਨੇ ਉਹ ਇਸ ਤਰੀਕੇ ਦੇ ਨਾਲ ਕੰਮ ਕਰਦੀਆਂ ਕਿ ਉਹ ਕੰਸਟਰਕਟਿਡ ਸਪੇਸਿਸ ਹੁੰਦੀਆਂ ਨੇ, ਬਣਾਈਆਂ ਗਈਆਂ ਸਪੇਸਿਸ ਹੁੰਦੀਆਂ ਨੇ। ਤੇ ਜਿਹੜੀਆਂ ਬਣਾਈਆਂ ਗਈਆਂ ਸਪੇਸਿਸ ਨੇ ਉਹ ਸਮਾਜਿਕ ਢਾਂਚੇ ਨੂੰ ਉਸੇ ਥਾਂ ਤੇ ਰੱਖਣ 'ਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਸਮਾਜਿਕ ਜਿਹੜੀਆਂ ਵੀ ਨੋਰਮਸ, ਰੈਗੂਲੇਸ਼ਨਸ, ਰੂਲਸ ਜਾਂ ਫਿਰ ਕਹਿ ਲਓ ਕਿ ਸਟੇਟਸ ਕੋ ਜਿਹੜਾ ਸਾਡੀ ਸੁਸਾਇਟੀ ਦਾ ਹੈਗਾ ਉਹਨੂੰ ਉਸੇ ਥਾਂ ਤੇ ਰੱਖਣ ਤੇ ਬੜਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਤੇ ਇਹਨਾਂ ਵਿੱਚੋਂ ਫਿਰ ਪਿੰਡ, ਸ਼ਹਿਰ, ਯੂਨੀਵਰਸਿਟੀਆਂ, ਕਾਲਜ ਤੇ ਹੋਰ ਸੰਸਥਾਵਾਂ ਜਿਹੜੀਆਂ ਨੇ ਉਹ ਮਤਲਬ ਇਕੁਅਲ ਤਰੀਕੇ ਨਾਲ ਉਹਦੇ 'ਚ ਆਪਣਾ ਰੋਲ ਤੈਅ ਕਰਨ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ। ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਹੈਗਾ ਕਿ ਫਿਰ ਜੇਕਰ ਮਤਲਬ ਜਿਹੜਾ ਮੈਂ ਇੰਟਰੋਡਕਸ਼ਨ ਦੇ ਵਿੱਚ ਥੋੜਾ ਦੱਸਿਆ ਸੀਗਾ ਕਿ ਮੈਂ ਬਾਕੀ ਮਾਈਨੋਰਿਟੀਜ਼ ਦੇ ਨਾਲ ਇਹਦਾ ਕਿਵੇਂ ਜੁੜਿਆ ਹੋਇਆ ਉਹਦੇ ਤੇ ਗੱਲ ਰੱਖੂੰਗੀ। ਤਾਂ ਇਹਦੇ ਮਤਲਬ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਸਪੇਸਿਸ ਜਿਹੜੀਆਂ ਬਣਾਈਆਂ ਗਈਆਂ ਨੇ ਇਹਦਾ ਮਤਲਬ ਸਪੇਸਿਸ ਦੇ ਵਿੱਚ ਸਾਰਿਆਂ ਦੀ ਮੌਜੂਦਗੀ ਜਿਹੜੀ ਆ ਉਹ ਬਰਾਬਰ ਦੀ ਮੌਜੂਦਗੀ ਨਹੀਂ ਹੈਗੀ। ਇਹਦਾ ਮਤਲਬ ਕੁਝ ਜਾਣੇ ਬਾਹਰ ਵੀ ਰਹਿਣਗੇ, ਕੁਝ ਜਾਣਿਆਂ ਦੀ ਐਕਸਕਲੂਜਨ ਵੀ ਹੈਗੀ ਆ। ਔਰ ਉਹ ਜਦੋਂ ਐਕਸਕਲੂਜਨ ਬਾਹਰ ਕੁਝ ਜਾਣੇ ਜਿਹੜੇ ਉਸ ਸਪੇਸਿਸ ਚੋਂ ਬਾਹਰ ਕੱਢੇ ਗਏ ਨੇ, ਉਹਨਾਂ ਚੋਂ ਬਾਹਰ ਰੱਖੇ ਗਏ ਨੇ, ਤਾਂ ਇੱਥੇ ਫਿਰ ਇਹਦਾ ਮਤਲਬ ਇਹ ਹੈਗਾ ਕਿ ਸਾਡੇ ਜਿਹੜੇ ਸ਼ਹਿਰ ਨੂੰ, ਪਿੰਡ ਨੂੰ ਜਾਂ ਸਿਟੀਜ਼ਨਸ਼ਿਪ ਨੂੰ ਵੀ ਈਵਨ ਨਾਗਰਿਕਤਾ ਦੇ ਸਵਾਲਾਂ ਨੂੰ, ਸਾਡੇ ਵਸੇਬੇ ਦੇ ਜਿਹੜੇ ਮਾਪਦੰਡ ਤੈਅ ਕਰਨ ਦੇ ਜਿਹੜੇ ਸਵਾਲ ਹੈਗੇ ਆ ਉਹ ਵੀ ਅਲੱਗ-ਅਲੱਗ ਤਰੀਕੇ ਨਾਲ ਇਹਨਾਂ ਚੀਜ਼ਾਂ ਤੋਂ ਹੀ ਤੈਅ ਹੁੰਦੇ ਨੇ। ਤੇ ਇਸੇ ਐਕਸਕਲੂਜਨ ਦੇ, ਇਸੇ ਮਤਲਬ ਲੋਕਾਂ ਨੂੰ ਬਾਹਰ ਰੱਖਣ ਦੇ, ਉਹਨਾਂ ਸਪੇਸਿਸ ਤੋਂ ਖਦੇੜਨ ਦੇ ਜਿਹੜੇ ਆਧਾਰ ਤੇ ਉਹਦੇ 'ਚ ਰਿਲੀਜਨ ਵੀ ਰੋਲ ਪਲੇ ਰਿਲੀਜਨ ਦੇ ਬੇਸਿਸ ਤੇ ਵੀ ਹੋ ਸਕਦਾ, ਕਾਸਟ ਦੀ ਬੇਸਿਸ ਤੇ ਵੀ ਹੋ ਸਕਦਾ, ਕਲਾਸ ਦੇ ਬੇਸਿਸ ਤੇ, ਜੈਂਡਰ ਦੇ ਬੇਸਿਸ ਤੇ, ਔਰ ਈਵਨ ਫਿਰ ਇਹਨਾਂ ਸਾਰਿਆਂ ਦਾ
ਜਿਵੇਂ ਔਰਤ ਦੀ ਪਬਲਿਕ ਸਪੇਸਿਸ ਤੇ ਮੌਜੂਦਗੀ ਤੇ ਹਿੱਸੇਦਾਰੀ ਦਾ ਬਾਕੀ ਜਿਹੜੇ ਮਾਈਨੋਰਿਟੀਜ਼ ਨੇ ਉਹਨਾਂ ਨੂੰ ਬਾਹਰ ਰੱਖੇ ਜਾਣ ਦੇ ਨਾਲ ਕੀ ਰਿਸ਼ਤਾ ਬਣਦਾ ਹੈਗਾ, ਉੱਥੇ ਕਿਹੜੇ ਸਵਾਲ ਨੇ ਜਿਹੜੇ ਬਣਦੇ ਨੇ। ਮੈਂ ਕੁਝ ਐਗਜ਼ਾਮਪਲ ਲਵਾਂਗੀ। ਜਿਵੇਂ ਲੋਕਡਾਊਨ ਤੋਂ ਪਹਿਲਾਂ ਹੀ ਬਹੁਤ ਸਾਰਾ ਜਿਹੜੇ ਅਸੀਂ ਇੱਕ ਬਹੁਤ ਮੇਜਰ ਕ੍ਰਾਈਸਿਸ ਜਿਹੜਾ ਸਾਡੀ ਉਹਦੇ 'ਚ ਚੱਲਿਆ ਸੀਗਾ, ਉਹ ਸੀਗਾ NRC ਨੂੰ ਤੇ NRC CA ਨੂੰ ਲੈ ਕੇ ਆਉਣ ਦਾ। ਹੁਣ ਉਹ ਇੱਕ ਮਤਲਬ ਉਹ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਇੱਕ ਖਾਸ ਕਮਿਊਨਿਟੀ ਦੇ ਲੋਕਾਂ ਨੂੰ ਮਤਲਬ ਬਾਹਰ ਰੱਖਣ ਦਾ, ਮੁਸਲਿਮਸ ਨੂੰ ਬਾਹਰ ਰੱਖਣ ਦਾ ਉਹਦੇ ਤੋਂ ਜ਼ਰੀਆ ਹੈਗਾ। ਉਹ ਇੱਕ ਢੰਗ ਇਹ ਜਾਂ ਅਪਣਾਇਆ ਗਿਆ ਹੈ। ਹੁਣ ਮਤਲਬ ਜਦੋਂ ਤੁਸੀਂ ਸੰਵਿਧਾਨਿਕ ਤੇ ਕਾਨੂੰਨਨ ਤੌਰ ਤੇ ਉਹਦੇ ਵਿੱਚ ਤੋੜ ਮਰੋੜ ਕਰਕੇ ਲੋਕਾਂ ਨੂੰ ਉਹਦੇ ਤੋਂ ਬਾਹਰ ਰੱਖ ਰਹੇ ਹੋ ਕਿ ਉਹਨਾਂ ਨੂੰ ਸਾਬਿਤ ਕਰਨਾ ਪਊਗਾ ਕਿ ਉਹ ਇਸ ਇੱਥੋਂ ਦੇ ਨਾਗਰਿਕ ਹੈਗੇ ਨੇ। ਇੱਕ ਇਹ ਐਗਜ਼ਾਮਪਲ ਹੈਗੀ ਆ। ਦੂਜਾ ਹੈਗਾ ਕਿ ਕੋਵਿਡ ਕਰੋਨਾ ਦੇ ਟਾਈਮ ਤੇ ਲੋਕਡਾਊਨ ਹੋਇਆ, ਔਰ ਲੋਕਡਾਊਨ ਦੇ ਵਿੱਚ ਅਸੀਂ ਮਤਲਬ ਬਹੁਤ ਸਾਰੇ ਜਿਹੜੀ ਅਗਰ ਅਸੀਂ ਮਿਡਲ ਕਲਾਸ ਦੀ ਗੱਲ ਕਰੀਏ, ਉਹ ਅਸੀਂ ਸੇਫ ਹੋ ਗਏ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੈਗੇ ਹਾਂ, ਸਾਡੇ ਕੋਲੇ ਰਾਸ਼ਨ ਹੈਗਾ, ਅਸੀਂ ਬਚ ਸਕਦੇ ਹਾਂ। ਬਟ ਬਹੁਤ ਸਾਰੇ ਕਿਰਤੀ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਆ ਕੇ ਕੰਮ ਕਰ ਰਹੇ ਸੀ, ਬਹੁਤ ਸਾਰੇ ਲੇਬਰਰਸ ਜਿਹੜੇ ਆਪਣੇ ਜਗ੍ਹਾ ਤੇ ਆ ਕੇ ਕੰਮ ਕਰ ਰਹੇ ਸੀ, ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਉਹ ਜਿੱਥੋਂ ਆਏ ਸੀ ਉੱਥੋਂ ਉਹ ਵਾਪਸ ਚਲੇ ਜਾਣ। ਪਰ ਉਹ ਚਲੇ ਤਾਂ ਜਾਣ, ਪਰ ਉਹਨਾਂ ਦੇ ਲਈ ਮਤਲਬ ਉਹਨਾਂ ਨੂੰ ਜਾਣ ਦੇ ਲਈ ਉਹਨਾਂ ਕੀ ਰਿਸੋਰਸਿਸ ਨੇ ਜਿਹੜੇ ਪ੍ਰੋਵਾਈਡ ਕੀਤੇ ਜਾ ਸਕਦੇ ਨੇ, ਉਹਦੇ ਤੋਂ ਸਟੇਟ ਨੇ ਹੱਥ ਖੜਾ ਚੱਕ ਲਿਆ, ਜਾਂ ਕਿਸੇ ਨੇ ਵੀ ਉਹਦੇ 'ਚ ਲਾਈਕ ਮਤਲਬ ਉਹਨਾਂ ਤੇ ਹੀ ਛੱਡ ਦਿੱਤਾ ਗਿਆ ਕਿ ਉਹ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ। ਹੁਣ ਉੱਥੇ ਵੀ ਐਕਸਕਲੂਜਨ ਹੋ ਰਹੀ ਹੈਗੀ ਆ। ਫਿਰ ਹੈਗਾ ਕਾਸਟ ਦੇ ਬੇਸ ਤੇ, ਮਤਲਬ ਜਿਵੇਂ ਜੇਕਰ ਅਸੀਂ ਪਿੰਡ ਦੀ ਐਗਜ਼ਾਮਪਲ ਲਈਏ ਕਿ ਪਿੰਡਾਂ ਦੀ ਜਿਹੜੀ ਸਪੇਸ਼ੀਅਲ ਜੋਗਰਾਫੀ ਕਿਸ ਤਰੀਕੇ ਨਾਲ ਹੁੰਦੀ ਹੈਗੀ ਹੈ ਕਿ ਮੋਸਟਲੀ ਜਿਹੜੇ ਦਲਿਤਸ ਦੇ ਘਰ ਹੁੰਦੇ ਨੇ ਉਹਨਾਂ ਨੂੰ ਵਿਹੜੇ ਵਾਲੇ ਕਿਹਾ ਜਾਂਦਾ, ਤੇ ਉਹ ਪਿੰਡ ਦੇ ਇੱਕ ਕਾਰਨਰ ਦੇ ਵਿੱਚ ਬਾਹਰ ਤੋਂ ਬਾਹਰ ਰਹਿੰਦੇ ਨੇ, ਠੀਕ ਹੈ। ਔਰ ਉਸੇ ਤਰੀਕੇ ਨਾਲ ਜੇਕਰ ਅਸੀਂ ਸਿਟੀਜ਼ ਦੇ ਵਿੱਚ ਦੇਖੀਏ ਤਾਂ ਇੱਕ ਜਿਵੇਂ ਸਲਮਸ ਨੇ, ਉਹ ਜਿਹੜੀਆਂ ਲਾਰਜਲੀ ਸਿਟੀ ਦੇ ਕਾਰਨਰਸ ਤੇ ਬਾਹਰ ਦੇ ਜਿੱਥੋਂ ਸਿਟੀ ਦੀਆਂ ਬਾਉਂਡਰੀਜ਼ ਸ਼ੁਰੂ ਹੁੰਦੀਆਂ ਨੇ ਉੱਥੇ ਹੁੰਦੀਆਂ ਨੇ। ਹੁਣ ਉਹ ਸੈਂਟਰ ਦੇ ਵਿੱਚ ਨਹੀਂ ਹੁੰਦੀਆਂ ਕਿਉਂਕਿ ਸੈਂਟਰ 'ਚ ਡੋਮੀਨੈਂਸ ਕਿਸੇ ਹੋਰ ਦੀ ਹੈਗੀ ਆ, ਠੀਕ ਹੈ। ਤੇ ਇਸੇ ਤਰੀਕੇ ਨਾਲ ਜਿਵੇਂ ਜਿਹੜੇ ਡਿਫਰੈਂਟਲੀ ਏਬਲਡ ਪੀਪਲ ਨੇ, ਉਹਨਾਂ ਦੀ ਵੀ ਉਹਨਾਂ ਸਪੇਸਿਸ ਤੱਕ ਜਿਹੜੀ ਪਹੁੰਚ ਹੈਗੀ ਆ ਜਾਂ ਹਿੱਸੇਦਾਰੀ ਹੈਗੀ ਆ, ਉਹ ਬਰਾਬਰ ਦੀ ਨਹੀਂ ਹੈਗੀ ਪਬਲਿਕ ਸਪੇਸਿਸ ਦੇ ਉੱਪਰ। ਉਸੇ ਤਰੀਕੇ ਨਾਲ ਹੋਰ ਜੈਂਡਰ ਮਾਈਨੋਰਿਟੀਜ਼, ਗੇ, ਲੈਸਬੀਅਨਸ, ਕੁਈਅਰ, ਉਹ ਜਿਹੜੇ ਲੋਕ ਹੈਗੇ ਨੇ, ਉਹਨਾਂ ਨੂੰ ਵੀ ਉਹਨਾਂ ਸਪੇਸਿਸ ਦੇ ਉੱਪਰ ਬਰਾਬਰ ਦੀ ਹੱਕ ਨਹੀਂ ਹੈਗੇ। ਤੇ ਇਸੇ ਤਰੀਕੇ ਨਾਲ ਜਿਵੇਂ ਮੈਂ ਹੁਣੇ ਗੱਲ ਕੀਤੀ ਕਿ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਕੋਵਿਡ ਦੇ ਵਿੱਚ ਮਜਬੂਰ ਕੀਤਾ ਗਿਆ ਉਹਨਾਂ ਦੇ ਹੱਕਾਂ ਦਾ ਘਾਣ ਕਰਕੇ ਕਿ ਉਹ ਉੱਥੋਂ ਚਲੇ ਜਾਣ। ਹੁਣ ਉਹਦੇ 'ਚ ਇੱਕ ਮਤਲਬ ਚੰਡੀਗੜ੍ਹ ਦੀ ਮੈਂ ਐਗਜ਼ਾਮਪਲ ਫੇਰ ਦਊਂਗੀ, ਬਿਕੋਜ਼ ਚੰਡੀਗੜ੍ਹ ਦੇ ਵਿੱਚ ਸਲਮਸ ਨੂੰ ਡਿਮੋਲਿਸ਼ ਕਰਨ ਦਾ ਕੀਤੇ ਗਏ ਤਾਂ ਕਿ ਚੰਡੀਗੜ੍ਹ ਨੂੰ ਬਿਊਟੀਫਾਈ ਕਰਨਾ ਹੈ, ਮਤਲਬ ਉਹਨੂੰ ਸੁੰਦਰ ਸ਼ਹਿਰ ਬਣਾਉਣਾ, ਤੇ ਸੁੰਦਰ ਸ਼ਹਿਰ ਦੇ ਵਿੱਚ ਸਲਮਸ ਦੀ ਕੋਈ ਜਗ੍ਹਾ ਨਹੀਂ ਹੋਊਗੀ, ਠੀਕ ਹੈ। ਹੁਣ ਉਹ ਦੂਜੀ ਇੱਕ ਹੋਰ ਐਗਜ਼ਾਮਪਲ ਜਿਹੜੀ ਮੇਰੇ ਧਿਆਨ 'ਚ ਆਉਂਦੀ ਹੈ, ਜਿਹੜੀ ਲਾਈਕ ਮਤਲਬ ਪਿਛਲੇ ਹੀ ਸਾਲ ਦੇ ਵਿੱਚ ਸੀ, ਜਦੋਂ ਮਤਲਬ ਚੰਡੀਗੜ੍ਹ ਰਹਿਣ ਦੇ ਵਿੱਚ ਮੈਨੂੰ ਪਤਾ ਲੱਗਿਆ ਸੀਗਾ ਕਿ 17 ਸੈਕਟਰ ਜਿਹੜਾ ਚੰਡੀਗੜ੍ਹ ਦਾ, ਉੱਥੇ ਬਹੁਤ ਸਾਰੇ ਹੌਕਰਸ ਨੇ, ਜਿਹੜੇ ਲੋਕ ਨੇ ਉਹ ਬਾਹਰ ਰੇਹੜੀਆਂ ਲਗਾਉਂਦੇ ਸੀ, ਠੀਕ ਹੈ। ਉਹ ਆਪਣੀ ਸਮਾਨ ਆਪਣਾ ਵੇਚਦੇ ਸੀ, ਚਾਹੇ ਫਰੂਟਸ ਨੇ ਜਾਂ ਕੁਛ ਹੋਰ ਛੋਟਾ ਮੋਟਾ ਸਮਾਨ ਉਹਦੇ 'ਚ ਵੇਚਦੇ ਸੀ। ਉਹਨਾਂ ਨੂੰ ਚੱਕ ਦਿੱਤਾ ਗਿਆ ਬਿਕੋਜ਼ ਇਹ ਕਿਹਾ ਗਿਆ ਕਿ ਅਸੀਂ ਸਿਟੀ ਨੂੰ ਸੈਨੀਟਾਈਜ਼ ਕਰਨਾ ਹੈਗਾ, ਸਿਟੀ ਨੂੰ ਅਸੀਂ ਸਾਫ਼ ਰੱਖਣਾ ਹੈਗਾ ਔਰ ਉਹਨੂੰ ਬਿਊਟੀਫਾਈ ਕਰਨਾ ਹੈਗਾ। ਹੁਣ ਸਾਡੀ ਬਿਊਟੀ ਦਾ ਕਨਸੈਪਟ ਹੀ ਕਿੰਨਾ ਪ੍ਰੋਬਲਮੈਟਿਕ ਹੈਗਾ ਕਿ ਜਿੱਥੇ ਅਸੀਂ ਕਿੰਨੀ ਵੱਡੀ ਪਾਪੂਲੇਸ਼ਨ ਨੂੰ ਉਹਦੇ ਵਿੱਚੋਂ ਬਾਹਰ ਕਰ ਦਿੰਦੇ ਹੈਗੇ ਆ, ਅਲੱਗ-ਅਲੱਗ ਬੇਸਿਸ ਤੇ, ਚਾਹੇ ਉਹ ਰਿਲੀਜਨ ਦਾ ਬੇਸਿਸ ਤੇ, ਕਾਸਟ ਦੇ ਬੇਸਿਸ ਤੇ, ਰਿਚ ਜਾਂ ਪੂਅਰ ਦੇ ਬੇਸਿਸ ਤੇ। ਤੇ ਕਿਉਂਕਿ ਉਸ ਜਿਹੜਾ ਲਾਰਜਲੀ ਆਈਡੀਆ ਹੈਗਾ ਉਸ ਡੋਮੀਨੈਂਟ ਕਲਾਸ ਦਾ ਜਾਂ ਡੋਮੀਨੈਂਟ ਹੈਜਮਨੀ ਦਾ, ਕਿ ਉਹ ਇਸ ਦੇ ਨਾਲ ਮੇਲ ਨਹੀਂ ਖਾਂਦਾ ਕਿ ਜਿੱਥੇ ਉਹਨਾਂ ਨੇ ਚੀਜ਼ਾਂ ਜਿਹੜੀਆਂ ਇੱਕ ਨੀਟ ਸੈਪਰੇਟ ਕੰਪਾਰਟਮੈਂਟਸ ਦੇ ਵਿੱਚ ਬਣਾਈਆਂ ਹੋਈਆਂ ਨੇ, ਡਿਵਾਈਡ ਕੀਤੀਆਂ ਨੇ, ਤੇ ਉਹ ਕੰਪਾਰਟਮੈਂਟਸ ਨੂੰ ਹਿਲਾਉਣਾ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਚਾਹੁੰਦੇ ਹੈਗੇ। ਮਤਲਬ ਮੈਨੂੰ ਨਾ ਇੱਕ ਗੱਲ ਚੇਤੇ ਆ ਰਹੀ ਹੈਗੀ ਆ, ਕੁਛ ਟਾਈਮ ਜਦੋਂ ਮੈਂ ਆਪਣੀ PhD ਕਰ ਰਹੀ ਸੀ ਤਾਂ ਮੈਂ ਮਾਈਕ ਡੇਵਿਸ ਨੂੰ ਪੜ੍ਹਿਆ ਸੀ। ਮਾਈਕ ਡੇਵਿਸ ਨੇ ਪਲੈਨਟ ਆਫ ਸਲਮਸ ਨਾਮ ਦੀ ਇੱਕ ਕਿਤਾਬ ਲਿਖੀ ਸੀ। ਉਹਨਾਂ ਦੇ ਕੁਝ ਹੋਰ ਆਰਟੀਕਲਸ ਨੇ ਜਿਹਦੇ 'ਚ ਉਹ ਗੱਲ ਕਰਦੇ ਨੇ ਕਿ ਮਤਲਬ ਇਹ ਸਲਮਸ ਬਣਾ ਕੇ ਜਾਂ ਫਿਰ ਜਿਹੜੇ ਗਰੀਬ ਲੋਕ ਨੇ ਜਾਂ ਉਹਨਾਂ ਨੂੰ ਕਿਵੇਂ ਗੈਟੋਵਾਈਜ਼ ਕੀਤਾ ਜਾਂਦਾ, ਮਤਲਬ ਇੱਕ ਜਗ੍ਹਾ ਤੇ ਖਦੇੜ ਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਕੰਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਹੁਣ ਉੱਥੇ ਉਹਨਾਂ ਨੂੰ ਕਨਫਾਈਨ ਤਾਂ ਕਰ ਦਿੱਤਾ ਜਾਂਦਾ ਹੈਗਾ, ਪਰ ਉਸੇ ਦੇ ਨਾਲ ਹੀ ਜੇਕਰ ਉਹ ਮਤਲਬ ਜਨਤਕ ਥਾਵਾਂ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਆਪਣੇ ਸਰਵਾਈਵਲ ਦੇ ਲਈ, ਕਿ ਉੱਥੇ ਉਹ ਕੁਝ ਚੀਜ਼ਾਂ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਣ, ਤਾਂ ਉਹਨੂੰ ਕ੍ਰਿਮੀਨਲਾਈਜ਼ ਕਰ ਦਿੱਤਾ ਜਾਂਦਾ ਹੈਗਾ। ਉਹਨੂੰ ਮਤਲਬ ਇੱਕ ਬਹੁਤ ਵੱਡੀ
ਗੁਨਾਹ ਦੇ ਤੌਰ ਤੇ ਦੇਖਿਆ ਜਾਂਦਾ ਹੈਗਾ। ਹੁਣ ਮੈਂ ਇਹਨੂੰ ਜੋੜਦੀ ਹੈਗੀ ਔਰਤਾਂ ਦੇ ਕੇਸ ਦੇ ਨਾਲ ਕਿ ਇਹ ਕਿਵੇਂ ਉਹਦੇ ਨਾਲ ਔਰ ਜਨਤਕ ਥਾਵਾਂ ਦੇ ਉੱਤੇ ਔਰਤਾਂ ਦੀ ਮੌਜੂਦਗੀ ਤੇ ਹਿੱਸੇਦਾਰੀ ਦੇ ਵਿੱਚ ਇੱਕ ਤਰ੍ਹਾਂ ਦੀ ਐਂਗਜ਼ਾਇਟੀ ਜਿਹੜੀ ਹੈਗੀ ਉਹ ਹਮੇਸ਼ਾ ਰਹਿੰਦੀ ਹੈਗੀ ਆ। ਉਹ ਐਂਗਜ਼ਾਇਟੀ ਹੁੰਦੀ ਹੈ ਆਫ ਬੀਇੰਗ ਅ ਵੂਮਨ ਇਨ ਅ ਪਬਲਿਕ ਸਪੇਸ। ਮੈਨੂੰ ਨਾ ਇੱਕ ਗੱਲ ਯਾਦ ਆ ਰਹੀ ਹੈ ਕਿ ਕੁਝ ਟਾਈਮ ਪਹਿਲਾਂ ਮੈਂ ਇੱਕ ਫੋਟੋਗ੍ਰਾਫੀ ਦੀ ਕਿਤਾਬ ਦੇਖ ਰਹੀ ਸੀਗੀ ਜਿਹੜੀ ਸੋਸ਼ਲ ਸਪੇਸਿਸ ਦੇ ਉੱਪਰ ਸੀਗੀ। ਉਹ ਅਮਰੀਕਾ ਦੇ ਕੁਝ ਫੋਟੋਗ੍ਰਾਫਸ ਉਹਦੇ ਵਿੱਚ ਸੀਗੀਆਂ ਤੇ ਕੁਝ ਇਟਲੀ, ਫਲੋਰੈਂਸ, ਪੈਰਿਸ ਦੇ ਉੱਪਰੋਂ ਕੁਝ ਫੋਟੋ ਸੀਗੀਆਂ। ਇੱਕ ਫੋਟੋ ਸੀ ਜਿਹੜੀ ਮੇਰੇ ਦਿਮਾਗ 'ਚ ਰਹਿ ਗਈ, ਉਹ ਸੀਗੀ ਇੱਕ ਔਰਤ ਹੈਗੀ ਆ ਜਿਹਨੇ ਮਫਲਰ ਪਾਇਆ ਹੋਇਆ, ਹੱਥ ਦੇ ਵਿੱਚ ਪਰਸ ਫੜਿਆ ਹੋਇਆ ਔਰ ਗਾਊਨ ਪਾਇਆ ਹੋਇਆ ਔਰ ਉਹ ਇੱਕ ਗਲੀ ਦੇ ਵਿੱਚੋਂ ਜਾ ਰਹੀ ਹੈਗੀ ਆ ਔਰ ਉਸੇ ਗਲੀ ਦੇ ਵਿੱਚ ਕਰੀਬ 15 ਮੇਲ ਜਿਹੜੇ ਨੇ ਉਹ ਖੜੇ ਹੋਏ ਨੇ ਔਰ ਉਹਨਾਂ ਚੋਂ ਜੇਕਰ ਤੁਸੀਂ ਕਾਊਂਟ ਕਰੋ ਤਾਂ ਤੁਸੀਂ 12 ਮੇਲ ਇਸ ਤਰੀਕੇ ਦੇ ਗਿਣ ਸਕਦੇ ਹੋ ਜਿਨ੍ਹਾਂ ਦੇ ਜਿਹੜੇ ਉਸ ਔਰਤ ਵੱਲ ਦੇਖ ਰਹੇ ਨੇ। ਠੀਕ ਹੈ, ਹੁਣ ਉਹ ਮਤਲਬ ਇੱਕ ਬੰਦਾ ਜਿਹੜਾ ਉਹਨੇ ਆਪਣੀਆਂ ਜੇਬਾਂ ਦੇ ਵਿੱਚ ਹੱਥ ਪਾਏ ਹੋਇਆ ਤੇ ਉਹਨੇ ਉਸ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਉਹਦੇ ਪਿੱਛੇ ਖੜਾ ਹੈਗਾ ਉਹ ਸਮਰਕ ਕਰ ਰਿਹਾ, ਉਹਦੇ ਤੇ ਹੱਸ ਰਿਹਾ ਹੈਗਾ। ਫਿਰ 2 ਸਕੂਟਰ ਤੇ ਬਾਈਕ ਤੇ ਖੜੇ ਲੜਕੇ ਨੇ ਜਿਹੜੇ ਦੇਖ ਰਹੇ ਨੇ। ਹੁਣ ਜਦੋਂ ਇਸ ਹੱਦ ਤੱਕ ਲਾਈਕ ਮਤਲਬ ਉਹ ਐਂਗਜ਼ਾਇਟੀ ਰਹਿੰਦੀ ਹੈ, ਮਤਲਬ ਉਸ ਸਪੇਸ ਦੇ ਵਿੱਚ ਤੁਹਾਨੂੰ ਇੰਨਾ ਕੌਨਸ਼ੀਅਸ ਕਰ ਦਿੱਤਾ ਜਾਂਦਾ ਹੈਗਾ ਕਿ ਤਾਂ ਉਹ ਇੱਕ ਚੀਜ਼ ਜਿਹੜੀ ਉਹਦੇ 'ਚ ਹੋਰ ਕੰਮ ਕਰਦੀ ਹੈਗੀ ਆ ਉਹ ਹੈਗੀ ਆ ਕਿ ਸੈਲਫ ਰੈਗੂਲੇਟਰੀ ਬਿਹੇਵੀਅਰ। ਸੈਲਫ ਰੈਗੂਲੇਟਰੀ ਬਿਹੇਵੀਅਰ ਤੋਂ ਮੇਰਾ ਮਤਲਬ ਹੈਗਾ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਪਬਲਿਕ ਸਪੇਸ 'ਚ ਜਾਣਾ ਹੈ, ਕਿਸੇ ਜਨਤਕ ਥਾਂ 'ਤੇ ਐਕਸੈਸ ਕਰਨਾ ਤਾਂ ਤੁਸੀਂ ਆਪ ਹੀ ਆਪਣੇ ਆਪ 'ਤੇ ਕੁਝ ਬੰਦਿਸ਼ਾਂ ਲਗਾ ਲੈਂਦੇ ਹੈਗੇ ਹੋ। ਉਹ ਚਾਹੇ ਬੰਦਿਸ਼ਾਂ ਫਿਜ਼ੀਕਲ ਫਾਰਮ 'ਚ ਹੋਣ, ਬੋਡੀ ਫਾਰਮ 'ਚ ਹੋਣ ਕਿ ਤੁਸੀਂ ਡਰੈਸਅਪ ਹੋ ਕੇ ਕਿਵੇਂ ਜਾਣਾ ਹੈਗਾ, ਤੁਸੀਂ ਆਪਣੀ ਸ਼ਕਲ ਸੂਰਤ ਕਿਸ ਤਰੀਕੇ ਦੀ ਤੁਹਾਡੀ ਦਿਖਣੀ ਹੈਗੀ ਆ, ਤੇ ਜਾਂ ਫਿਰ ਸਾਈਕੋਲੋਜੀਕਲੀ ਮੈਂਟਲੀ ਕੁਝ ਬੰਦਿਸ਼ਾਂ ਜਿਹੜੀਆਂ ਨੇ ਤੁਸੀਂ ਆਪਣੇ ਆਪ 'ਤੇ ਲਗਾ ਲੈਂਦੇ ਹੈਗੇ ਆ ਔਰ ਉਹ ਉਸੇ ਉਹਦੇ 'ਤੇ ਕੰਮ ਕਰਦੀਆਂ ਨੇ। ਹੁਣ ਜਿਹੜੀਆਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਥੋੜ੍ਹੀ ਜਿਹੀ ਪਹਿਲਾਂ ਕਿ ਬਾਕੀ ਸਾਰੀਆਂ ਕੁਝ ਮਾਈਨੋਰਿਟੀਜ਼ ਨੂੰ ਵੀ ਐਕਸਕਲੂਡ ਕੀਤਾ ਜਾਂਦਾ ਹੈਗਾ ਤੇ ਔਰਤਾਂ ਨੂੰ ਵੀ ਪਬਲਿਕ ਸਪੇਸਿਸ ਦੇ ਦਾਇਰੇ ਦੇ ਵਿੱਚ ਉਸ ਤਰੀਕੇ ਦੀ ਹਿੱਸੇਦਾਰੀ ਨਹੀਂ ਦਿੱਤੀ ਜਾਂਦੀ। ਇਹਨਾਂ ਦਾ ਆਪਸ 'ਚ ਲਿੰਕ ਕੀ ਬਣਦਾ ਹੈਗਾ? ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਇੱਕ ਪਿੱਛੇ ਜੇ ਕੁਝ ਕੇਸਿਸ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਮਾਈਨੋਰਿਟੀ, ਇੱਕ ਖਾਸ ਤਰ੍ਹਾਂ ਦੀ ਕਮਿਊਨਿਟੀ, ਖਾਸ ਤਰ੍ਹਾਂ ਦੇ ਕਾਸਟ ਦੇ ਲੋਕਾਂ ਦੇ ਅਗੇਂਸਟ ਇਸ ਤਰੀਕੇ ਦਾ ਨੋਸ਼ਨ ਗਿਆ ਕਿ ਉਹ ਮਤਲਬ ਨੈਸੈਸਰਲੀ ਜਿਹੜੇ ਅਸੈਂਸ਼ੀਅਲੀ ਵਿਮਨ ਦੀ ਪ੍ਰੈਜ਼ੈਂਸ ਦੇ ਲਈ ਖਤਰਾ ਹੈਗੇ ਨੇ। ਜਿਵੇਂ ਯੂਪੀ ਦੇ ਵਿੱਚ ਲਵ ਜਿਹਾਦ, ਮਤਲਬ ਹੋਰ ਬਾਕੀ ਇੰਡੀਆ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹ ਚੀਜ਼ ਹੋਇਆ। ਹੁਣ ਇੱਥੇ ਨਾਲ ਸੇਫਟੀ ਦਾ ਮਤਲਬ ਸਿਰਫ ਇਹ ਨਹੀਂਗਾ ਕਿ ਉਹਨੂੰ ਕੋਈ ਵਾਇਲੇਟ ਕਰ ਦੂਗਾ, ਉਹਦੀ ਮਤਲਬ ਵਿਮਨ ਜਿਹੜੀ ਹੈਗੀ ਉਹਨੂੰ ਸੈਕਸ਼ੂਅਲੀ ਕੋਈ ਵਾਇਲੇਟ ਕਰ ਦੂਗਾ। ਉਹਦੇ 'ਚ ਇਹ ਵੀ ਹੈਗਾ ਕਿ ਸਾਡੀ ਸੁਸਾਇਟੀ ਮਤਲਬ ਉਹ ਕੁਝ ਚੀਜ਼ਾਂ ਚਾਹੁੰਦੀ ਹੈਗੀ ਆ ਤੇ ਕੁਝ ਚੀਜ਼ਾਂ ਨਹੀਂ ਚਾਹੁੰਦੀ। ਕੁਝ ਚੀਜ਼ਾਂ ਜਿਹੜੀਆਂ ਨੇ ਉਹ ਡਿਜ਼ਾਇਰ ਕਰਦੀ ਆ, ਕੁਝ ਚੀਜ਼ਾਂ ਜਿਹੜੀਆਂ ਉਹਦੇ ਲਈ ਅਨਡਿਜ਼ਾਇਰੇਬਲ ਹੈਗੀਆਂ ਨੇ। ਹੁਣ ਉਹਦੇ 'ਚ ਕੁਝ ਤਰ੍ਹਾਂ ਦੇ ਰਿਸ਼ਤੇ ਹੋਰ ਬਣਾਉਣੇ, ਲਾਈਕ ਜਿਵੇਂ ਮੁਸਲਿਮਸ ਤੇ ਦਲਿਤਸ ਔਰ ਜਾਂ ਫਿਰ ਹੋਰ ਮਤਲਬ ਈਵਨ ਜਿਹੜੇ ਤੁਹਾਡੇ ਆਪਣੀ ਕਲਾਸ ਤੋਂ ਨੀਚੇ ਵੀ ਰਿਸ਼ਤੇ ਬਣਾਉਣੇ ਜਾਂ ਫਿਰ ਉਹਨਾਂ ਦੇ ਨਾਲ ਵਿਚਰਨਾ ਜਿਹੜਾ ਹੈਗਾ ਉਹ ਉਹਨਾਂ ਨਾ ਚਾਹੁਣ ਵਾਲੀਆਂ ਸਪੇਸਿਸ, ਨਾ ਚਾਹੁਣ ਵਾਲੀਆਂ ਜਿਹੜੀਆਂ ਸੁਸਾਇਟੀ ਦੀਆਂ ਧਿਰਾਂ ਨੇ ਉਹਦੇ ਵਿੱਚ ਗੱਲ ਆਉਂਦੀ ਹੈਗੀ ਆ। ਹੁਣ ਫਿਰ ਉਹਦੇ 'ਚ ਕੀ ਆਉਂਦਾ ਕਿ ਜੀ ਲਵ ਜਿਹਾਦ ਦਾ ਆਇਆ, ਉਸੇ ਤਰ੍ਹਾਂ ਨਾਲ ਆਨਰ ਕਿਲਿੰਗ ਦਾ ਕਨਸੈਪਟ ਆਇਆ। ਹੁਣ ਇਹ ਸਾਰੇ ਦੋਨੇ ਜਿਹੜੇ ਨੇ ਉਹਦੇ ਵਿੱਚ ਇਹ ਜੁੜ ਰਿਹਾ ਹੈਗਾ ਜੀ। ਮੁਸਲਿਮਸ ਜਿਹੜੇ ਨੇ ਉਹ ਕੁੜੀਆਂ ਨੂੰ ਵਰਗਲਾ ਰਹੇ ਨੇ ਐਜ਼ ਇਫ ਜਿਵੇਂ ਉਹਨਾਂ ਦੀ ਆਪਣੀ ਅੰਡਰਸਟੈਂਡਿੰਗ ਤਾਂ ਕੁੜੀਆਂ ਦੀ ਕੁਝ ਵੀ ਨਹੀਂ ਹੈਗੀ। ਠੀਕ ਹੈ, ਆਨਰ ਕਿਲਿੰਗ ਵਾਲੇ ਦੇ ਵਿੱਚ ਵੀ ਇਹੀ ਹੈਗਾ ਜੀ, ਜਿਹੜਾ ਜੇਕਰ ਸਪੋਜ਼ ਕੁੜੀ ਅਪਰ ਕਾਸਟ ਤੋਂ ਹੈ ਤੇ ਮੁੰਡਾ ਜਿਹੜਾ ਸੋ ਕਾਲਡ ਲੋਅਰ ਕਾਸਟ ਤੋਂ ਹੈਗਾ ਤਾਂ ਉਹ ਜਿਹੜੀ ਇੱਜ਼ਤ ਕਮਿਊਨਿਟੀ ਤੇ ਉਹਦਾ ਨਾਲ ਤਾਂ ਆਉਂਦਾ ਹੀ ਹੈਗਾ, ਬਟ ਐਟ ਦਾ ਸੇਮ ਟਾਈਮ ਉਹ ਚੀਜ਼ ਵੀ ਆਉਂਦੀ ਹੈਗੀ ਆ ਕਿ ਅੱਗੇ ਜਾ ਕੇ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨਸ ਨੇ ਉਹ ਮਤਲਬ ਉਹਨਾਂ ਦਾ ਨਾਮ ਕਿਹਦੇ ਤੋਂ ਸ਼ੁਰੂ ਹੋਊਗਾ, ਮਤਲਬ ਇਹਦੇ ਨਾਲ ਜੁੜਦਾ ਤੇ ਉਹ ਉੱਥੇ ਫਿਰ ਪਬਲਿਕ ਸਪੇਸ ਤੇ ਉਹਨਾਂ ਜਨਤਕ ਥਾਵਾਂ ਤੇ ਔਰਤਾਂ ਨੂੰ ਰੋਕਣ ਦਾ ਇੱਕ ਬਹੁਤ ਵੱਡਾ ਜ਼ਰੀਆ ਬਣਦੇ ਨੇ। ਕਿਉਂਕਿ ਤੁਸੀਂ ਫਿਰ ਮਤਲਬ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਔਰਤਾਂ ਨੂੰ ਇੱਕ ਪਬਲਿਕ ਸਪੇਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਜਾਂ ਉੱਥੇ ਉਹਨਾਂ ਦੀ ਜਿਹੜੀ ਮੌਜੂਦਗੀ ਹੈਗੀ ਆ ਉਹ ਬਰਾਬਰ ਦੀ ਨਹੀਂ ਹੈਗੀ ਜਾਂ ਉਹਨਾਂ ਦੀ ਹਿੱਸੇਦਾਰੀ ਜਿਹੜੀ ਹੈਗੀ ਆ ਉਹਦੇ 'ਚ ਬਹੁਤ ਸਾਰੇ ਕਮੀਆਂ ਨੇ, ਤਾਂ ਇਹਦਾ ਮਤਲਬ ਇਹ ਹੈਗਾ ਕਿ ਸਾਨੂੰ ਨਾਲ ਇਹ ਵੀ ਕੁਐਸਚਨ ਰੇਜ਼ ਕਰਨਾ ਪਊਗਾ ਕਿ ਉਹਦੇ ਵਿੱਚ ਬਾਕੀ ਹੋਰ ਸਾਰੀਆਂ ਕਮਿਊਨਿਟੀਜ਼ ਵੀ ਹੈਗੀਆਂ ਤੇ ਇਹਨਾਂ ਦਾ ਆਪਸ 'ਚ ਕੀ ਲਿੰਕ ਬਣਦਾ ਹੈਗਾ। ਇਹ ਆਪਸ 'ਚ ਅਸੀਂ ਕਿਵੇਂ ਅੰਡਰਸਟੈਂਡ ਕਰਦੇ ਹਾਂ ਕਿ ਲਾਈਕ ਜਿਵੇਂ ਕਿ ਔਰਤਾਂ ਬਾਜ਼ਾਰ, ਮਾਰਕੀਟ ਜਾਂ ਹੋਰ ਸੜਕਾਂ ਤੇ ਗਲੀਆਂ ਦੇ ਵਿੱਚ ਅਗਰ ਘੁੰਮਣਗੀਆਂ ਤਾਂ ਉਹ ਉਹਨਾਂ ਲੋਕਾਂ ਦੇ ਨਾਲ ਕੰਟੈਕਟ 'ਚ ਵੀ ਆਉਣਗੀਆਂ ਜਿਹੜੇ
ਮੇ ਬੀ ਅਨਇੰਪਲੋਇਡ ਹੋ ਸਕਦੇ ਨੇ, ਕਾਲਡ ਲੋਅਰ ਕਾਸਟ ਤੋਂ ਹੋ ਸਕਦੇ ਨੇ, ਕਿਸੇ ਹੋਰ ਕਮਿਊਨਿਟੀ, ਕਿਸੇ ਹੋਰ ਰਿਲੀਜਨ ਦੇ ਹੋ ਸਕਦੇ ਨੇ। ਤੇ ਜੇਕਰ ਮਤਲਬ ਉਹਦੇ ਮਤਲਬ ਕੁੜੀਆਂ ਆਪਣੀ ਮਰਜ਼ੀ ਦੇ ਨਾਲ ਅਗਰ ਉਹਨਾਂ ਨੇ ਪਾਰਟਨਰ ਚੂਜ਼ ਕੀਤਾ ਤੇ ਉਹ ਸਾਡੀ ਚੋਇਸ ਦਾ ਨਹੀਂ ਹੋਇਆ, ਤਾਂ ਉਹ ਚੀਜ਼ ਬਿਲਕੁਲ ਵੀ ਐਕਸੈਪਟੈਂਸ ਦੇ ਦਾਇਰੇ ਵਿੱਚ ਨਹੀਂ ਆਉਂਦੀ ਹੈਗੀ। ਹੁਣ ਇੱਥੇ ਜਿਹੜਾ ਮਤਲਬ ਇੱਕ ਮੈਨੂੰ ਧਿਆਨ 'ਚ ਜਿਹੜੀ ਗੱਲ ਆ ਰਹੀ ਹੈਗੀ ਆ, ਉਹ ਹੈਗੀ ਆ ਕਿ ਇੱਥੇ ਇਵਨ ਜਿਹੜਾ ਕਰੀਅਰ ਦੀ ਚੋਇਸ ਹੈਗੀ ਆ, ਉਹ ਵੀ ਉੱਥੇ ਲਾਰਜਲੀ ਜਿਵੇਂ ਕੁੜੀਆਂ ਦੇ ਲਈ ਕਿਹਾ ਜਾਂਦਾ ਹੈਗਾ ਕਿ ਉਹਨਾਂ ਦੇ ਲਈ ਟੀਚਿੰਗ ਦਾ ਪ੍ਰੋਫੈਸ਼ਨ ਜ਼ਿਆਦਾ ਸੇਫ ਹੈਗਾ, ਔਰ ਇੱਥੇ ਨਾਲ ਇਹ ਆਰਗੂਮੈਂਟ ਵੀ ਕੰਮ ਕਰਦਾ ਹੈਗਾ ਕਿ ਉਹਨਾਂ ਨੂੰ ਉਹਨਾਂ ਸਪੇਸਿਸ 'ਚ ਕੰਮ ਕਰਨਾ ਚਾਹੀਦਾ ਜਿੱਥੇ ਲਾਰਜਲੀ ਉਹਨਾਂ ਨੂੰ ਮੇਲ ਦੇ ਬਹੁਤ ਸਟਰੇਂਜ ਮੈਨ ਦੇ ਕੰਟੈਕਟ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨਾ ਨਾ ਪਵੇ। ਉਹ ਮਤਲਬ ਆਪਣਾ ਇੱਕ ਕਲੋਜ਼ਡ ਜਿਹਾ ਸਪੇਸ ਬਣਾਉਣ ਔਰ ਉਸੇ ਦੇ ਵਿੱਚ ਹੀ ਵਿਚਰ ਕੇ ਖੁਸ਼ ਰਹਿਣ। ਜਦੋਂ ਨਹੀਂ ਹੁੰਦਾ ਜਾਂ ਜਦੋਂ ਮਤਲਬ ਜਿਹੜੀਆਂ ਇਹ ਚੀਜ਼ਾਂ ਨੇ, ਮੈਂ ਕਹੀਆਂ ਕਿ ਕੁਝ ਚੀਜ਼ਾਂ ਸੁਸਾਇਟੀ ਚਾਹੁੰਦੀ ਹੈ, ਕੁਝ ਚੀਜ਼ਾਂ ਨੇ ਜਿਹੜੀਆਂ ਨਹੀਂ ਚਾਹੁੰਦੀ, ਤੇ ਜਦੋਂ ਨਹੀਂ ਚਾਹੁਣ ਵਾਲੀਆਂ ਨੂੰ ਬਾਹਰ ਰੱਖਣਾ ਹੁੰਦਾ, ਜਦੋਂ ਉਹਨਾਂ ਨੂੰ ਮਤਲਬ ਉਹ ਨਹੀਂ ਚਾਹੁੰਦੇ ਕਿ ਉਹ ਚੀਜ਼ਾਂ ਸੁਸਾਇਟੀ 'ਚ ਹੋ ਜਾਣ, ਤਾਂ ਫਿਰ ਉਹਨਾਂ ਨੂੰ ਵਾਪਰਨ ਤੋਂ ਰੋਕਣ ਦੇ ਲਈ ਸਰਵੀਲੈਂਸ ਕੀਤੀ ਜਾਂਦੀ ਹੈਗੀ ਆ। ਸਰਵੀਲੈਂਸ ਤੋਂ ਅੱਗੇ ਨਿਗਾਹ ਰੱਖਣ ਦੇ ਤਰੀਕੇ ਹੁੰਦੇ ਆ ਕਿ ਪਿਆਰ ਨਾਲ ਵੀ ਰੱਖੇ ਜਾਂਦੇ ਆ ਤੇ ਨਫ਼ਰਤ ਦੇ ਨਾਲ ਵੀ ਰੱਖੀ ਜਾਂਦੀ ਹੈ, ਗੁੱਸੇ ਨਾਲ ਵੀ ਰੱਖੀ ਜਾਂਦੀ ਹੈਗੀ ਹੈ ਨਾ। ਮਤਲਬ ਪੈਰੈਂਟਲ ਮਾਂ ਪਿਓ ਦਾ ਪਿਆਰ ਕਿ ਅਸੀਂ ਤਾਂ ਜੀ ਆਪਣੀ ਕੁੜੀ ਨੂੰ ਬਹੁਤ ਪਿਆਰ ਕਰਦੇ ਹਾਂ, ਠੀਕ ਹੈ। ਮਤਲਬ ਜਿਵੇਂ ਇਹ ਹੋਊਗਾ ਕਿ ਹਾਂਜੀ ਤੁਸੀਂ ਕਿਤੇ ਜਾਣਾ, ਬਿਲਕੁਲ ਜਾਓ ਬੇਟਾ, ਪਰ ਇਸ ਟਾਈਮ ਤੋਂ ਪਹਿਲਾਂ ਵਾਪਸ ਆ ਜਾਣਾ, ਜੇ ਨਹੀਂ ਆਏ ਤਾਂ ਫਿਰ ਫੋਨ ਤੇ ਫੋਨ। ਤੇ ਜਾਂ ਫਿਰ ਫਲਾਨੀ ਜਗ੍ਹਾ ਤੇ ਜਾਣਾ, ਹਾਂ ਬਿਲਕੁਲ ਜਾਓ, ਪਰ ਆਪਣੇ ਭਰਾ ਨੂੰ ਲੈ ਜਾਓ, ਉਹਨੂੰ ਨਾਲ ਲੈ ਕੇ ਜਾਣ 'ਚ ਕੀ ਪ੍ਰੋਬਲਮ ਹੈਗੀ ਆ ਤੁਹਾਨੂੰ। ਤੇ ਜਾਂ ਫਿਰ ਮਤਲਬ ਮਦਰਸ ਨੂੰ ਦਾ ਆਪਣੀਆਂ ਬੇਟੀਆਂ ਨੂੰ ਇਹ ਕਹਿਣਾ ਕਿ ਬੇਟਾ ਤੂੰ ਹੁਣ ਘਰ ਤੋਂ ਬਾਹਰ ਜਾ ਰਹੀ ਆ ਤਾਂ ਸਾਡੀ ਜਿਹੜੀ ਇੱਜ਼ਤ ਹੈਗੀ ਆ ਉਹ ਤੇਰੇ ਹੱਥ ਹੈਗੀ ਆ, ਤੇ ਤੂੰ ਦੇਖੀ ਕਿ ਇਹ ਖਰਾਬ ਨਹੀਂ ਹੋਣੀ ਚਾਹੀਦੀ, ਕੋਈ ਤੂੰ ਗਲਤ ਕੰਮ ਨਹੀਂ ਕਰਨੀ। ਮਤਲਬ ਮੈਨੂੰ ਕਈ ਵਾਰੀ ਨਾ ਗੁੱਸਾ ਵੀ ਆਉਂਦਾ ਤੇ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਇਸ ਗੱਲ ਤੇ ਕਿ ਇਹ ਜਿਹੜਾ ਗੱਲ ਹੈਗੀ ਹੈ ਕਿ ਗਲਤ ਤੇ ਠੀਕ ਕੀ ਹੈਗਾ। ਮਤਲਬ ਗਲਤ ਹੋਣਾ ਇਹ ਹੈ ਨਾ ਕਿ ਉਹ ਆਪਣੀ ਚੋਇਸ ਨਾਲ ਕੁਝ ਕਰ ਨਾ ਲਵੇ, ਉਹ ਮਤਲਬ ਕਿਸੇ ਮੁੰਡੇ ਨੂੰ ਪਸੰਦ ਨਾ ਕਰ ਲਏ, ਲਾਰਜਲੀ ਵੈਸੇ ਇਸੇ ਚੋਂ ਹੀ ਹੁੰਦਾ ਹੈਗਾ। ਤੇ ਉਹ ਇਹ ਚੀਜ਼ ਜਿਹੜੀ ਹੈਗੀ ਆ ਉਹਨਾਂ ਨੂੰ ਉਦੋਂ ਫੀਡ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ, ਉਸ ਉਮਰ 'ਚ ਫੀਡ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਜਦੋਂ ਉਹਨਾਂ ਕੁੜੀਆਂ ਨੂੰ ਬੱਚੇ ਮਤਲਬ ਉਹਨਾਂ ਤੋਂ ਨਿਆਣੀ ਉਹਦੇ 'ਚ ਹੁੰਦੀਆਂ ਨੇ ਤੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਯਾਰ ਗਲਤ ਕੀ ਹੈਗਾ। ਮਤਲਬ ਜਦੋਂ ਮੇਰੀ ਮਦਰ ਇਹ ਕਹਿ ਰਹੀ ਹੈ ਕਿ ਇਹ ਗਲਤ ਹੈ ਤਾਂ ਕੀ ਹੈਗਾ ਗਲਤ, ਮਤਲਬ ਗਲਤ ਦਾ ਮਤਲਬ ਕੀ ਹੈਗਾ। ਤਾਂ ਇਹ ਔਰ ਆਈ ਮੀਨ ਉਹ ਸ਼ੁਰੂ ਤੋਂ ਲੈ ਕੇ ਮਤਲਬ ਤੁਹਾਡੀ ਬਾਅਦ ਵਾਲੀ ਉਮਰ ਦੇ ਵਿੱਚ ਵੀ ਉਹ ਰੈਗੂਲੇਟ ਕਰਦਾ ਤੁਹਾਡੇ ਬਿਹੇਵੀਅਰ ਨੂੰ, ਤੁਹਾਡੇ ਡਿਟਰਮਿਨ ਕਰਦਾ ਹੈਗਾ ਕਿ ਇਸ ਤਰੀਕੇ ਨਾਲ ਤੁਸੀਂ ਵਿਚਰਨਾ ਹੈਗਾ। ਹੁਣ ਉਹਦੇ 'ਚ ਇੱਕ ਚੀਜ਼ ਜਿਹੜੀ ਇੱਕ ਤਰੀਕੇ ਨਾਲ ਹੋਰ ਰੈਗੂਲੇਟ ਹੁੰਦਾ ਹੈਗਾ, ਉਹ ਹੈਗਾ ਡਰੈਸ ਦੇ ਉੱਪਰ ਕਮੈਂਟਸ ਕਰਨੇ ਆ। ਮਤਲਬ ਤੁਸੀਂ ਪਹਿਰਾਵਾ ਕਿਵੇਂ ਦਾ ਪਾਉਣੇ ਹੈਗੇ ਹੋ, ਕਿਸ ਤਰੀਕੇ ਦੇ ਪਹਿਰਾਵੇ ਦੇ ਪਾ ਕੇ ਤੁਸੀਂ ਬਾਹਰ ਨਿਕਲਦੇ ਹੋ, ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ, ਤੁਸੀਂ ਕੋਈ ਪਾਰਟੀ ਅਟੈਂਡ ਕਰਦੇ ਹੈਗੇ ਹੋ। ਹੁਣ ਉਹਦੇ ਆਈ ਮੀਨ ਉਹਦੇ 'ਚ ਵੀ ਕਈ ਤਰ੍ਹਾਂ ਦੇ ਨੋਸ਼ਨਸ ਹੈਗੇ ਨੇ, ਬਟ ਮੈਂ ਲਾਰਜਲੀ ਜਿਹੜੇ ਤੇ ਪੁਆਇੰਟ ਆਊਟ ਕਰਨਾ ਚਾਹੁੰਦੀ ਹਾਂ ਉਹ ਹੈਗਾ ਕਿ ਸਪੋਜ਼ ਕਿਸੇ ਜਨਤਕ ਥਾਂ ਤੇ ਗੱਲ ਕਰਦੇ ਰਹਿੰਦੇ ਆ ਜਾਂ ਹੋਰ ਬਾਹਰ ਜਾਂਦੇ ਕਿਸੇ ਔਰਤ ਨਾਲ ਕੋਈ ਘਟਨਾ ਹੋ ਜਾਂਦੀ ਹੈ ਤਾਂ ਪਹਿਲਾ ਟਾਰਗੇਟ ਇਹ ਹੁੰਦਾ ਕਿ ਅੱਛਾ ਜੀ ਉਹਨੇ ਕੱਪੜੇ ਕਿਸ ਤਰ੍ਹਾਂ ਦੇ ਪਾਏ ਸੀ, ਉਹਦੀ ਲੈਂਥ ਵਿਡਥ ਉਹਦੀ ਕੱਟ ਕਿਵੇਂ ਦੀ ਸੀਗੀ, ਇਵਨ ਹੋਰ ਉਹਦੇ ਕੱਪੜੇ ਕਿਵੇਂ ਸੀਗੇ, ਭੜਕਾਊ ਸੀਗੇ। ਤਾਂ ਉੱਥੇ ਜਿਹੜਾ ਫਿਰ ਮੈਂ ਜਿਹੜੀ ਉਹ ਪਹਿਲਾਂ ਗੱਲ ਕੀਤੀ ਸੀਗੀ ਕਿ ਬਲੇਮ ਜਿਹੜਾ ਲਾਰਜਲੀ ਉਹ ਵਮਨ ਤੇ ਪਾਇਆ ਜਾਂਦਾ ਹੈਗਾ। ਇਹਦੇ 'ਚ ਨਾ ਮੈਂ 2 ਐਗਜ਼ਾਮਪਲ ਦੇਣਾ ਚਾਹੂੰਗੀ ਬਿਕੋਜ਼ ਮੈਨੂੰ ਲੱਗਦਾ ਕਿ ਉਹਨਾਂ ਤੇ ਗੱਲ ਕਰਨੀ ਬੜੀ ਇੱਥੇ ਵਾਜਿਬ ਹੋਊਗੀ। ਇੱਕ ਹੈਗੀ ਆ ਕਿ ਪੰਜਾਬ ਦੇ ਬਹੁਤ ਸਾਰੇ ਡੈਂਟਲ ਕਾਲਜਿਸ ਨੇ ਜਿੱਥੇ ਡਰੈਸ ਕੋਡ ਜਿਹੜਾ ਹੈਗਾ ਉਹ ਵਿਮਨ ਸਟੂਡੈਂਟਸ ਦੇ ਲਈ ਹੈਗਾ ਕਿ ਉਹਨਾਂ ਨੇ ਇਹੀ ਸੂਟ ਪਾ ਕੇ ਉੱਥੇ ਆਉਣਾ ਹੈਗਾ। ਹੁਣ ਉਹਦੇ ਨਾਲ ਹੀ ਮਤਲਬ ਮੈਂ ਨਾਲ ਹੀ ਭੁੱਲ ਨਾ ਜਾਵਾਂ ਇਹ ਗੱਲ ਕਰਕੇ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬਹੁਤ ਸਾਰੇ ਨਰਸਿੰਗ ਕਾਲਜਿਸ ਵੀ ਨੇ ਉੱਥੇ ਜਿਹੜੇ ਉੱਥੇ ਜ਼ਿਆਦਾ ਗਿਣਤੀ ਔਰਤਾਂ ਦੀ ਹੈ ਤੇ ਉਹਨੂੰ ਮੇਲ ਐਜ਼ ਅ ਪ੍ਰੋਫੈਸ਼ਨ ਚੂਜ਼ ਕਰਨਾ ਮਤਲਬ ਨਹੀਂ ਸਮਝਦੇ ਕਿ ਉਹ ਉਹਨਾਂ ਦਾ ਇੱਕ ਵਰਥ ਦਾ ਕੰਮ ਹੈਗਾ ਕਿ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਹੈਗਾ। ਦੂਜੀ ਐਗਜ਼ਾਮਪਲ ਜਿਹੜੀ ਮੈਂ ਦੇਣਾ ਚਾਹੁੰਦੀ ਹੈਗੀ ਆ ਜਿਹੜੀ ਨਾਲ ਔਰਤਾਂ ਦਾ ਬਿਹੇਵੀਅਰ ਜਿਹੜਾ ਰੈਗੂਲੇਟ ਕੀਤਾ ਜਾਂਦਾ ਹੈਗਾ ਉਹ ਸੀਗਾ ਜਿਹੜਾ ਕੁਝ ਪਿਛਲੇ ਸਾਲ ਅਕਾਲ ਯੂਨੀਵਰਸਿਟੀ ਦੇ ਵਿੱਚ ਕੇਸ ਹੋਇਆ ਜਦੋਂ ਵਾਸ਼ਰੂਮ ਦੇ ਵਿੱਚ ਇੱਕ ਸੈਨੇਟਰੀ ਪੈਡ ਪਾਇਆ ਗਿਆ ਤਾਂ ਇਹ ਹੋਸਟਲ ਦੇ ਵਿੱਚ ਜਿਹੜੇ ਅਥਾਰਟੀਜ਼ ਨੇ ਉਹਨਾਂ ਨੇ ਔਰਤਾਂ ਦੇ ਕੱਪੜੇ ਲਵਾ ਕੇ ਇਹ ਦੇਖਿਆ ਕਿ ਕਿਹੜੀ ਕੁੜੀ ਹੈ ਜਿਹਨੂੰ ਮਾਹਵਾਰੀ ਆਈ ਹੋਈ ਹੈ। ਹੁਣ ਇਹ ਕਿੰਨਾ ਜ਼ਿਆਦਾ ਜਿਹੜਾ ਡੈਰੋਗੇਟਰੀ ਚੀਜ਼ ਹੈਗੀ ਹੈ ਜਿਹੜਾ ਮਤਲਬ ਪ੍ਰਸ਼ਾਸਨ ਹੋਸਟਲ ਪ੍ਰਸ਼ਾਸਨ ਜਿਹੜਾ ਕਿੰਨੀ ਘਟੀਆ ਉਹਦੇ ਤੇ ਉਤਰ ਰਿਹਾ ਹੈਗਾ। ਔਰ ਉੱਥੇ
ਉਸ ਤੋਂ ਬਾਅਦ ਕੁਝ ਕਈ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਆਵਾਜ਼ ਉਠਾਈ ਤੇ ਉਹ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਗੱਲ ਕਰਨ ਲਈ ਗਏ ਤਾਂ ਉਹਨਾਂ ਨੂੰ ਮਤਲਬ ਐਂਟਰ ਨਹੀਂ ਕਰਨ ਯੂਨੀਵਰਸਿਟੀ ਦੇ ਅੰਦਰ ਦਾਖਲਾ ਨਹੀਂ ਉਹਨਾਂ ਨੂੰ ਐਂਟਰ ਹੀ ਨਹੀਂ ਹੋਣ ਦਿੱਤਾ ਗਿਆ ਉੱਥੇ। ਤੇ ਜਾਂ ਫਿਰ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਕੁੜੀਆਂ ਨੂੰ ਥ੍ਰੈਟਨ ਕਰਕੇ, ਉਹਨਾਂ ਨੂੰ ਧਮਕੀਆਂ ਦੇ ਕੇ। ਹੁਣ ਇੱਥੇ ਇਹ ਚੀਜ਼ ਬਣਦੀ ਹੈ ਕਿ ਜਦੋਂ ਉਹ ਧਮਕੀਆਂ ਦਿੱਤੀਆਂ ਗਈਆਂ ਔਰ ਉਸ ਤਰੀਕੇ ਨਾਲ ਉਹਨਾਂ ਨੂੰ ਹਿਊਮਿਲੇਟ ਕੀਤਾ ਗਿਆ ਹੌਸਟਲ ਦੇ ਅੰਦਰ ਜਿਹੜੇ ਪ੍ਰਸ਼ਾਸਨ ਦੇ ਵੱਲੋਂ, ਉਹਦਾ ਜਿਹੜਾ ਸਾਈਕੋਲੋਜੀਕਲ ਅਸਰ ਹੈਗਾ ਉਹ ਕਿਸ ਤਰੀਕੇ ਨਾਲ ਉਹਨਾਂ ਕੁੜੀਆਂ ਨੂੰ ਟਰੋਮਾਟਾਈਜ਼ ਕਰੂਗਾ ਸਾਰੀ ਉਮਰ ਦਾ। ਉਮਰ ਉਹਨਾਂ ਤੇ ਉਸ ਚੀਜ਼ ਦਾ ਇਫੈਕਟ ਰਹੂਗਾ ਕਿ ਮਤਲਬ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਇਹਦੇ ਤੇ ਵੀ ਸਵਾਲ ਕਰੀਏ। ਮਤਲਬ ਪਰ ਮੈਂਟਲ ਇਸ਼ੂ, ਮੈਂਟਲ ਹੈਲਥ ਦੇ ਇਸ਼ੂ ਤੇ ਤਾਂ ਗੱਲ ਕਰਨਾ ਸਾਨੂੰ ਟੈਬੂ ਲੱਗਦਾ ਹੈ ਨਾ, ਬਿਕੋਜ਼ ਸਾਨੂੰ ਇਹ ਲੱਗਦਾ ਕਿ ਆਈ ਮੀਨ ਹਾਊ ਕੈਨ ਵੀ ਟਾਕ ਅਬਾਊਟ ਦਿਸ, ਬਿਕੋਜ਼ ਲਾਈਕ ਮਤਲਬ ਸਾਡੀ ਸੁਸਾਇਟੀ ਦਾ ਬਹੁਤ ਇਹ ਕਿ ਜੇਕਰ ਕੋਈ ਮੈਂਟਲ ਹੈਲਥ ਵਾਲੀ ਉਹਦੇ ਜਗ੍ਹਾ ਤੋਂ ਉਹਨੂੰ ਪਾਗਲ ਕਹਿ ਕੇ ਪਾਸੇ ਕਰ ਦਿਓ, ਬਟ ਉਹਦੇ ਤੇ ਗੱਲ ਕਰਨੀ ਜਾਂ ਉਹਦੇ ਤੇ ਸੰਵਾਦ ਰਚਾਉਣਾ ਜਿਹੜਾ ਹੈਗਾ ਉਹ ਸਾਡੇ ਘੇਰੇ 'ਚ, ਸਾਡੇ ਦਾਇਰੇ 'ਚ ਨਹੀਂ ਆਉਂਦਾ ਹੈਗਾ। ਹੁਣ ਇਹਦੇ ਨਾਲ ਹੀ ਮਤਲਬ ਇੱਕ ਜਿਹੜੀ ਮੈਂ ਸ਼ੁਰੂ ਦੇ ਵਿੱਚ ਜਦੋਂ ਗੱਲ ਕੀਤੀ ਸੀਗੀ ਜਨਤਕ ਥਾਵਾਂ ਦੀ ਡੈਫੀਨੇਸ਼ਨ 'ਚ ਦਿੰਦੇ ਹੋਏ, ਤਾਂ ਮੈਂ ਕਿਹਾ ਸੀਗਾ ਕਿ ਮੈਂ ਥੋੜ੍ਹਾ ਜਿਹਾ ਲਾਈਕ ਜਿਵੇਂ ਜਦੋਂ ਗਲੋਬਲਾਈਜੇਸ਼ਨ ਤੋਂ ਬਾਅਦ ਇੱਥੇ ਮੌਲ ਕਲਚਰ ਆਇਆ, ਥੋੜ੍ਹਾ ਮਤਲਬ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਵੀ ਬਦਲੀਆਂ ਨੇ ਕਿ ਸਾਡੇ ਇੱਥੇ ਪਹਿਰਾਵਾ ਪਾਉਣ ਦੇ, ਸਾਡੇ ਜਿਹੜੇ ਵਿਚਰਨ ਦੇ ਢੰਗ, ਸਾਡੇ ਖਾਣ ਪੀਣ ਦੇ ਢੰਗ ਵੀ ਜਿਹੜੇ ਨੇ ਬਦਲੇ ਨੇ। ਤੇ ਮਾਲਸ ਦੇ ਵਿੱਚ ਵੀ ਲੋਕਾਂ ਨੇ ਜਾਣਾ ਸ਼ੁਰੂ ਕੀਤਾ। ਤਾਂ ਸ਼ਿਲਪਾ ਫੜਕੇ ਇੱਕ ਥਿੰਕਰ ਨੇ ਜਿਹੜੇ ਇਹਨੂੰ ਪਬਲਿਕ ਸਪੇਸ ਦੇ ਦਾਇਰੇ 'ਚ ਨਹੀਂ ਲੈਂਦੇ, ਬਲਕਿ ਉਹ ਇਹਨੂੰ ਪ੍ਰਾਈਵੇਟਾਈਜ਼ਡ ਪਬਲਿਕ ਸਪੇਸ ਕਹਿੰਦੇ ਆ ਮਾਲ ਨੂੰ। ਕਿਉਂਕਿ ਉੱਥੇ ਬਹੁਤ ਸਾਰੀਆਂ ਸ਼ਾਪਸ ਹੁੰਦੀਆਂ ਨੇ ਜਿਨ੍ਹਾਂ ਦੇ ਆਪਣੇ CCTV ਕੈਮਰਾਜ਼ ਔਰ ਆਪਣੀ ਇੱਕ ਓਬਜ਼ਰਵ ਕਰਨ ਦੀ, ਇੱਕ ਉਹਨੂੰ ਮੈਨੇਜ ਕਰਨ ਦੀ, ਉਹਨੂੰ ਕੰਟਰੋਲ ਕਰਨ ਦੀ ਉਸ ਸਪੇਸ ਨੂੰ ਪਾਵਰ ਹੁੰਦੀ ਹੈਗੀ ਆ। ਔਰ ਦੂਜਾ, ਉੱਥੇ ਵੀ ਇੱਕ ਖਾਸ ਪਰਟੀਕੂਲਰ ਮਿਡਲ ਕਲਾਸ, ਅਪਰ ਮਿਡਲ ਕਲਾਸ ਦੇ ਲੋਕ ਜਿਹੜੇ ਨੇ ਵਿਚਰਦੇ ਨੇ। ਤੇ ਉੱਥੇ ਜਿਵੇਂ ਜਿਹੜੀ ਹੁਣੇ ਮੈਂ ਡਰੈਸ ਦੀ ਗੱਲ ਕੀਤੀ, ਉੱਥੇ ਵੀ ਉਹਦੇ 'ਚ ਆਉਂਦਾ ਕਿ ਤੁਸੀਂ ਕਿਸ ਤਰ੍ਹਾਂ ਦੇ ਕੱਪੜੇ, ਕਿਸ ਤਰ੍ਹਾਂ ਦੇ ਡਿਮੀਨਰ ਦੇ ਨਾਲ ਉਹਦੇ ਵਿੱਚ ਜਾ ਰਹੇ ਹੋ, ਉਹ ਬਹੁਤ ਬੜਾ ਤੈਅ ਕਰਦਾ ਹੈਗਾ ਕਿ ਤੁਹਾਡੇ ਨਾਲ ਕਿਸ ਤਰੀਕੇ ਨਾਲ ਮਤਲਬ ਤੁਹਾਨੂੰ ਬਿਹੇਵ ਕੀਤਾ ਜਾਊਗਾ। ਔਰ ਇਹਦੇ 'ਚ ਵੀ ਈਵਨ ਇਹ ਹੁੰਦਾ ਕਿ ਤੁਹਾਡੇ 'ਚ ਕਪੈਸਿਟੀ, ਜੇ ਤੁਸੀਂ ਮਾਲ 'ਚ ਜਾ ਰਹੇ ਹੋ ਤੁਹਾਡੇ 'ਚ ਕਿੰਨੀ ਕਪੈਸਿਟੀ ਹੈਗੀ ਹੈ ਕਿ ਤੁਸੀਂ ਚੀਜ਼ਾਂ ਬਾਏ ਕਰ ਸਕਦੇ ਹੋ। ਜੇ ਤੁਹਾਡੇ 'ਚ ਬਾਏ ਕਰਨ ਦੀ ਕਪੈਸਿਟੀ ਨਹੀਂ ਹੈਗੀ ਤਾਂ, ਔਰ ਉੱਥੇ ਵੀ ਬੋਡੀ ਲੈਂਗੁਏਜ ਜਿਹੜੀ ਹੈਗੀ ਆ ਉਹ ਬਹੁਤ ਬੜਾ ਰੋਲ ਪਲੇ ਕਰਦੀ ਹੈਗੀ ਆ। ਈਵਨ ਜਿਵੇਂ ਮੈਨੂੰ ਐਗਜ਼ਾਮਪਲ ਧਿਆਨ 'ਚ ਆ ਰਹੀ ਹੈਗੀ ਆ, ਚੰਡੀਗੜ੍ਹ ਦੇ ਵਿੱਚ ਐਲਾਂਟੇ ਮਾਲ ਹੈਗਾ, ਔਰ ਉੱਥੇ ਐਲਾਂਟੇ ਮਾਲ ਦੇ ਜੇਕਰ ਤੁਸੀਂ ਬਾਹਰ ਨਿਕਲੋ ਉਹਦੇ ਖੱਬੇ ਪਾਸੇ ਜਾ ਕੇ ਪਿੱਛੇ ਜਿਹੜੇ ਨੇ ਸਲਮਸ ਵੀ ਹੈਗੇ ਨੇ। ਉਹਨਾਂ ਸਲਮਸ ਦੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਉੱਥੇ ਐਜ਼ ਸੇਲਸ ਵੂਮਨ ਕੰਮ ਕਰਦੀਆਂ ਨੇ ਮਾਲਸ ਦੇ ਵਿੱਚ। ਹੁਣ ਉਹ ਆ ਤਾਂ ਗਈਆਂ ਨੇ ਉੱਥੇ, ਪਰ ਕੀ ਉਹਨਾਂ ਦੀ ਸਪੇਸ ਜਿਹੜੀ ਹੈਗੀ ਆ ਉਹ ਉਸੇ ਤਰੀਕੇ ਨਾਲ ਐਕਸੈਸ ਕਰ ਰਹੀਆਂ ਨੇ? ਕਿ ਉਹਨਾਂ ਦੀ ਕਪੈਸਿਟੀ ਜਿਹੜੀ ਹੈਗੀ ਆ ਬਾਏ ਕਰਨ ਦੀ ਉਨੀ ਹੋਈ ਹੋਊਗੀ ਆ ਜਸਟ ਬਿਕੋਜ਼ ਆਫ देयर ਪ੍ਰੈਜ਼ੈਂਸ? ਨਹੀਂ, ਬਿਲਕੁਲ ਨਹੀਂ। ਹੁਣ ਉਹ ਜਿਹੜੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਡੈਮੋਕ੍ਰੇਟਾਈਜ਼ ਹੋ ਗਿਆ ਜੀ, ਉੱਥੇ ਦਾ ਸਾਰੇ ਟਾਈਪ ਦੇ ਲੋਕ ਜਿਹੜੇ ਨੇ ਉਹ ਜਾ ਕੇ ਉਹਨੂੰ ਐਕਸੈਸ ਕਰ ਰਹੇ ਨੇ। ਉਹ ਜਦੋਂ ਸ਼ਾਪਿੰਗ ਕਾਊਂਟਰ ਤੇ ਜਾ ਕੇ ਜਦੋਂ ਪੇ ਕਰਨਾ ਹੁੰਦਾ, ਉਹ ਸਾਰੀ ਉੱਥੇ ਧਰੀ ਦੀ ਧਰੀ ਰਹਿ ਜਾਂਦੀ ਹੈਗੀ ਆ। ਔਰ ਹੁਣ ਇਹਦੇ 'ਚ ਦੋ ਇਸ਼ੂ ਜਿਹੜੇ ਇੰਪੋਰਟੈਂਟ ਨੇ, ਦੇਖਣ ਵਾਲੇ ਨੇ। ਪਹਿਲਾ ਇਹ ਹੈਗਾ ਕਿ ਇੱਕ ਤਾਂ ਅਸੀਂ ਇਹ ਇਮੇਜ ਵੀ ਐਸਟੈਬਲਿਸ਼ ਕਰਨੀ ਹੈ ਕਿ ਜੀ ਸਾਡੀਆਂ ਔਰਤਾਂ ਜਿਹੜੀਆਂ ਨੇ ਉਹ ਮਾਡਰਨ ਹੋ ਗਈਆਂ ਨੇ, ਉਹ ਵੈਲ ਗਰੂਮਡ, ਬਹੁਤ ਚੰਗੀਆਂ ਦਿਖਣ ਵਾਲੀਆਂ ਹੈਗੀਆਂ ਨੇ। ਬਟ ਐਟ ਦਾ ਸੇਮ ਟਾਈਮ ਉਹਨਾਂ ਦੇ ਉੱਤੇ ਅਸੀਂ ਇਹ ਰਿਸਪੌਂਸਿਬਿਲਿਟੀ ਵੀ ਪਾਉਣੀ ਆ, ਉਹਨਾਂ ਦੇ ਉੱਤੇ ਭਾਰ ਵੀ ਪਾਉਣਾ ਹੈਗਾ, ਪ੍ਰੈਸ਼ਰ ਵੀ ਪਾਉਣਾ ਹੈਗਾ ਕਿ ਉਹਨਾਂ ਨੇ ਨਾਲ ਹੀ ਲਾਈਕ ਉਹ ਜਿਹੜੀ ਭਾਰਤੀ ਪਰੰਪਰਾ, ਭਾਰਤੀ ਨਾਰੀ ਵਾਲੀ ਜਿਹੜੀ ਇੱਕ ਟੈਗ ਹੈਗਾ ਜਾਂ ਉਹਦੀ ਜਿਹੜੀ ਪਰੰਪਰਾ ਹੈਗੀ ਆ ਉਹਨੂੰ ਵੀ ਮੇਨਟੇਨ ਕਰਕੇ ਰੱਖਣਾ ਹੈਗਾ। ਇਸੇ ਕਰਕੇ ਅਸੀਂ ਦੇਖਦੇ ਹੈਗੇ ਕਿ ਆਈ ਮੀਨ ਯੂ ਮਾਈਟ ਹੈਵ ਸੀਨ ਇਮੇजेस ਕਿ women wearing mini skirts with ਸੰਦੂਰ, ਉਹਨਾਂ ਨੇ ਸੰਦੂਰ ਲਗਾਇਆ, ਨਾਲ ਮਿਨੀ ਸਕਰਟ ਪਾਈ ਹੈ, ਜਾਂ ਫਿਰ ਉਹਨਾਂ ਨੇ ਟੌਪ ਔਰ ਡੈਨਿਮਸ ਪਾਇਆ ਔਰ ਉਹਦੇ ਤੇ ਮੰਗਲ ਸੂਤਰ ਪਾਇਆ। ਤੇ ਜਾਂ ਫਿਰ ਕਰਵਾ ਚੌਥ ਦੀਆਂ ਜਿਹੜੀਆਂ ਕੁਝ ਐਗਜ਼ਾਮਪਲਸ ਨੇ ਜਿਹਦੇ 'ਚ ਉਹ ਇੱਕ ਪਾਸੇ ਇਹ ਸ਼ੋਅ ਕਰਨਾ ਕਿ ਅਸੀਂ ਬਹੁਤ ਪ੍ਰੋਗਰੈਸ ਕਰ ਗਏ, ਅਸੀਂ ਬਹੁਤ ਪ੍ਰੋਗਰੈਸਿਵ ਹਾਂ, ਬਟ ਐਟ ਦਾ ਸੇਮ ਟਾਈਮ ਸਾਨੂੰ ਉਸ ਨਾਲ ਕਲਿੰਗ ਕਰਕੇ ਵੀ ਰਹਿਣਾ ਕਿ ਸਾਡਾ ਜਿਹੜਾ ਕਲਚਰ ਹੈਗਾ, ਜਿਹੜਾ ਉਸ ਨਾਲ ਜੁੜ ਕੇ ਰਹਿਣਾ ਹੈਗਾ। ਹੁਣ ਇਸ ਤੋਂ ਪਹਿਲਾਂ ਕਿ ਕੋਈ ਇਹ ਮਤਲਬ ਜਿਵੇਂ ਇਹਨੂੰ ਕੋਈ ਇਹ ਵੀ ਕਹਿ ਸਕਦਾ ਹੈਗਾ ਕਿ ਇਹ ਐਕਟ ਆਫ ਸਬਵਰਜਨ ਹੈਗਾ, ਬਟ ਮੈਂ ਨਹੀਂ ਮੰਨਦੀ ਕਿ ਇਹ ਲਾਈਕ ਮਤਲਬ ਇਹ ਕੋਈ ਕਿਸੇ ਤਰੀਕੇ ਨਾਲ ਉਸ ਢਾਂਚੇ ਨੂੰ ਜਿਹੜਾ ਬਣਿਆ ਹੋਇਆ ਹੈਗਾ ਉਹਨੂੰ ਚੈਲੰਜ ਕਰਦਾ ਹੈਗਾ। ਬਿਕੋਜ਼ ਮੈਨੂੰ ਇਹ ਲੱਗਦਾ ਕਿ ਸਾਨੂੰ ਇਹਦੇ ਵਿੱਚ ਇਹ ਵੀ ਦੇਖ ਲੈਣਾ ਚਾਹੀਦਾ ਹੈਗਾ ਕਿ ਜਦੋਂ ਇਹ ਸਾਰੇ ਨੋਸ਼ਨ ਜਿਹੜੇ ਨੇ ਕਿ ਵੂਮਨ ਨੂੰ
ਮਤਲਬ ਉਹਦੇ ਫੈਮਿਨਿਨ ਰੋਲ ਦੇ ਵਿੱਚ ਐਕਨੋਲੇਜ ਕਰਨਾ, ਉਹਨੂੰ ਐਜ਼ ਪਰੰਪਰਾ, ਭਾਰਤ ਦੀ ਪਰੰਪਰਾ ਔਰ ਜਾਂ ਫਿਰ ਪੰਜਾਬੀ ਔਰਤ ਦੇ ਦਾਇਰੇ 'ਚ ਦੇਖਣਾ। ਮਤਲਬ ਇਹਦੇ 'ਚ ਮੈਨੂੰ ਇੱਕ ਜਿਹੜੀ ਮੈਨੂੰ ਲੱਗਦਾ ਮੈਨੂੰ ਭੁੱਲਣਾ ਨਹੀਂ ਚਾਹੀਦਾ ਸੀ, ਤੇ ਗੱਲ ਮੈਂ ਕਰੂੰਗੀ, ਉਹ ਹੈਗਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਿਹੜੇ ਜਿਸ ਤਰ੍ਹਾਂ ਦੇ ਗਾਣੇ ਆਉਂਦੇ ਨੇ, ਮਤਲਬ ਉਹ ਗਾਣੇ ਇਸ ਤਰੀਕੇ ਦੇ ਆਉਂਦੇ ਨੇ ਜਿਹੜੇ ਮਤਲਬ ਜਦੋਂ ਵੈਨ ਅ ਵੂਮਨ ਇਜ਼ ਔਨ ਅ ਡਾਂਸ ਫਲੋਰ ਸ਼ੀ ਇਜ਼ ਲੁਕਿੰਗ ਮਾਡਰਨ, ਬਟ ਐਟ ਦ ਸੇਮ ਟਾਈਮ ਉਹ ਇਵੈਂਚੁਅਲੀ ਇਸ ਉਹਦੇ 'ਚ ਐਂਡ ਹੁੰਦੇ ਨੇ ਕਿ ਉਹ ਇੱਕ ਘਰ ਦੀ ਨੂੰਹ ਬਣੂਗੀ, ਉੱਥੇ ਉਹ ਉਸ ਲੜਕੇ ਤੇ ਉਹਦੀ ਫੈਮਿਲੀ ਦੇ ਲਈ ਰੋਟੀਆਂ ਪਕਾਊਗੀ। ਹੁਣ ਉਸ ਰਿਗਰੈਸ ਉਸ ਨੋਸ਼ਨ ਦੇ ਵਿੱਚ, ਜਾਂ ਫਿਰ ਮਤਲਬ ਮੈਨੂੰ ਇੱਕ ਧਿਆਨ 'ਚ ਆਇਆ, ਤੇ ਉਹਦੀ ਮੈਂ ਬਹੁਤ ਜਗ੍ਹਾ ਤੇ ਐਗਜ਼ਾਮਪਲ ਦਿੰਦੀ ਹੁੰਦੀ ਹਾਂ। ਕੋਈ ਇੱਕ ਸੌਂਗ ਆਇਆ ਸੀਗਾ ਜਿਹਦੇ 'ਚ ਲੜਕਾ ਜਿਹੜਾ ਉਹ ਕਹਿ ਰਿਹਾ ਕਿ ਮੈਂ ਜਦੋਂ ਤੇਰੇ ਸਾਹਮਣੇ ਰਹਿਣਾ ਤਾਂ ਰਵਾਂ ਜਾਂ ਨਾ ਰਵਾਂ, ਤੇਰੇ ਸਿਰ ਤੋਂ ਚੁੰਨੀ ਨਹੀਂ ਲੈਣੀ ਚਾਹੀਦੀ। ਹੁਣ ਇਹ ਵਾਲਾ ਜਿਹੜਾ ਮਤਲਬ ਇੱਕ ਪ੍ਰੈਸ਼ਰ ਹੈਗਾ ਕਿ ਮਤਲਬ ਤੁਸੀਂ ਕੁੜੀਆਂ ਦੇ ਸੂਟ ਹੀ ਚੰਗੇ ਲੱਗਦੇ ਨੇ, ਉਹਨਾਂ ਨੇ ਸੂਟ ਹੀ ਪਾ ਕੇ ਰਹਿਣਾ, ਸਿਰ ਢੱਕ ਕੇ ਰਹਿਣਾ, ਕਿਉਂਕਿ ਇਹ ਸਾਡਾ ਕਲਚਰ ਹੈਗਾ। ਤਾਂ ਆਈ ਐਮ ਸੌਰੀ, ਮੈਂ ਉਸ ਨੂੰ ਸਾਰੇ ਨੂੰ ਰੱਦਦੀ ਹੈਗੀ, ਔਰ ਮੈਂ ਉਹਨੂੰ ਬਿਲਕੁਲ ਵੀ ਉਹਦੇ 'ਚੋਂ, ਕਿਉਂਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿ ਜਿੱਥੇ ਅਸੀਂ ਇੱਕ ਪਾਸੇ ਅਲਾਉ ਕਰ ਸਕਦੇ ਹਾਂ ਕਿ ਜੇ ਤੁਸੀਂ ਡੈਨਿਮ ਤੇ ਪਾ ਕੇ ਤੇ ਤੁਸੀਂ ਬਾਹਰ ਮਾਲ 'ਚ ਜਾ ਸਕਦੇ ਹੋ, ਬਟ ਐਟ ਦ ਸੇਮ ਟਾਈਮ ਤੁਸੀਂ ਉਹ ਬਾਕੀ ਜਿਹੜੇ ਟ੍ਰੈਡੀਸ਼ਨਲ ਸਿੰਬਲ ਨੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਇਹ ਵੀ ਸਾਬਿਤ ਕਰਨਾ ਕਿ ਤੁਸੀਂ ਉਹ ਫੈਮਿਨਿਨ ਰੋਲ ਦੇ ਵਿੱਚੋਂ ਬਾਹਰ ਨਹੀਂ ਆਏ, ਕਿ ਤੁਹਾਡਾ ਪ੍ਰਾਇਮਰੀ ਜਿਹੜਾ ਟਾਸਕ ਹੈਗਾ ਉਹ ਉੱਥੋਂ ਤੱਕ ਰਹਿਣ ਦਾ ਹੀ ਸੀਮਿਤ ਹੈਗਾ। ਇਹ ਸਾਰੇ ਜਿਹੜੇ ਨੇ ਉਹ ਕਾਸਮੈਟਿਕ ਚੇਂਜਸ ਨੇ, ਬਾਹਰੀ ਦਿਖਣ ਵਾਲੇ ਚੇਂਜਸ ਨੇ, ਤੇ ਜਿਹੜੇ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਹੈਗਾ, ਬਣਤਰ ਹੈਗੀ ਹੈ, ਢਾਂਚਾ ਹੈਗਾ, ਪਾਵਰ ਸਟਰਕਚਰ ਹੈਗਾ, ਉਹ ਉਹਦੇ ਨਾਲ ਲਾਈਕ ਮਿਲ ਜੁਲ ਕੇ ਉਹਦੇ ਹੱਕ 'ਚ ਹੀ ਭੁਗਤਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ, ਤੇ ਉਹ ਡਿਟਰਮਿਨ ਕਰਦੀਆਂ ਨੇ, ਉਹ ਪਾਵਰ ਸਟਰਕਚਰਸ ਜਿਹੜੀਆਂ ਇਹ ਡਿਟਰਮਿਨ ਕਰਦੀਆਂ ਨੇ ਔਰਤਾਂ ਕੀ, ਕਿੱਥੇ, ਕਦੋਂ ਤੇ ਕਿਉਂ ਕਿਸੇ ਇੱਕ ਜਨਤਕ ਥਾਂ ਤੇ ਜਾਣਗੀਆਂ ਜਾਂ ਬਾਕੀ ਜਨਤਕ ਥਾਵਾਂ ਤੇ ਜਾਣਗੀਆਂ। ਤਾਂ ਫਿਰ ਉੱਥੇ ਉਹ ਚੈਲੰਜ ਨਹੀਂ ਹੁੰਦੀ ਸਪੇਸ, ਉਹ ਸਗੋਂ ਦੀ ਉਸ ਨੂੰ ਇਹ ਆਰਗੂਮੈਂਟ ਹੋਰ ਜ਼ਿਆਦਾ ਸਟਰੋਂਗ ਹੋ ਜਾਂਦਾ ਹੈਗਾ ਕਿ ਵਿਮਨ ਦੀ ਜਿਹੜੀ ਪ੍ਰੋਪਰ ਸਪੇਸ ਹੈਗੀ ਆ ਉਹ ਇੱਕ ਪ੍ਰਾਈਵੇਟ ਸਪੇਸ ਹੈਗੀ ਆ, ਘਰ ਦੀ ਸਪੇਸ ਹੈਗੀ ਆ। ਦੋ ਆਰਗੂਮੈਂਟ ਦੇ ਨਾਲ ਗੱਲ ਖਤਮ ਕਰੂੰਗੀ। ਇੱਕ ਜਿਹੜਾ ਸੀਗਾ ਮਤਲਬ ਮੈਂ ਜਦੋਂ ਚੰਡੀਗੜ੍ਹ ਜਾਂਦੀ ਹਾਂ ਤਾਂ ਮੇਰੇ ਕੁਝ ਸਾਰੇ ਦੋਸਤ ਮੈਂ ਜਿਹੜੇ ਦੇਖੇ ਨੇ ਉਹ ਰੈਜ਼ੀਡੈਂਸ਼ੀਅਲ ਕਾਲੋਨੀਜ਼ ਦੇ ਵਿੱਚ ਵੀ ਰਹਿੰਦੇ ਨੇ, ਤੇ ਜਿਵੇਂ ਅਸੀਂ ਇਹਦੇ ਆਪਣੇ ਹਾਊਸਿੰਗ ਪਲੈਨਿੰਗ ਦੇ ਜਿਹੜੀਆਂ ਐਡਵਰਟਾਈਜ਼ਮੈਂਟਸ ਦੇਖਦੇ ਹਾਂ ਨਿਊਜ਼ਪੇਪਰਸ ਦੇ ਵਿੱਚ ਜਾਂ ਟੀਵੀ ਦੇ ਵਿੱਚ ਐਡਸ ਆਉਂਦੀਆਂ ਨੇ, ਉਹਦੇ 'ਚ ਇੱਕ ਮਤਲਬ ਤੁਹਾਨੂੰ ਬਹੁਤ ਚੰਗੇ ਘਰ ਦਾ, ਚੰਗੀ ਆਸੇ-ਪਾਸੇ ਦੇ ਮਾਹੌਲ ਦਾ ਇੱਕ ਸੁਪਨਾ ਜਿਹੜਾ ਦਿਖਾਇਆ ਜਾਂਦਾ ਕਿ ਸ਼ਾਪਿੰਗ ਮਾਲਸ, ਪਾਰਕ, ਜਿਮ, ਪੂਲ ਔਰ ਗਰੋਸਰੀ ਸਟੋਰਸ ਸਾਰੇ ਜਿਹੜੇ ਨੇ ਉਹ ਇੱਕ ਖਾਸ ਦਾਇਰੇ ਦੇ ਵਿੱਚ ਜਦੋਂ ਉਸੇ ਸਪੇਸ 'ਚ ਜਿੱਥੇ ਤੁਸੀਂ ਘਰ ਬਣਾਓਗੇ ਤੁਹਾਨੂੰ ਅਵੇਲੇਬਲ ਹੋਣਗੇ, ਤੇ ਉਹ ਜਾ ਕੇ ਲਾਈਕ ਤੁਸੀਂ ਐਕਸੈਸ ਕਰ ਸਕਦੇ ਹੋ, ਉਹਨਾਂ ਨੂੰ ਉੱਥੋਂ ਸਮਾਨ ਖਰੀਦ ਸਕਦੇ ਹੋ। ਹੁਣ ਇੱਕ ਇਹਦਾ ਦੇਖਣ ਦਾ ਤਰੀਕਾ ਇਹ ਵੀ ਹੋ ਸਕਦਾ ਕਿ ਜੀ ਹਾਂ ਮਤਲਬ ਕਿੰਨੀ ਫੈਸਿਲਿਟੀ ਦੇ ਨਾਲ ਸਾਨੂੰ ਚੀਜ਼ਾਂ ਮਿਲ ਗਈਆਂ ਨੇ, ਬਟ ਐਟ ਦ ਸੇਮ ਟਾਈਮ ਮੈਨੂੰ ਇਹ ਲੱਗਦਾ ਕਿ ਪਬਲਿਕ ਸਪੇਸ ਉਹ ਵੀ ਹੈਗਾ ਜਿੱਥੇ ਬਹੁਤ ਹਲਚਲ ਹੁੰਦੀ ਹੈ, ਜਿੱਥੇ ਹਸਲ ਬਸਲ ਹੁੰਦੀ ਹੈ, ਜਿੱਥੇ ਮਤਲਬ ਇੱਕ ਇਹ ਡਰ ਵੀ ਹੁੰਦਾ ਕਿ ਇੱਥੇ ਕੁਝ ਮਤਲਬ ਡੇਂਜਰਸ ਵੀ ਹੋ ਸਕਦਾ, ਡੇਂਜਰਸ ਇਨ ਦਾ ਸੈਂਸ ਕਿ ਮਤਲਬ ਕੁਝ ਰਿਬੈਲੀਅਸ ਵੀ ਹੋ ਸਕਦਾ ਹੈ। ਹੁਣ ਉਸ ਤੋਂ ਬਾਹਰ ਰੱਖ ਕੇ ਇੱਕ ਸੈਨੀਟਾਈਜ਼ਡ ਜੀ ਸਪੇਸ ਕ੍ਰੀਏਟ ਕਰ ਦੇਣੀ, ਜਿੱਥੇ ਕਹਿਣਾ ਕਿ ਜੀ ਤੁਹਾਡੇ ਕੋਲੇ ਆ ਐਕਸੈਸ ਹੈਗੀ ਹੈ ਤੇ ਤੁਸੀਂ ਸਾਰੀਆਂ ਚੀਜ਼ਾਂ ਇੰਨੇ ਸਪੇਸ 'ਚ ਐਕਸੈਸ ਕਰ ਸਕਦੇ ਹੋ, ਤਾਂ ਉਹ ਬੜਾ ਮੈਨੂੰ ਪ੍ਰੋਬਲਮੈਟਿਕ ਹੋ ਜਾਂਦਾ, ਕਿਉਂਕਿ ਤੁਹਾਨੂੰ ਮੈਂਟਲੀ ਜਾਂ ਤੁਹਾਨੂੰ ਐਵੇਂ ਲੱਗ ਰਿਹਾ ਹੁੰਦਾ ਕਿ ਤੁਹਾਡੇ ਕੋਲੇ ਤਾਂ ਸਾਰੀਆਂ ਚੀਜ਼ਾਂ ਦੀ ਐਕਸੈਸ ਹੋ ਗਈਆਂ, ਮਤਲਬ ਕੋਈ ਕੀ ਬਾਤ ਹੋ ਗਈ ਆ, ਬਟ ਐਟ ਦ ਸੇਮ ਟਾਈਮ ਤੁਹਾਨੂੰ ਉਹ ਲਾਰਜਰ ਜਿਹੜਾ ਪਬਲਿਕ ਸਪੇਸਿਸ ਹੈਗੀਆਂ ਨੇ ਉਹਨਾਂ ਦੇ ਉਹਦੇ ਤੋਂ ਬਾਹਰ ਰੱਖਿਆ ਜਾ ਰਿਹਾ। ਮਤਲਬ ਅਸੀਂ ਇਹ ਸ਼ਾਇਦ ਰਿਅਲਾਈਜ਼ ਨਹੀਂ ਕਰਦੇ। ਮਤਲਬ ਮੈਂ ਜਦੋਂ ਇਸ ਬਾਰੇ ਦੇਖਣ ਦੀ ਕੋਸ਼ਿਸ਼ ਕੀਤੀ, ਈਵਨ ਜਦੋਂ ਰੈਜ਼ੀਡੈਂਸ਼ੀਅਲ ਕਾਲੋਨੀਜ਼ ਦੇ ਵਿੱਚ ਜੇ ਤੁਸੀਂ ਰੈਂਟ ਤੇ ਜਾਂ ਤੁਹਾਡਾ ਮਕਾਨ ਵੀ ਹੈਗਾ ਤਾਂ ਉੱਥੇ ਬਹੁਤ ਸਾਰੀਆਂ ਮਤਲਬ ਜਿਹੜੀਆਂ ਬੰਦਿਸ਼ਾਂ ਨੇ, ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ ਜਿਹੜੀਆਂ ਉਹਦੇ 'ਚ ਕੰਮ ਕਰਦੀਆਂ ਕਿ ਲਾਈਕ ਪ੍ਰਾਈਵੇਟ ਉਹਦੇ 'ਚ ਗਾਰਡਸ ਹੋਣੇ ਜਿਹੜੇ ਉਸ ਕਾਲੋਨੀ ਦੇ, ਉਸ ਘਰ ਦੇ, ਉਸ ਜਗ੍ਹਾ ਨੂੰ ਪ੍ਰੋਟੈਕਟ ਕਰਦੇ ਨੇ। ਤੇ ਮਤਲਬ ਜਿਹੜਾ ਮੈਂ ਪਹਿਲਾਂ ਆਰਗੂਮੈਂਟ ਦਿੱਤਾ ਸੀਗਾ ਕਿ ਕੁਝ ਡਿਜ਼ਾਇਰੇਬਲ ਚੀਜ਼ਾਂ ਨੇ ਤੇ ਕੁਝ ਅਨਡਿਜ਼ਾਇਰੇਬਲ ਸਪੇਸਿਸ ਨੇ ਜਿਹਦੇ ਨਾਲ ਵਾਬਸਤਾ ਰੱਖਣਾ ਨਹੀਂ ਚਾਹੁੰਦੀ ਸੁਸਾਇਟੀ। ਤਾਂ ਇਹ ਚੀਜ਼ ਜਿਹੜੀ ਮਤਲਬ ਇਹਨੂੰ ਇੱਕ ਤਰੀਕੇ ਨਾਲ ਉਹਨੂੰ ਸੈਨੀਟਾਈਜ਼ ਕਰਦਾ ਹੈਗਾ ਕਿ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕੁਝ ਸਪੇਸਿਸ ਦੇ ਵਿੱਚ ਮਿਲ ਗਈਆਂ ਔਰ ਤੁਸੀਂ ਉੱਥੇ ਖੁਸ਼ ਰਹੋ। ਲਾਸਟ ਜਿਹੜਾ ਮੈਂ ਪੁਆਇੰਟ ਉਹਦੇ 'ਚ ਕੀਤਾ ਸੀਗਾ ਕਿ ਕੁਝ ਜਦੋਂ ਵਿਮਨ ਆਵਾਜ਼ ਰੇਜ਼ ਕਰਦੀਆਂ ਨੇ, ਮਤਲਬ ਉਹ ਆਪਣੇ ਹੱਕਾਂ ਦੇ ਲਈ ਆਵਾਜ਼ ਉਠਾਉਂਦੀਆਂ ਨੇ, ਅਸਰਟਿਵ ਹੁੰਦੀਆਂ ਨੇ ਔਰ ਉਹ ਕੌਨਸ਼ੀਅਸ ਵੀ ਹੁੰਦੀਆਂ ਨੇ ਕਿ ਉਹਨਾਂ ਦੇ ਹੱਕ ਕੀ ਹੈਗੇ ਨੇ ਔਰ ਉਹਨਾਂ ਨੇ ਸੁਸਾਇਟੀ 'ਚ ਆਪਣੇ ਹੱਕ ਲੈਣੇ ਨੇ,
ਤੇ ਜਾਂ ਫਿਰ ਜਿਹੜਾ ਸਾਡਾ ਇੱਕ ਸਮਾਜਿਕ ਤਾਣਾ ਬਾਣਾ ਜਿਹੜਾ ਉਹ ਢਾਂਚਾ ਬਣਿਆ ਹੋਇਆ ਗਿਆ, ਇੱਕ ਕਲਚਰਲ ਡੋਮੇਨ ਦੇ ਵਿੱਚ ਉਹ ਜਿਹੜੀ ਡੋਮੀਨੈਂਸ, ਮੇਲ ਡੋਮੀਨੈਂਸ ਬਣੀ ਹੈ, ਜਦੋਂ ਉਹ ਚੈਲੰਜ ਹੁੰਦੀ ਹੈਗੀ ਆ, ਤਾਂ ਫਿਰ ਕਿਸ ਤਰੀਕੇ ਦੇ ਰਿਸਪੌਂਸਿਸ ਆਉਂਦੇ ਨੇ। ਮਤਲਬ ਜਿਵੇਂ ਟਵਿੱਟਰ ਤੇ ਟਰੋਲ ਹੋਣਾ ਹੈ ਜਾਂ ਸੋਸ਼ਲ ਮੀਡੀਆ ਤੇ ਟਰੋਲ ਕਰਨਾ ਤੇ ਵਿਮਨ ਨੂੰ ਰੇਪ ਥ੍ਰੈਟ ਦੇਣਾ, ਇਹ ਬਹੁਤ ਲਾਈਕ ਕੋਈ ਨਵੀਂ ਚੀਜ਼ ਨਹੀਂ ਹੈਗੀ। ਔਰ ਇਹ ਲਾਈਕ ਜਿਵੇਂ ਅਸੁਵਿਧਾ ਪੇਜ ਤੇ ਕੰਮ ਮਤਲਬ ਮੈਂ ਗੱਲ ਰੱਖ ਰਹੀ ਹਾਂ, ਔਰ ਵਜੂਦ ਦੇ ਉੱਪਰ ਜਦੋਂ ਮੇਰੇ ਕੁਝ ਸਾਥੀਆਂ ਨੇ ਗੱਲ ਰੱਖੀ ਤਾਂ ਉਹਦੇ 'ਚ ਵੀ ਮਤਲਬ ਉਹ ਰੇਪ ਥ੍ਰੈਟਸ ਜਿਹੜੇ ਨੇ ਉਹ ਬਹੁਤ ਤਰੀਕੇ ਨਾਲ ਆਉਂਦੇ ਨੇ। ਉਹ ਕਿਸ ਤਰੀਕੇ ਨਾਲ, ਮਤਲਬ ਤੁਸੀਂ ਕਹਿ ਸਕਦੇ ਹੋਗੇ ਜੀ ਹਾਂਜੀ ਤੁਸੀਂ, ਤੁਹਾਡੇ ਕੋਲੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈਗਾ, ਤੁਸੀਂ ਰੱਖੋ ਗੱਲ, ਬਟ ਐਟ ਦਾ ਸੇਮ ਟਾਈਮ ਜਦੋਂ ਇਸ ਤਰੀਕੇ ਨਾਲ ਤੁਸੀਂ ਸਾਈਕੋਲੋਜੀਕਲੀ ਮੈਂਟਲੀ ਉਹਨੂੰ ਹਰਾਸ ਕਰ ਰਹੇ ਹੋ, ਮਤਲਬ ਔਰ ਉਹਦੇ ਚੋਂ ਫਿਰ ਇਹ ਵੀ ਤਾਂ ਇੱਕ ਤਰੀਕਾ ਹੈਗਾ ਨਾ ਕਿ ਜਿੱਥੇ ਤੁਸੀਂ ਕਿਹੜੀਆਂ ਸਪੇਸਿਸ ਵਿਮਨ ਕਿੰਨਾ ਬਾਰੇ ਗੱਲ ਕਰ ਸਕਦੀ ਹੈਗੀ ਆ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਰੇਪ ਥ੍ਰੈਟਸ, ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਅਸਰਟਿਵਨੈਸ ਹੈਗੀ ਆ, ਉਹ ਆਪਣੇ ਜਦੋਂ ਬੁਲੰਦੀ ਦੇ ਨਾਲ ਆਪਣੀ ਆਵਾਜ਼ ਉਠਾਉਂਦੀ ਹੈ ਤੇ ਉਹਨੂੰ ਕੁਚਲਣ ਦੀ ਕੋਸ਼ਿਸ਼ ਕਿਵੇਂ ਕੀਤੀ ਜਾਂਦੀ ਹੈ। ਆਈ ਥਿੰਕ ਮੈਨੂੰ ਲੱਗਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਜਦੋਂ ਹੋਸਟਲ ਦੀ ਡਿਮਾਂਡ, ਟਾਈਮਿੰਗ ਦੀ ਡਿਮਾਂਡ ਦੇ ਲੈ ਕੇ ਧਰਨਾ ਹੋਇਆ ਸੀਗਾ, ਤੇ ਉਸ ਤੋਂ ਬਾਅਦ ਕੁੜੀਆਂ ਦੇ ਲਗਾਤਾਰ ਕਿਸ ਤਰੀਕੇ ਨਾਲ ਹਮਲੇ ਕੀਤੇ ਗਏ, ਇਹਦੇ ਤੋਂ ਵੱਡੀ ਐਗਜ਼ਾਮਪਲ ਇਹਦੇ 'ਚ ਨਹੀਂ ਹੋ ਸਕਦੀ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਉਹਨਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯੂ ਆਰ ਨਾਟ ਦ ਵਿਮਨ ਹੂ ਕੈਨ ਟੇਕ ਐਨੀ ਸੌਰਟ ਆਫ ਡਿਸੀਜਨਸ। ਉਹ ਡਿਸੀਜਨ ਲੈਣ ਦੀ ਜਿਹੜੀ ਪਾਵਰ ਹੈਗੀ ਆ ਉਹ ਕਿਸੇ ਹੋਰ ਕੋਲੇ ਹੋਊਗੀ। ਮੈਂ ਇਹਦੇ 'ਚ ਥੋੜ੍ਹੀ ਜਿਹੀ ਇੱਕ ਹੋਰ ਵੀ ਲੈ ਕੇ ਆਉਣਾ ਚਾਹੁੰਦੀ ਹੈਗੀ ਕਿ ਇੱਕ ਇਕੱਲਾ ਇਹ ਨਹੀਂ ਹੈਗਾ, ਮਤਲਬ ਜਿਵੇਂ ਜਿਵੇਂ ਜਦੋਂ ਅਸੀਂ ਪੋਲੀਟੀਕਲੀ ਉਹਦੇ 'ਚ ਦੇਖਦੇ ਹੈਗੇ ਹਾਂ, ਮਤਲਬ ਜਿਨ੍ਹਾਂ ਨੇ ਜਦੋਂ ਔਰਤਾਂ ਨਾ ਸਿਰਫ ਵਿਮਨ ਬਲਕਿ ਹੋਰ ਸਾਰੇ ਉਸ ਮੁੱਦਿਆਂ ਦੇ ਬਾਰੇ ਕੌਨਸ਼ੀਅਸ ਹੋ ਕੇ ਇੱਕ ਮਤਲਬ ਸੋਸ਼ਲ ਸਪੇਸਿਸ ਤੇ ਪਬਲਿਕ ਸਪੇਸਿਸ ਤੇ ਵਿਚਰਨਾ ਸ਼ੁਰੂ ਕਰਦੀਆਂ, ਆਪਣੀ ਆਵਾਜ਼ ਉਠਾਉਣਾ ਸ਼ੁਰੂ ਕਰਦੀਆਂ, ਤਾਂ ਉਹ ਉਸ ਆਵਾਜ਼ ਨੂੰ ਕਿਵੇਂ ਦਬਾਇਆ ਜਾਂਦਾ ਹੈ। ਮੈਨੂੰ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸਫੂਰਾ ਜਰਗਰ ਦੇ ਨਾਲ ਜੋ ਹੋਇਆ, ਮਤਲਬ ਉਹਨੇ ਜਾਮੀਆਂ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ, ਉੱਥੇ ਗੱਲ ਕੀਤੀ, ਔਰ ਉਹਦੀ ਪ੍ਰੈਗਨੈਂਸੀ ਨੂੰ ਲੈ ਕੇ ਕਿੰਨਾ ਟਰੋਲ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਇਵਨ ਜਿਹੜਾ ਸਾਡਾ ਮਤਲਬ ਮੀਡੀਆ ਹੈਗਾ ਉਹਨੇ ਕਿਸ ਤਰੀਕੇ ਦੇ ਨਾਲ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ। ਆਈ ਮੀਨ ਦੈਟ ਵਾਜ਼ ਲਾਈਕ ਰੀਅਲੀ ਸ਼ੇਮਫੁਲ। ਔਰ ਉਸੇ ਤਰੀਕੇ ਨਾਲ ਜਿਵੇਂ ਪਿੰਜਰਾ ਤੋੜ ਦੇ ਵਿੱਚ ਦਿਵੰਗਨਾ ਦੇ ਹੋਰ ਜਿਹੜੇ ਸਾਥੀ ਨੇ ਉਹਨਾਂ ਨੂੰ ਫੜਿਆ ਗਿਆ, ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਾਂ ਸ਼ੋਮਾ ਸੇਨ ਜਿਹੜੇ 2 ਸਾਲਾਂ ਤੋਂ 3 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ, ਸੁਧਾ ਭਾਰਦਵਾਜ ਨੇ ਜਿਹੜੇ ਜੇਲ੍ਹ 'ਚ ਬੰਦ ਨੇ, ਜਿਹਨੇ ਜਿਹੜੇ ਆਈ ਮੀਨ ਛੱਤੀਸਗੜ੍ਹ ਦੇ ਵਿੱਚ ਉਹਨਾਂ ਦੇ ਆਦੀਵਾਸੀ ਦੇ ਹੱਕਾਂ ਦੇ ਲਈ ਕੰਮ ਕਰ ਰਹੇ ਸੀਗੇ। ਔਰ ਮਤਲਬ ਉੱਥੇ ਇਹ ਆ ਜਾਂਦਾ ਕਿ ਕਿਉਂਕਿ ਹੁਣ ਇਹ ਵਾਲੀ ਜਿਹੜੀ ਡੋਮੇਨ ਹੈਗੀ ਆ, ਜਿੱਥੇ ਮੈਂ ਜਿਹੜੇ ਪੋਲੀਟੀਕਲ ਸਟਾਂਸਿਸ ਦੇ ਵਿੱਚ ਵਿਮਨ ਦੀ ਪਾਰਟਿਸਿਪੇਸ਼ਨ ਦੀ ਵੀ ਗੱਲ ਦੀ ਉਹ ਕਰਿਆ, ਤਾਂ ਉੱਥੇ ਆਈ ਮੀਨ ਇਹ ਆ ਜਾਂਦਾ ਕਿ ਤੁਸੀਂ ਜੀ ਇੱਕ ਕਿਉਂਕਿ ਤੁਹਾਡੇ ਲਈ ਇੱਕ ਨੀਟ ਡਿਵੀਜ਼ਨ ਕ੍ਰੀਏਟ ਕੀਤੀ ਗਈ, ਇਸ ਕਰਕੇ ਤੁਸੀਂ ਇਹਦੇ ਤੇ ਬੋਲਣਾ ਨਹੀਂ ਹੈਗਾ। ਹੁਣ ਇੱਥੇ ਆਈ ਥਿੰਕ ਇਟ ਵੁੱਡ ਬੀ ਰੀਅਲੀ ਇੰਟਰਸਟਿੰਗ ਟੂ ਸੀ ਕਿ ਇਹਨਾਂ ਸਾਰੀਆਂ ਔਰਤਾਂ ਦੇ ਜਿਹੜੇ ਲਾਈਫ ਸਟਾਈਲ ਤੇ ਹੋਰ ਉਹਦੇ ਨਾਟ ਲਾਈਫ ਸਟਾਈਲ ਬਟ ਉਹਨਾਂ ਦਾ ਜਿਹੜਾ ਕੰਮ ਹੈਗਾ, ਉਹਨਾਂ ਦੇ ਪੋਲੀਟੀਕਲ ਸਟਾਂਸਿਸ ਹੈਗੇ ਨੇ, ਔਰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਦੇ ਤੇ ਆਵਾਜ਼ ਉਠਾਈ ਹੈਗੀ ਆ, ਉਹਦਾ ਰਿਲੇਸ਼ਨ ਜਿਹੜਾ ਹੈਗਾ ਇਹਨਾਂ ਪਬਲਿਕ ਸਪੇਸਿਸ ਤੇ ਵੂਮਨ ਦੀ ਹਿੱਸੇਦਾਰੀ ਨਾਲ ਕੀ ਰਿਸ਼ਤਾ ਬਣਦਾ ਹੈਗਾ, ਸਾਨੂੰ ਉਹਦੇ ਤੇ ਵੀ ਸੋਚਣਾ, ਉਹਦੇ ਤੇ ਵੀ ਸਵਾਲ ਕਰਨਾ ਜ਼ਰੂਰੀ ਹੈਗਾ। ਲਾਸਟਲੀ ਜਿਹੜਾ ਮਤਲਬ ਮੈਨੂੰ ਇਹ ਲੱਗਦਾ ਕਿ ਵਿਮਨ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਆ ਪਬਲਿਕ ਸਪੇਸਿਸ ਦੇ ਉੱਤੇ ਹੋਣਾ, ਮਤਲਬ ਉਹਦੀ ਹਿੱਸੇਦਾਰੀ, ਉਹਨਾਂ ਦੀ ਮੌਜੂਦਗੀ ਉੱਥੇ, ਉਹਦੀ ਪਾਰਟਿਸਿਪੇਸ਼ਨ ਜਿਹੜੀ ਆ, ਉਹ ਨਾ ਸਿਰਫ ਉਹਦਾ ਬੁਨਿਆਦੀ ਹੱਕ ਹੈਗਾ ਬਲਕਿ ਇੱਕ ਪੋਲੀਟੀਕਲ ਸਟਾਂਸ ਹੈਗਾ ਜਿਹੜਾ ਸਾਨੂੰ ਲੈਣਾ ਚਾਹੀਦਾ, ਜਿਹਦੇ ਤੇ ਗੱਲ ਕਰਨੀ ਚਾਹੀਦੀ ਹੈ। ਔਰ ਇਸੇ ਮਤਲਬ ਔਰ ਉਹ ਜਿਹੜਾ ਕਲਾਸ ਕਮਿਊਨਿਟੀ ਤੇ ਜੈਂਡਰ ਦੀਆਂ ਜਿਹੜੀਆਂ ਜਿਹੜੀਆਂ ਆਈ ਮੀਨ ਡਾਇਮੈਂਸ਼ਨਸ ਨੇ, ਉਹਦੇ ਨਾਲ ਕਿਸ ਤਰੀਕੇ ਨਾਲ ਇੰਟਰਵੂਵਨ ਹੈਗਾ। ਜਿਵੇਂ ਜਿਵੇਂ ਇੱਕ ਐਗਜ਼ਾਮਪਲ ਜਿਹੜੀ ਮੈਂ ਅਗਰ ਦੇਵਾਂ, ਜਿਵੇਂ ਲਿੰਚਿੰਗ ਦੇ ਕੇਸਿਸ ਹੋਏ ਜਿਹਦੇ 'ਚ ਇੱਕ ਪਰਟੀਕੂਲਰ ਕਮਿਊਨਿਟੀ ਨੂੰ ਕ੍ਰਿਮੀਨਲਾਈਜ਼ ਹੀ ਕਰਤਾ, ਮੁਸਲਿਮਸ ਨੂੰ ਕ੍ਰਿਮੀਨਲਾਈਜ਼ ਹੀ ਕੀਤਾ, ਪਿਛਲੇ 4 5 6 ਸਾਲਾਂ ਤੋਂ ਅਸੀਂ ਇਹ ਚੀਜ਼ਾਂ ਦੇਖਦੇ ਆ ਰਹੇ ਹੈਗੇ ਹਾਂ। ਤੇ ਜਾਂ ਜਿਵੇਂ ਮੈਂ ਪਿਓਰਿਟੀ ਤੇ ਪੋਲਿਊਸ਼ਨ ਦੀ ਗੱਲ ਕੀਤੀ ਸੀਗੀ, ਜਾਂ ਕਾਸਟ ਜਾਂ ਲਵ ਜਿਹਾਦ ਦੀ ਗੱਲ ਕੀਤੀ ਸੀਗੀ, ਜਿਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਲੋਕ ਨੇ, ਹੋਰ ਬਹੁਤ ਸਾਰੀ ਪਾਪੂਲੇਸ਼ਨ ਹੈਗੀ ਆ, ਹੋਰ ਕਮਿਊਨਿਟੀਜ਼ ਨੇ ਜਿਹੜੀਆਂ ਮਾਈਨੋਰਿਟੀਜ਼ 'ਚ ਨੇ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਤਾਂ ਅਸੀਂ ਜੇਕਰ ਚਾਹੁੰਦੇ ਹਾਂ ਕਿ ਉਹ ਅਨਕੰਡੀਸ਼ਨਲ ਜਿਹੜੀ ਐਕਸੈਸ ਹੈਗੀ ਆ ਉਹ ਸਾਡੇ ਕੋਲੇ ਹੋਵੇ ਔਰਤਾਂ ਦੀ, ਤਾਂ ਮੈਨੂੰ ਇਹ ਲੱਗਦਾ ਕਿ ਉਸ ਅਨਕੰਡੀਸ਼ਨਲ ਐਕਸੈਸ ਦੀ ਗੱਲ ਕਰਦੇ ਕਰਦੇ ਇਹਨਾਂ ਸਾਰੀਆਂ ਸਪੇਸਿਸ ਦੇ ਵਿੱਚ ਉਹਨਾਂ ਸਾਰੇ ਲੋਕਾਂ ਦੀ ਹਿੱਸੇਦਾਰੀ, ਮੌਜੂਦਗੀ ਤੇ ਪਾਰਟਿਸਿਪੇਸ਼ਨ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈਗੀ ਆ। ਬਿਕੋਜ਼ ਜਿਵੇਂ ਮੈਂ ਪਹਿਲਾਂ ਉਹ ਦੱਸਿਆ ਕਿ ਉਹ ਮਤਲਬ ਅਗਰ ਅਸੀਂ ਇੱਕ ਉਹਦੇ 'ਚ ਗੱਲ ਕਰਾਂਗੇ ਤਾਂ ਗੱਲ ਬਣਦੀ ਨਹੀਂ ਹੈਗੀ,
ਉਹ ਇੱਕ ਜਣੇ ਦੀ ਅਸੀਂ ਗੱਲ ਕਰਾਂਗੇ, ਬਾਕੀਆਂ ਨੂੰ ਛੱਡ ਦਈਏ ਤਾਂ ਫਿਰ ਇਹ ਗੱਲ ਬਣਦੀ ਨਹੀਂ ਹੈਗੀ। ਕਿਉਂਕਿ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਸਾਰਿਆਂ ਦੀ ਗੱਲ ਕਰਦੇ ਹਾਂ, ਜਦੋਂ ਸ਼ਹਿਰ ਜਾਂ ਪਿੰਡ ਜਾਂ ਕਸਬੇ ਜਾਂ ਬਾਕੀ ਜਗ੍ਹਾਵਾਂ ਜਿਹੜੀਆਂ ਉਹ ਸਾਰਿਆਂ ਨੂੰ ਬਿਲੋਂਗ ਕਰਨਗੀਆਂ, ਸਾਰੇ ਉਹਦੇ ਨਾਲ ਇੱਕ ਆਪਣੀ ਬਿਲੋਂਗਿੰਗ ਫੀਲ ਕਰਦੇ, ਤੇ ਉਹ ਸਪੇਸਿਸ ਵੀ ਉਨੀ ਹੀ ਬਿਲੋਂਗਿੰਗਨੈਸ ਉਹਨਾਂ ਨੂੰ ਫੀਲ ਕਰਾਉਣਗੀਆਂ। ਉਦੋਂ ਹੀ ਹੋ ਸਕਦਾ ਕਿ ਉਹ ਸਾਰੀਆਂ ਜਿਹੜੀਆਂ ਸਪੇਸਿਸ ਹੈਗੀਆਂ ਉੱਥੇ ਵਿਮਨ ਵੀ ਇੱਕ ਬਿਲੋਂਗਿੰਗਨੈਸ ਫੀਲ ਕਰਨਗੀਆਂ ਤੇ ਉਹ ਉਸ ਸਪੇਸ ਨੂੰ ਬਿਲੋਂਗ ਕਰ ਸਕਦੀਆਂ ਨੇ। ਸੋ ਆਈ ਥਿੰਕ ਦਿਸ ਇਜ਼ ਆਲ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਸੀਗੀ। ਤੋ ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਲਈ, ਇਸ ਪੇਜ ਤੇ ਜੁੜਨ ਦੇ ਲਈ। ਤੇ ਨੀਤੂ ਮਨਪ੍ਰੀਤ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਮੈਨੂੰ ਕੌਕਸ ਕੀਤਾ ਕਿ ਹਾਂਜੀ ਅਮਨ ਆਓ ਤੇ ਬੋਲੋ। ਸੋ ਬਹੁਤ ਬਹੁਤ ਸ਼ੁਕਰੀਆ।